ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਪ੍ਰੋਗਰਾਮ ਪ੍ਰਾਈਮ ਫੋਕਸ ਹਰ ਰੋਜ਼ ਦੀ ਤਰ੍ਹਾਂ ਲੈ ਕੇ ਹਾਜ਼ਰ ਹਾਂ। ਅੱਜ ਫਿਰ ਗੱਲਾਂ ਬਾਤਾਂ ਜਿਹੜੀਆਂ ਇਸ ਵਕਤ ਸਾਰੇ ਪਾਸੇ ਚੱਲਦੀਆਂ ਪਈਆਂ ਉਹ ਤਾਂ ਕਰਾਂਗੇ ਹੀ, ਨਾਲ ਕੁਝ ਆਪਣਾ ਜਿਹੜਾ ਵਿਊ ਪੁਆਇੰਟ ਹੈ ਉਹ ਵੀ ਰੱਖਾਂਗੇ। ਕੁਝ ਜਿਹੜੇ ਹੱਲ ਨਜ਼ਰ ਆਉਂਦੇ ਨੇ ਉਹ ਵੀ ਗੱਲ ਕਰ ਲਵਾਂਗੇ, ਕੁਝ ਜਿਹੜੇ ਧੁੜਕੂ ਨੇ ਆਪਾਂ ਉਹ ਵੀ ਗੱਲ ਕਰ ਲਵਾਂਗੇ, ਤੇ ਕੁਝ ਇਹ ਸਾਰੇ ਕੁਝ ਦਾ ਜੋ ਇਕੱਠਾ ਹੋ ਕੇ ਕਹਿ ਲਓ ਕਿ ਵੀ ਇੱਕ ਹੁੰਦਾ ਨਾ ਕਹਾਣੀ ਲਿਖਣ ਤੋਂ ਬਾਅਦ ਨਤੀਜਾ ਜਾਂ ਸਿੱਟਾ, ਉਹ ਵੀ ਕੱਢਣ ਦੀ ਕੋਸ਼ਿਸ਼ ਆਪਾਂ ਕਰਾਂਗੇ। ਨਾਲ ਆਪਣੇ ਪਰਮੀਰ ਬਾਠ ਹੋ ਰਹੀਆਂ। ਹੋਰ ਬਾਠ ਸਾਹਿਬ ਕੀ ਹਾਲ ਨੇ? ਐਨ ਚੜ੍ਹਦੀ ਕਲਾ ਜੀ, ਠੀਕ ਠਾਕ ਆ, ਬਹੁਤ ਵਧੀਆ ਅੱਜ ਤਾਂ। ਅੱਛਾ ਬਾਠ ਸਾਹਿਬ, ਇੱਕ ਗੱਲ ਮੈਂ ਤੁਹਾਨੂੰ ਸਟਾਰਟਿੰਗ 'ਚ ਪੁੱਛਣੀ ਆ ਵੀ ਜਿਹੜੀ ਤੁਹਾਡੇ ਆ ਕੈਨੇਡਾ 'ਚ ਖੇਤੀ ਹੁੰਦੀ ਹੈ ਯਾਰ, ਇਹਦਾ ਕੀ ਕਰਦੇ ਹਿਸਾਬ ਦਾ? ਕੋਈ ਵੇਖਿਆ ਕੋਈ ਗੋਰਾ ਮਤਲਬ ਉੱਥੇ ਢੇਰੀ ਤੇ ਬੈਠਾ ਹੋਵੇ ਤੇ ਡੱਬੀਆਂ ਵਾਲਾ ਪਰਨਾ ਮੋਢੇ ਤੇ ਰੱਖਿਆ ਹੋਵੇ ਤੇ ਉਹ ਆਖੇ ਯਾਰ ਪਤਾ ਨਹੀਂ, ਨੋ ਮੈਨ ਦੇयर ਇਜ਼ ਨੋ ਬੋਲੀ, ਨੋ ਬੋਲੀ, ਕੁਛ ਕਰਦੇ ਇਦਾਂ ਕਿ ਨਹੀਂ? ਨਹੀਂ, ਪਹਿਲੀ ਗੱਲ ਆ ਮੈਨੂੰ ਤੁਹਾਡੇ ਜਿੰਨੀ ਅੰਗਰੇਜ਼ੀ ਨਹੀਂ ਆਉਂਦੀ। ਦੂਸਰੀ ਗੱਲ ਆ ਮੈਨੂੰ ਕਿਹੜਾ ਆਉਂਦੀ ਆ, ਮੈਂ ਤਾਂ ਅੱਧੀ ਤਾਂ ਪੰਜਾਬੀ ਬੋਲੀ ਜਾਂਦਾ। ਬੋਲੀ ਦਾ ਮਤਲਬ ਬੋਲੀ ਆ ਜਿਹੜੀ ਉੱਥੇ ਹੁੰਦੀ ਮੰਡੀ 'ਚ। ਉਹ ਜਿਹੜਾ ਮੇਰੇ ਵਰਗਾ ਮਾੜਾ ਹੋਵੇ ਨਾ ਅੰਗਰੇਜ਼ੀ 'ਚ, ਉਹਨੂੰ ਬੋਲੀ ਵੀ ਲੱਗਦਾ ਕਿਤੇ ਅੰਗਰੇਜ਼ੀ ਦਾ ਵੀ ਕੋਈ ਸ਼ਬਦ ਹੋਊਗਾ, ਕੋਈ ਵਰਡ ਹੋਊਗਾ ਨਾ ਅੰਗਰੇਜ਼ੀ ਦਾ, ਤਾਂ ਫਿਰ ਐਵੇਂ ਭੁਲੇਖੇ 'ਚ ਨਾ ਖਾ ਜੀ। ਦੇਖੋ ਮੈਂ ਨਾ ਐਤਕੀ ਜਦੋਂ ਅਪ੍ਰੈਲ ਮਈ ਸੀ, ਮੇਰੇ ਬੜੀ ਇੱਦਾਂ ਖਾਜ ਜੀ ਹੋਵੇ, ਮੇਰਾ ਜੀ ਕਰੇ ਮੈਂ ਇੱਥੋਂ ਸਿਰ ਨੂੰ ਵੀ ਐਂ ਜਿਹਾ ਕਰਾਂ, ਇਸ ਕਰਕੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਆਪਾਂ ਅਪ੍ਰੈਲ ਦੇ ਵਿੱਚ ਕਣਕ ਕੁਣਕ ਵੱਢ ਕੇ ਮੰਡੀਆਂ 'ਚ ਜਾਈਦਾ ਨਾ। ਮੇਰਾ ਜੀ ਕਰੇ ਕਿ ਕਿਤੇ ਮੰਡੀ ਹੋਵੇ, ਉੱਥੇ ਮੈਂ ਜਾਵਾਂ, ਕਣਕ ਦੀਆਂ ਢੇਰੀਆਂ ਲੱਗੀਆਂ ਹੋਣ, ਕੋਈ ਆੜ੍ਹਤੀਏ ਦੇ ਗਲ ਪਵੇ, ਕੋਈ ਇੰਸਪੈਕਟਰ ਦਾ ਮਿੰਨਤ ਤਰਲਾ ਕਰੇ, ਫਿਰ ਮੇਰਾ ਮੇਰਾ ਜੀ ਕਰੇ ਕਿ ਭਾਈ ਮੰਡੀ 'ਚ ਕਣਕ ਦੀਆਂ ਢੇਰੀਆਂ ਹੋਣ ਤੇ ਉੱਥੋਂ ਐਨ ਧੂੜਾ ਉੱਡਣ ਉੱਪਰਲੇ ਪਾਸੇ ਨੂੰ, ਮਿੱਟੀ ਹੋਵੇ, ਘੱਟਾ ਹੋਵੇ, ਤੇ ਫਿਰ ਘਰੇ ਜਾਈਏ ਤੇ ਘਰੇ ਜਾ ਕੇ ਫਿਰ ਸ਼ੱਕਰ ਘਿਓ ਨਾਲ ਰੋਟੀ ਖਾਣ ਨੂੰ ਮਿਲੇ। ਕਹਿੰਦੇ ਹੁੰਦੇ ਗਲਾ ਜਿਹਾ ਸਾਫ਼ ਹੋ ਜਾਣਾ। ਫਿਰ ਮੇਰਾ ਇੱਕ ਹੋਰ ਜੀ ਕਰੇ, ਮਿਸ ਕੀਤੀਆਂ ਕਈ ਚੀਜ਼ਾਂ ਮਿਸ ਕੀਤੀਆਂ ਕਿ ਇੱਦਾਂ ਕਣਕ ਦੀ ਢੇਰੀ ਲੱਗੀ ਹੋਵੇ, ਕਿਸਾਨ ਆਪੋ ਆਪਣੀ ਢੇਰੀ ਦੇ ਕੋਲ ਬੈਠੇ ਹੋਣ, ਕਦੇ ਪਰਨੇ ਨਾਲ ਮੱਛਰ ਇੱਧਰ ਉੱਧਰ ਕਰ ਲੈਣ, ਕਦੇ ਕੁਛ, ਸੜਕ ਤੋਂ ਇੱਕ ਕਾਰ ਚਮਕਦੀ ਜੀ ਲੰਘੇ ਇੰਸਪੈਕਟਰ ਸਾਹਿਬ ਦੀ, ਤੇ ਇੱਧਰਲੇ ਪਾਸੇ 3-4 ਪੱਲੇਦਾਰਾਂ ਦੇ ਨਿਆਣੇ ਜਿਹੜੇ ਇੱਕ ਟੂਟੀ ਚੱਲਦੀ ਆ ਉਹਦੇ ਨਾਲ ਨਹਾਉਂਦੇ ਹੁਣ, ਤੇ ਐਂ ਦੇਖਣ ਕਿ ਭਾਈ ਇਹ ਬੰਦਾ ਕੌਣ ਆ ਗਿਆ ਚਿੱਟੀ ਜੀ ਚੀਜ਼ ਦੇ ਵਿੱਚ। ਉਹ ਸਾਰੀਆਂ ਚੀਜ਼ਾਂ ਮੈਂ ਮਿਸ ਕੀਤੀਆਂ, ਕਿਉਂਕਿ ਹੈਗਾ ਤੇ ਇੱਥੇ ਵੀ ਨਿੱਜੀ ਕਰਨ ਵਾਲਾ ਮਸਲਾ, ਪਰ ਕਿਸਾਨ ਥੋੜੇ ਸੌਖੇ ਆ, ਹਾਈਦਾਂ ਜਿੰਨੀ ਖੱਜਲ ਖਰਾਬੀ ਹੈ ਨਹੀਂ। ਚਲੋ ਮੈਂ ਤਾਂ ਪੁੱਛਿਆ, ਮੈਂ ਸ਼ਾਇਦ ਕੋਈ ਕੈਨੇਡਾ ਦਾ ਫਰਕ ਹੋਵੇ, ਕਿਉਂਕਿ ਸਾਡੇ ਵਾਲੇ ਮੁਲਕ ਵਾਲੇ ਨਾ ਉਹ ਕਹਿੰਦੇ ਵੀ ਆਪਾਂ ਹੁਣ ਪੂਰੀ ਦੁਨੀਆ ਤੋਂ ਵੱਖਰਾ ਦੇਸ਼ ਬਣਾ ਦੇਣਾ, ਤੇ ਮੈਂ ਕਿਹਾ ਵੀ ਪੂਰੀ ਦੁਨੀਆ 'ਚ ਪਹਿਲਾਂ ਇੱਦਾਂ ਹੁੰਦਾ ਹੋਊਗਾ ਤਾਂ ਹੀ ਬਣਾਉਣ ਦੀ ਗੱਲ ਚੱਲਦੀ ਆ। ਅੱਜ ਦੇਖੋ ਗੱਲਾਂ ਬਾਤਾਂ ਜਿਹੜੀਆਂ ਆਪਾਂ ਕਰਨੀਆਂ, ਇੱਕ ਤਾਂ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਦੀ ਕਰਨੀ ਹੈ, ਕਿਉਂਕਿ ਉਹਨਾਂ ਨੇ ਜਿਸ ਹਿਸਾਬ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਉਸ ਤੋਂ ਬਾਅਦ ਅੰਤਰਿੰਗ ਕਮੇਟੀ ਦੇ ਮੈਂਬਰ ਜਾਂ ਅਹੁਦੇਦਾਰਾਂ ਨੂੰ ਤਨਖਾਹਾਂ, ਸਜ਼ਾਵਾਂ ਜਾਂ ਜੋ ਵੀ ਸੇਵਾਵਾਂ ਲਾਈਆਂ ਤੇ ਤੌਰ ਤਰੀਕਾ ਵਰਤਿਆ, ਉਹਦੀ ਗੱਲ ਵੀ ਕਰਾਂਗੇ। ਫਿਰ ਇਸ ਵਕਤ ਅਕਾਲੀ ਭਾਜਪਾ ਗੱਠਜੋੜ ਜਿਹੜਾ ਹੈ ਉਹ ਕਿੱਧਰ ਨੂੰ ਜਾਊਗਾ, ਇਹਦੇ 'ਤੇ ਲੋਕਾਂ ਦਾ ਧਿਆਨ ਆ, ਤੇ ਨਾਲ ਹੀ ਜਿਹੜਾ ਕਹਿ ਲਓ ਕਿ ਵੀ ਅਕਾਲੀ ਦਲ ਦਾ ਸਟੈਂਡ ਆ ਉਹੀ ਕਿ ਉਹ ਇਸ ਦਾ ਅਸਤੀਫਾ ਦੇ ਦਿੱਤਾ, ਹੁਣ ਬਾਕੀ ਦੇਖੋ ਇਹਦੇ 'ਤੇ ਕੀ ਕਰਦੇ ਆ। ਉਹ ਸਾਰੇ ਕੁਛ ਨਾ ਜਿਹੜੇ ਬਾਕੀ ਦੇ ਵਿਰੋਧੀ ਹੁਣ ਫਸੇ ਜੇ ਬੈਠੇ ਆ ਵੀ ਯਾਰ ਇਹ ਤਾਂ ਵਾਹਵਾ ਅਸੀਂ ਇਹਨਾਂ ਦੇ ਸਿਰ ਠੀਕਰਾ ਭੰਨ ਕੇ ਤੇ ਆਪ ਘਰੇ ਬਹਿ ਜਾਂਦੇ ਸੀ, ਹੁਣ ਇਹਨਾਂ ਨੇ ਤਾਂ ਗਲਾਵਾਂ ਲਾਹਤਾ ਵੀ ਆਹ ਚੱਕੋ ਜੀ, ਅਸੀਂ ਜੋ ਕਰ ਸਕਦੇ ਸੀ ਕਰਤਾ, ਤੇ ਹੁਣ ਅਸੀਂ ਕੀ ਕਰੀਏ ਤਾਂ ਜੋ ਸਾਡੇ ਨੰਬਰ ਬਣ ਜਾਣ। ਤੇ ਇਹ ਸਾਰੇ ਕੁਛ ਦੇ ਵਿੱਚ ਆਪਾਂ ਇਹ ਵੀ ਗੱਲ ਵਿਚਾਰਨੀ ਆ ਵੀ MP ਸਾਹਿਬਾਨਾਂ ਦੀ 30% ਤਨਖਾਹ ਜਿਹੜੀ ਹੈ ਉਹ ਕੱਟਣ ਦਾ ਬਿੱਲ ਵੀ ਆ ਗਿਆ। ਸੰਧਾਲੀਆ ਸਾਹਿਬ, ਇਹਦਾ ਮਤਲਬ ਹੈ ਕਿ ਅੱਜ ਤੁਸੀਂ ਮੇਰੇ ਨਾਲ ਧੱਕਾ ਕਰੋਗੇ, ਅੱਜ ਫਿਰ ਬੇਇਨਸਾਫੀ ਹੋਊਗੀ, ਅੱਜ ਤਾਂ ਫਿਰ ਇਨਸਾਫ ਨਾ ਹੋਇਆ, ਵੱਡੇ ਭਰਾ ਨੇ ਕੀਤਾ ਨਾ ਇਨਸਾਫ ਮੇਰੇ ਨਾਲ। ਮੇਰੇ ਅੰਦਰ ਅੱਜ ਲੀਡਰ ਆਇਆ, ਪਤਾ ਨਹੀਂ ਕੀ ਗੱਲ ਆ, ਉਸਲ ਬੱਟੇ ਜੇ ਮੈਂ ਲਈ ਜਾਂਦਾ, ਮੈਨੂੰ ਐਂ ਲੱਗਦਾ ਮੈਂ ਪੰਜਾਬ ਦਾ ਨੇਤਾ ਆ, ਤੇ ਤੁਸੀਂ ਸਾਡਾ ਦਰਦ ਸਮਝਦੇ ਹੀ ਨਹੀਂ। ਤੁਸੀਂ ਸਾਡਾ ਦਰਦ ਸਮਝੋ, ਤਨਖਾਹਾਂ ਤੁਸੀਂ ਸਾਡੀਆਂ ਘਟਾਉਣ ਨੂੰ ਫਿਰਦੇ ਹੋ, ਜੇ ਦਿੱਲੀ ਵਾਲਿਆਂ ਘਟਾਤੀਆਂ ਕੱਲ੍ਹ ਨੂੰ ਪੰਜਾਬ ਵਾਲੇ ਵੀ ਘਟਾ ਦੇਣਗੇ। ਤੁਸੀਂ ਸਮਝਦੇ ਨਹੀਂ ਕਿ ਕੰਮ ਸਾਡਾ ਵੱਧ ਗਿਆ, ਤਨਖਾਹਾਂ ਘਟਾ ਦੋਗੇ, ਚੱਲੂ ਕਿਵੇਂ? ਹੁਣ ਕੰਮ ਕਿਵੇਂ ਵਧਿਆ ਪੁੱਛੋ ਜੀ, ਦੱਸੋ। ਕੰਮ ਇੱਦਾਂ ਵਧਿਆ ਕਿ ਪਹਿਲਾਂ ਲੀਡਰ ਸਾਹਿਬ ਹੁੰਦੇ ਸੀ, ਲੀਡਰ ਸਾਹਿਬ ਨੇ ਸਵੇਰੇ ਉੱਠਣਾ, 2-4 ਲੋਕਾਂ ਨੇ ਕੰਮ ਕਰਾਉਣ ਆਉਣਾ, ਤੇ ਉਹਨਾਂ ਨੇ ਕੰਮ ਉਹਨਾਂ ਦੇ ਕਰ ਦੇਣੇ, ਫਿਰ ਇੱਕ ਅੱਧੇ ਪਿੰਡ ਦੇ ਵਿੱਚ ਕਿਤੇ ਜਾਣਾ ਤੇ ਉੱਥੇ ਮਿਲ ਮੁਲ ਕੇ ਆ ਜਾਣਾ, ਕਿਸੇ ਸਰਕਾਰੀ ਦਫ਼ਤਰ ਚਲੋ ਕੰਮ ਹੋ ਗਿਆ, ਤਨਖਾਹ ਖਾਤੇ। ਹੁਣ ਸਾਨੂੰ ਕੰਮ ਬੜਿਆ, ਅਸੀਂ ਪਹਿਲਾਂ ਸਵੇਰੇ ਉੱਠ ਕੇ ਸੋਸ਼ਲ ਮੀਡੀਆ ਦੇਖਣਾ, ਸਾਨੂੰ ਫਿਕਰ ਹੋਣੀ ਕਿ ਦੂਜੇ ਲੀਡਰ ਨੇ ਕੀ ਪਾਤਾ, ਉਹਦੇ ਤੋਂ ਬਾਅਦ ਅਸੀਂ ਸ਼ਬਦ ਲੱਭਣੇ ਇੱਧਰੋਂ ਉੱਧਰੋਂ ਕਿ ਭਾਈ ਅਸੀਂ ਕੀ ਪਾਈਏ ਸੋਸ਼ਲ ਮੀਡੀਆ 'ਤੇ। ਉਹਦੇ ਤੋਂ ਬਾਅਦ ਮੈਂ ਦੇਖਣਾ ਕਿ ਕੱਲ੍ਹ ਫੋਟੋ ਐਂ ਕਰਕੇ ਪਾਈ ਸੀ, ਪਰਸੋਂ ਫੋਟੋ ਐਂ ਕਰਕੇ ਪਾਈ ਸੀ, ਚੌਥੇ ਫੋਟੋ ਐਂ ਕਰਕੇ ਪਾਈ ਸੀ, ਅੱਜ ਮੈਂ ਫੋਟੋ ਐਂ ਕਰਕੇ ਪਾਵਾਂ ਜਾਂ ਕਿੱਦਾਂ ਪਾਵਾਂ, ਲੋਕਾਂ ਨੂੰ ਵੱਖਰੀ ਲੱਗੇ, ਕਿਉਂਕਿ ਲੋਕਾਂ ਦੇ ਘਰ ਤੱਕ ਪਹੁੰਚਣਾ ਸੋਸ਼ਲ ਮੀਡੀਆ ਦਾ ਕੰਮ ਵੱਧ ਗਿਆ। ਦੂਸਰਾ, ਇਹਦੇ ਤੋਂ ਬਾਅਦ ਹੁਣ ਲੋਕ ਅੱਗੇ ਘਰੀਆਂ ਆ ਕੇ ਕੰਮ ਕਰਾਉਂਦੇ ਸੀ, ਹੁਣ ਵਟਸਅਪ ਕਰ ਦਿੰਦੇ ਆ ਕਿ ਭਾਈ ਮੇਰਾ ਕੰਮ ਆ, ਨੇਤਾ ਜੀ ਕੀ ਹਾਲ ਚਾਲ ਹੈ, ਗੁੱਡ ਮਾਰਨਿੰਗ ਦੇ ਜਵਾਬ ਦੇਣੇ ਔਖੇ ਹੋਏ ਆ, ਸਾਡਾ ਕੰਮ ਬਹੁਤ ਵੱਧ ਗਿਆ। ਹੋਰ ਦੇਖੋ,
ਹੁਣ ਕਿਉਂਕਿ ਆ ਮੰਡੀਆਂ ਦਾ ਤੁਸੀਂ ਰੌਲਾ ਪਾ ਕੇ ਬਹਿ ਗਏ ਆ ਤੇ ਆਰਡੀਨੈਂਸਾਂ ਦਾ ਤੁਹਾਡੇ ਮੀਡੀਆ ਵਾਲਿਆਂ ਨੇ ਚੱਕਿਆ। ਅਸੀਂ ਤਾਂ ਚੁੱਪ ਕਰ ਜਾਣਾ ਸੀ ਤੇ ਦੜਬੱਟ ਜਾਣੀ ਸੀ, ਕਿਉਂਕਿ ਉਹ ਨਾ ਹੁੰਦੇ ਅਸੀਂ ਹੁੰਦੇ ਕੰਮ ਤਾਂ ਇਹ ਦੇਰ ਸਵੇਰ ਅਸੀਂ ਕਰ ਦੇਣਾ ਸੀ। ਆ ਜਦੋਂ ਦਾ ਤੁਸੀਂ ਇਹਨੂੰ ਕਹੀ ਜਾਂਦੇ ਹੋ ਨਾ ਮੀਡੀਆ ਵਾਲੇ ਕਿ ਕਿਸਾਨ ਵਿਰੋਧੀ ਹੈ ਜੀ, ਪੰਜਾਬ ਕੀ ਮੰਡੀ ਖਤਮ ਹੋ ਜਾਏਗੀ ਜੀ, ਉਹਦੇ ਤੋਂ ਬਾਅਦ ਸਾਨੂੰ ਹੁਣ ਚੀਚੀ ਨੂੰ ਖੂਨ ਲਾਉਣਾ ਪੈਂਦਾ, ਲਹੂ ਲਾਉਣਾ ਪੈਂਦਾ। ਫਿਰ ਅਸੀਂ ਪੁੱਛਦੇ ਹਾਂ ਆਪਣੇ ਪੀਏ ਨੂੰ ਟਰਿੰਗ ਫੋਨ ਕਰਕੇ, ਹਾਂ ਬਈ ਕਿੱਦਾਂ ਫਲਾਨਾ ਕੀ ਕਰਨ ਲੱਗਾ? ਉਹ ਤਾਂ ਕਹਿੰਦੇ ਜੀ ਦਿੱਲੀ ਚੱਲਿਆ। ਕਾਹਦੇ ਤੇ ਚੱਲਿਆ? ਉਹ ਤਾਂ ਟਰੈਕਟਰ ਤੇ ਚੱਲਿਆ। ਅੱਛਾ ਉਹ ਕੀ ਕਰਨ ਲੱਗਾ? ਉਹ ਤਾਂ ਜੀ MLA ਲੈ ਕੇ ਜਹਾਜ਼ ਤੇ ਚੱਲਿਆ। ਉਹ ਕੀ ਕਰਨ ਲੱਗਾ? ਉਹਨਾਂ ਨੇ ਤਾਂ ਅਸਤੀਫਾ ਦੇ ਦਿੱਤਾ। ਚਲੋ ਮੋਟਰਸਾਈਕਲ ਤਿਆਰ ਕਰੋ, ਚਲੋ ਗੱਡਿਆਂ ਤੇ ਚੱਲਦੇ ਆਂ, ਚਲੋ ਆਪਾਂ ਟਰੈਕਟਰਾਂ ਦੇ ਮਗਰ ਟਰਾਲੀਆਂ ਜੋੜਦੇ ਆਂ, ਆਪਾਂ ਹਲ ਵੀ ਮਗਰ ਰੱਖਦੇ ਆਂ, ਆਪਾਂ ਬਾਕੀਆਂ ਤੋਂ ਵੱਖਰੇ ਹੋਣੇ ਚਾਹੀਦੇ ਆ। ਹੋਰ ਦੇਖੋ ਮੈਨੇਜਮੈਂਟ ਕਰਨੀ ਪੈਂਦੀ ਆ। ਅਸੀਂ ਦਿੱਲੀ 'ਚ ਸਾਡਾ ਸਵਾਗਤ ਕੌਣ ਕਰੇਗਾ? ਮੀਰਥਲ 'ਚ ਸਵਾਗਤ ਕੌਣ ਕਰੇਗਾ? ਪਾਣੀਪਤ ਦੇ ਵਿੱਚ ਸਵਾਗਤ ਕੌਣ ਕਰੇਗਾ? ਸਾਡਾ ਕਿਤੇ ਇੱਕ ਕੰਮ ਆ, ਸਾਡੀ ਤਨਖਾਹ ਦੁੱਗਣੀ ਕਰੋ, ਤਿੱਗਣੀ ਕਰੋ। ਮੀਡੀਆ ਵਾਲਿਆਂ ਨੂੰ ਵੀ ਮੈਨੇਜ ਕਰਨਾ ਪੈਂਦਾ, ਲੋਕਾਂ ਨੂੰ ਵੀ ਮੈਨੇਜ ਕਰਨਾ ਪੈਂਦਾ, ਬਾਕੀਆਂ ਦੇ ਬਿਆਨ ਵੀ ਦੇਖਣੇ ਪੈਂਦੇ। ਛੋਟਾ ਕੰਮ ਨਹੀਂ, ਲੀਡਰ ਬਣੇ ਹੋਮੋ ਤਾਂ ਪਤਾ ਲੱਗੇ। ਨਹੀਂ ਬਿਲਕੁਲ ਸਹੀ ਬਾਟ ਸਾਹਿਬ। ਅੱਜ ਇੱਕ ਗੱਲੋਂ ਤੇ ਤੁਹਾਡਾ ਧੰਨਵਾਦ ਆ ਵੀ ਤੁਸੀਂ ਬੜੇ ਦਿਨ ਹੋ ਗਏ ਆ ਮੈਨੂੰ ਰੋਜ਼ ਆਖਦੇ ਨੇ ਵੀ ਤੁਹਾਡੀ ਵੱਡਿਆਂ ਨਾਲ ਪਹੁੰਚ ਹੈ, ਵੱਡਿਆਂ ਨਾਲ ਤੁਹਾਡੀ ਗੱਲਬਾਤ ਹੈ। ਅੱਜ ਅਖੀਰ ਬੰਦਾ ਫੜਿਆ ਗਿਆ ਨਾ ਵੀ ਕਿਹਦੀ ਪਹੁੰਚ ਹੈ ਤੇ ਕਿਹਨੂੰ ਅੰਦਰਲੀਆਂ ਗੱਲਾਂ ਦਾ ਪਤਾ ਜ਼ਿਆਦਾ। ਮੇਰਾ ਵੀ ਲਓ ਅੱਜ ਬਸ ਮੈਂ ਕਿਹਾ ਮੈਂ ਮੰਨ ਗਿਆ, ਮੇਰਾ ਵੀ ਜੀ ਕਰਦਾ ਮੈਂ ਭਾ ਦੇ ਪਾਸਕ ਹੋਵਾਂ। ਮੇਰਾ ਵੀ ਜੀ ਕਰਦਾ ਜੇ ਭਾ ਜਿਹੜਾ ਸੀਨੀਅਰ ਮੀਤ ਪ੍ਰਧਾਨ ਆ ਤਾਂ ਮੈਂ ਜੂਨੀਅਰ ਮੀਤ ਪ੍ਰਧਾਨ ਬਣਾ। ਮੇਰਾ ਵੀ ਜੀ ਕਰਦਾ ਕਦੇ ਮੇਰੀ ਐ ਫੋਟੋ ਲੱਗੇ ਭਾ ਵਾਂਗੂ। ਮੇਰਾ ਵੀ ਜੀ ਕਰਦਾ ਮੈਂ ਕਿਤੇ ਸ਼ੀਲਡ ਕਿਸੇ ਨੂੰ ਫੜਾਵਾਂ। ਅੱਛਾ WhatsApp ਚਲੋ ਆਪਾਂ ਤਨਖਾਹਾਂ ਵਾਲੇ ਪਾਸੇ ਫੇਰ ਆਉਨੇ ਆ। ਪਹਿਲਾਂ ਤਾਂ ਆਪਾਂ ਇਸ ਮੁੱਦੇ ਤੇ ਆ ਜਾਈਏ ਜਿਹੜਾ ਇਸ ਵਕਤ ਇਹ ਡਰਾਮਾ ਚੱਲਦਾ ਪਿਆ ਵੀ ਜੋ ਕੁਝ ਵੀ ਕਰਨਾ ਹੁਣ ਫਟਾਫਟ ਦਿੱਲੀ ਕਰੀਏ। ਹੁਣ ਪਹਿਲੀ ਗੱਲ ਤਾਂ ਇਹ ਆਪਾਂ ਸਮਝੀਏ ਕਿ ਭਾਵੇਂ ਉਹ ਕਾਂਗਰਸ ਪਾਰਟੀ ਆ, ਭਾਵੇਂ ਅਕਾਲੀ ਦਲ ਹੈ, ਭਾਵੇਂ ਆਮ ਆਦਮੀ ਪਾਰਟੀ ਆ, ਜਾਂ ਜਿਹੜੇ ਹੁਣ ਬੈਂਸ ਭਰਾ ਉਹ ਵੀ ਚੱਲੇ ਆ, ਜਾਂ ਜਿਹੜੇ ਹੋਰ ਵੀ ਕੋਈ ਇੱਕ ਅੱਧੀ ਧਿਰ ਰਹਿ ਗਈ ਉਹ ਵੀ ਕਹਿੰਦੇ ਆ ਕਿ ਆਪਾਂ ਹੁਣ ਦਿੱਲੀ ਜਾ ਕੇ ਤੇ ਉਸੇ ਧਰਨਾ ਪ੍ਰਦਰਸ਼ਨ ਕਰਨਾ। ਇਹ ਧਰਨੇ ਪ੍ਰਦਰਸ਼ਨ ਜਿਸ ਦਿਨ ਜੂਨ ਦੇ ਵਿੱਚ ਆਰਡੀਨੈਂਸ ਆਇਆ ਸੀ ਉਦੋਂ ਕੀਤੇ ਗਏ ਹੁੰਦੇ ਜਾਂ ਉਸ ਤੋਂ ਬਾਅਦ ਪਲਾਨ ਕੀਤੇ ਗਏ ਹੁੰਦੇ ਉਦੋਂ ਬੈਨੀਫਿਟ ਹੋਣਾ ਸੀ, ਜਾਂ ਹੁਣ ਜਦੋਂ ਸਾਰਾ ਕੰਮ ਹੋ ਗਿਆ ਤੇ ਹੁਣ ਸਿਰਫ ਤੇ ਸਿਰਫ ਫੋਟੋਆਂ ਖਿਚਾਉਣ ਦਾ ਕਰਕੇ ਹੀ ਕੀਤੇ ਜਾਣ ਇਹਦਾ ਫਾਇਦਾ? ਦੇਖੋ ਅੱਜ ਮੈਂ ਨਹੀਂ ਬੋਲਦਾ, ਮੇਰੇ ਚੋਂ ਲੀਡਰ ਬੋਲਦਾ ਹੈ। ਮੈਂ ਫੇਰ ਕਹਿਣਾ, ਤੁਸੀਂ ਬਿਲਕੁਲ ਨਹੀਂ ਘਬਰਾਉਣਾ। ਮੈਂ ਫੇਰ ਕਹਿਣਾ ਅੱਜ ਮੈਂ ਨਹੀਂ ਬੋਲਦਾ, ਮੇਰੇ ਚੋਂ ਲੀਡਰ ਬੋਲਦਾ। ਦੇਖੋ ਜੇ ਅਸੀਂ ਧਰਨੇ ਦੇ ਦਿੰਦੇ ਪਹਿਲਾਂ, ਜੇ ਅਸੀਂ ਇਕੱਠੇ ਹੋ ਕੇ ਚੱਲ ਜਾਂਦੇ ਪਹਿਲਾਂ, ਜੇ ਅਸੀਂ ਮੰਗ ਪੱਤਰ ਦਿੰਦੇ ਪਹਿਲਾਂ, ਜੇ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸ ਦਿੰਦੇ ਪਹਿਲਾਂ, ਫਿਰ ਤਾਂ ਫਾਇਦਾ ਹੋਣਾ ਸੀ ਲੋਕਾਂ ਦਾ। ਫਿਰ ਬਿੱਲ ਪਾਸ ਹੀ ਨਹੀਂ ਸੀ ਹੋਣੇ, ਜਾਂ ਕੁਛ ਹੋਰ ਹੋ ਜਾਂਦਾ, ਜਾਂ ਪਹਿਲਾਂ ਰੌਲਾ ਪੈ ਜਾਂਦਾ, ਦਬਾਅ ਪੈ ਜਾਂਦਾ। ਉਹ ਤਾਂ ਫਾਇਦਾ ਲੋਕਾਂ ਦਾ ਹੋਣਾ ਸੀ ਤੇ ਅਸੀਂ ਲੋਕਾਂ ਦੇ ਫਾਇਦੇ ਨੂੰ ਰਗੜ ਕੇ ਗੋਡੇ ਤੇ ਲਾਉਣਾ। ਹੁਣ ਫਾਇਦਾ ਹੋਊਗਾ ਸਾਡਾ। ਹੁਣ ਲੋਕ ਸੜਕ ਨਹੀਂ ਪੁੱਛਦੇ ਬਣੀ ਕਿ ਨਹੀਂ ਬਣੀ। ਕਿਸੇ ਨੇ ਉਦਣ ਦਾ ਪੁੱਛਿਆ ਕਿ ਮਾਸਟਰ ਸਕੂਲ 'ਚ ਰੱਖੇ ਕਿ ਨਹੀਂ ਰੱਖੇ। ਕਿਸੇ ਨੇ ਉਦਣ ਦਾ ਪੁੱਛਿਆ ਕਿ ਬੁਢਾਪਾ ਪੈਨਸ਼ਨ ਲੇਟ ਹੈ ਕਿ ਨਹੀਂ ਲੇਟ। ਕਿਸੇ ਨੇ ਉਦਣ ਦਾ ਪੁੱਛਿਆ ਕਿ ਕਰੋਨਾ ਦੇ ਕਰਕੇ ਸਮਾਨ ਕਿੱਧਰਲੇ ਪਾਸੇ ਚਲੇ ਗਿਆ। ਕਿਸੇ ਨੇ ਉਦਣ ਦਾ ਪੁੱਛਿਆ ਕਿ ਸਿੰਚਾਈ ਘਟਾਲੇ ਦਾ ਕੀ ਬਣਿਆ। ਕਿਸੇ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਦਾ ਚੇਤਾ ਕਿ ਜਾਂਚ ਹੋਈ ਕਿ ਨਹੀਂ ਹੋਈ। ਕਿਸੇ ਨੂੰ ਚੇਤਾ ਕਿ ਪੰਜਾਬ ਦੀਆਂ ਸੜਕਾਂ ਤੇ ਚਿੱਟਾ ਹਰਲ ਕਰਦਾ ਕਿੱਥੇ ਫਿਰਦਾ। ਕੁਛ ਨਹੀਂ ਚੇਤਾ। ਇੱਕ ਤਾਂ ਅਸੀਂ ਲੋਕ ਮੁੱਦਿਆਂ ਤੋਂ ਭਜਾਤੇ, ਦੂਜਾ ਅਸੀਂ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਵੀ ਬਣ ਗਿਆ ਕਿ ਭਾਈ ਅਸੀਂ ਠੋਕ ਕੇ ਵਿਰੋਧ ਕੀਤਾ, ਤੀਜਾ ਕਾਨੂੰਨ ਵੀ ਬਣ ਦਿੱਤਾ। ਹੁਣ ਫਾਇਦਾ ਸਾਡਾ ਹੈ। ਅਸੀਂ ਜਨਤਾ ਜਨਾਰਦਨ ਦਾ ਫਾਇਦਾ ਥੋੜੀ ਕਰਨਾ। ਜਨਤਾ ਦਾ ਫਾਇਦਾ ਹੋ ਗਿਆ, ਕੱਲ ਨੂੰ ਸਵਾਲ ਕਰਨਗੇ, ਅਸੀਂ ਜਵਾਬ ਕਿੱਥੋਂ ਦੇਣੇ ਆ? ਦੇਖੋ ਇਹ ਗੱਲ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਈ ਲੀਡਰ ਸਾਹਿਬ। ਦੇਖੋ ਇੱਕ ਗੱਲ ਤਾਂ ਹੈਗੀ, ਇੱਕ ਗੱਲੋਂ ਮੈਂ ਤੁਹਾਡਾ ਫੈਨ ਆ ਕਿ ਮਤਲਬ ਕਿਹਾ ਜਾਂਦਾ ਕਿ ਵੀ ਬਾਲੀਵੁੱਡ ਇੰਡਸਟਰੀ ਬਹੁਤ ਵਧੀਆ, ਜਿੱਥੇ ਬਹੁਤ ਵੱਡੇ ਵੱਡੇ ਐਕਟਰ ਨੇ, ਕਲਾਕਾਰ ਨੇ। ਇਹ ਵੀ ਕਿਹਾ ਜਾਂਦਾ ਵੀ ਜਿਹੜੇ ਥੀਏਟਰ ਆਰਟਿਸਟ ਨੇ ਉਹ ਵੀ ਬਹੁਤ ਕਮਾਲ ਬੈਠੇ ਨੇ ਇਸ ਦੇਸ਼ ਦੇ ਵਿੱਚ, ਤੇ ਜਿਹੜਾ ਥੀਏਟਰ ਨੂੰ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਕਿਉਂਕਿ ਡਰਾਮਾ ਬਹੁਤ ਵਧੀਆ ਕਰਦੇ ਆ। ਇੱਕ ਫਿਲਮੀ ਕਲਾਕਾਰਾਂ ਤੋਂ ਬਾਅਦ ਟੀਵੀ ਇੰਡਸਟਰੀ ਵੀ ਹੈ, ਉਹਦਾ ਵੀ ਬੜਾ ਜ਼ਿਕਰ ਆਉਂਦਾ ਵੀ ਫਲਾਨਾ ਕਲਾਕਾਰ ਤੇ ਕਿਆ ਯਾਰ ਉਹਦੀ ਫੈਨ ਫੋਲੋਇੰਗ ਹੈ, ਕਿਆ ਉਹ ਅਦਾਕਾਰੀ ਕਰਦਾ। ਪਰ ਮੈਨੂੰ ਲੱਗਦਾ ਵੀ ਇਹਨਾਂ ਸਾਰਿਆਂ ਨੂੰ ਪਿੱਛੇ ਛੱਡ ਕੇ ਜੇ ਕੋਈ ਇਸ ਵਕਤ ਸਭ ਤੋਂ ਵੱਧ ਅੱਗੇ ਚੱਲ ਰਹੀ ਹੈ ਕੌਮ, ਤੇ ਉਹ ਲੀਡਰਾਂ ਦੀ ਹੈ ਇੱਕ ਤਰ੍ਹਾਂ ਨਾਲ। ਕਿਉਂਕਿ ਜਿੰਨੇ ਡਰਾਮੇ ਉਹ ਕਰਦੇ ਆ, ਜਾਂ ਜਿੱਦਾਂ ਤੁਸੀਂ ਦੱਸਿਆ ਵੀ ਆਲਰੇਡੀ ਸਾਰਾ ਕੁਝ ਪਲੈਨਡ ਹੁੰਦਾ, ਉਹ ਤਾਂ ਫਿਰ ਮੇਰੇ ਖਿਆਲ ਨਾਲ ਬਾਲੀਵੁੱਡ ਵਾਲੇ ਤੇ ਫਿਰ ਆਪਣੇ ਸਟੂਡੀਓ ਨੂੰ ਜਿੰਦਰੇ ਮਾਰ ਦੇਣ। ਹੈ ਕੀ ਕਹਿੰਦੇ ਜੀ? ਨਹੀਂ, ਉਹ ਤਾਂ ਪਾਸਕ ਵੀ ਨਹੀਂ ਲੀਡਰਾਂ ਦੇ। ਉਹ ਤਾਂ ਕਲਾਕਾਰ ਹੈ ਹੀ ਨਹੀਂ। ਕਲਾਕਾਰ ਤੇ ਇਹ ਆ ਕੋਈ ਟੇਕ ਹੀ ਨਹੀਂ ਲੈਂਦੇ। ਤੁਸੀਂ ਇਹ ਦੇਖੋ, ਕੋਈ ਟੇਕ ਨਹੀਂ, ਕੋਈ ਸਕ੍ਰਿਪਟ ਨਹੀਂ, ਕੋਈ ਉਹਨਾਂ ਨੂੰ ਕੱਟ ਵੱਢ ਕਰਨ ਦੀ ਲੋੜ ਨਹੀਂ, ਕੋਈ ਇਹ ਕਹਿਣ ਦੀ ਲੋੜ ਨਹੀਂ ਕਿ ਭਾਈ ਲਾਈਟ ਇੱਥੇ ਲਾਓ ਜਾਂ ਲਾਈਟ ਉੱਥੇ ਲਾਓ। ਉਹਨਾਂ ਨੂੰ ਚਾਹੇ ਤੁਸੀਂ ਦਰੀ ਤੇ ਬਿਠਾ ਦਿਓ, ਉਹਨਾਂ ਨੇ ਨਾਟਕ ਕਰਨਾ ਹੈ। ਉਹਨਾਂ ਨੂੰ ਤੁਸੀਂ ਸਟੇਜ ਤੇ ਚਾੜ ਦਿਓ, ਉਹਨਾਂ ਨੇ ਨਾਟਕ ਕਰਨਾ ਹੈ। ਤੁਸੀਂ ਉਹਨਾਂ ਨੂੰ ਮਾਰਚ ਦੇ ਵਿੱਚ ਖੜੇ ਕਰ ਲਓ, ਉਹਨਾਂ ਨਾਟਕ ਕਰਨਾ ਹੈ। ਤੁਸੀਂ ਉਹਨਾਂ ਨੂੰ ਸੰਸਦ ਦੇ ਵਿੱਚ ਖੜੇ ਕਰ ਲਓ, ਉਹਨਾਂ ਨਾਟਕ ਕਰਨਾ। ਜਾਣੀ ਕਲਾਕਾਰ ਹੋਵੇ ਤਾਂ ਇਦਾਂ ਦਾ ਜਿਹੜਾ ਬੇਸ਼ ਜਵੇ, ਬਸ ਐਨ ਜਿੱਥੇ ਖੜਾ ਕਰ ਦੋਗੇ ਉਸੇ ਵੇਲੇ ਨਾਟਕ ਕਰਨਾ। ਮੈਂ ਕਹਿੰਦਾ ਚੰਗਾ ਹੋਇਆ
ਔਸਕਰ ਵਾਲਿਆਂ ਨੂੰ ਕਿਤੇ ਪਤਾ ਨਹੀਂ ਲੱਗ ਗਿਆ, ਜੇ ਕਿਤੇ ਉਹ ਕਲਾਕਾਰੀ ਵਾਲੇ ਖੇਤਰ ਦੇ ਵਿੱਚ ਵੀ ਕੋਈ ਇਨਾਮ ਨੂੰ ਦਿੰਦੇ ਹੁੰਦੇ ਤਾਂ ਲੀਡਰਾਂ ਨੂੰ ਸ਼ਾਮਲ ਕਰ ਲੈਂਦੇ, ਕੋਈ ਨੇੜੇ ਨਹੀਂ ਲੱਗਣ ਦੇਣਾ ਸੀ। ਆ ਜਿੱਦਾਂ ਇੱਕ ਉਹ ਤੈਰਾਕੀ ਦੇ ਵਿੱਚ ਪਤਾ ਨਹੀਂ ਉਹ ਫਿਲਿਪਸ ਜਿਹਾ ਹੁੰਦਾ ਸੀ ਬੰਦਾ, ਉਹਨੇ ਕੋਈ ਲਾਗੇ ਹਰ ਓਲੰਪਿਕ ਦੇ ਵਿੱਚ ਉਹੀ ਜਿੱਤ ਜਾ, ਹਰ 'ਚ ਉਹੀ ਜਿੱਤ ਜਾ, ਸਾਡੇ ਲੀਡਰਾਂ ਨੇ ਵੀ ਰਿਕਾਰਡ ਬਣਾਉਣੇ ਸੀ ਫਿਰ। ਅੱਛਾ ਬਾਠ ਸਾਹਿਬ, ਜੇ ਲੀਡਰਾਂ ਦੀ ਗੱਲ ਚੱਲੀ ਆ ਤੇ ਦੋ ਪੋਲੀਟੀਕਲ ਪਾਰਟੀਆਂ ਇਸ ਵਕਤ ਮੁੱਖ ਨੇ ਪੰਜਾਬ ਦੇ ਵਿੱਚ। ਇੱਕ ਤਾਂ ਸੀ ਸ਼੍ਰੋਮਣੀ ਅਕਾਲੀ ਦਲ ਸੀ, ਮੈਂ ਤਾਂ ਵਰਡ ਲਾਇਆ ਕਿਉਂਕਿ ਪਹਿਲਾਂ ਨਿਸ਼ਾਨੇ ਤੇ ਉਹ ਸੀਗੇ। ਦੂਸਰੀ ਹੈ ਕਾਂਗਰਸ ਪਾਰਟੀ ਜਿਹੜੀ ਕਿ ਇਸ ਵਕਤ ਰਾਜ ਕਰਦੀ ਪਈ ਆ ਪੰਜਾਬ ਦੇ ਵਿੱਚ। ਹੁਣ ਗਾਂ ਕਣਕ ਝੋਨਾ ਜਿਹੜਾ ਹੈ ਉਹ 2022 ਤੱਕ ਜੋ ਚੱਕਿਆ ਜਾਣਾ ਜਾਂ ਨਹੀਂ ਚੱਕਿਆ ਜਾਣਾ, ਉਹ ਸਾਰੇ ਕੁਛ ਦਾ ਭਾਂਡਾ ਜਿਹੜਾ ਹੈ ਉਹ ਕਾਂਗਰਸ ਪਾਰਟੀ ਦੇ ਸਿਰ ਭੱਜਣਾ, ਕਿਉਂਕਿ ਹਰੇਕ ਨੇ ਕਹਿਣਾ ਦੇਖਿਆ ਜੀ ਕੈਪਟਨ ਨੇ ਤੁਹਾਡੀ ਜਿਣਸ ਨਹੀਂ ਚੱਕੀ, ਉਦੋਂ ਵਿਰੋਧੀਆਂ ਨੇ ਦੂਸਰੇ ਹਿਸਾਬ ਨਾਲ ਐਂਗਲ ਫੜ ਲੈਣਾ। ਹੁਣ ਮੈਂ ਚਾਹੁੰਦਾ ਆਪਾਂ ਇਹਨਾਂ ਦੋਨਾਂ ਪਾਰਟੀਆਂ ਦੇ ਇਸ ਵਕਤ ਹੁਣ ਦੀ ਸਥਿਤੀ ਦੇ ਹਿਸਾਬ ਨਾਲ ਗੱਲਬਾਤ ਕਰ ਲਈ। ਇੱਕ ਤਾਂ ਹੋ ਗਿਆ ਸ਼੍ਰੋਮਣੀ ਅਕਾਲੀ ਦਲ, ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਆਹ ਦੇਖੋ ਜੀ ਅਸੀਂ ਕੁਰਸੀ ਛੱਡਤੀ, ਠੀਕ ਹੈ ਬਹੁਤ ਵੱਡੀ ਕੁਰਸੀ ਸੀ ਤੁਸੀਂ ਛੱਡ ਦਿੱਤੀ, ਵਧੀਆ ਗੱਲ ਹੈ, ਪਰ ਉਸ ਕੁਰਸੀ ਛੱਡਣ ਨੂੰ ਹੁਣ ਲੋਕਾਂ 'ਚ ਭੁਨਾਇਆ ਕਿਵੇਂ ਜਾਵੇ ਉਸ ਮੁੱਦੇ ਨੂੰ, ਇਸ ਚੀਜ਼ ਦਾ ਫਿਕਰ ਵੀ ਨਜ਼ਰ ਆਉਂਦਾ ਕਿਤੇ ਨਾ ਕਿਤੇ। ਨਹੀਂ ਦੇਖੋ ਸਾਰੇ ਪਾਸੇ ਹੀ ਆ, ਉਹ ਤਾਂ ਗੱਲ ਜਿਹੜੀ ਚੱਲਣੀ ਆ, ਜਦੋਂ ਹੁਣ ਅਸੀਂ ਉਹ ਕੰਮ ਕਰ ਹੀ ਦਿੱਤਾ ਤੇ ਅਗਲੇ ਪਾਸੇ ਨੂੰ ਗੱਲ ਤੁਰੂਗੀ। ਦੇਖੋ ਅਕਾਲੀ ਦਲ ਦੇ ਪਿੰਡ ਵਰਕਰ ਆ, ਕਾਂਗਰਸ ਦੇ ਪਿੰਡ ਵਰਕਰ ਆ, ਆਮ ਆਦਮੀ ਪਾਰਟੀ ਦੇ ਵੀ ਬਹੁਤੇ ਪਿੰਡਾਂ 'ਚ ਵਰਕਰ ਹੈਗੇ ਆ, ਬਾਕੀ ਧਿਰਾਂ ਛੋਟੀਆਂ, ਭਾਵੇਂ ਬੀਜੇਪੀ ਹੈ ਭਾਵੇਂ ਕੋਈ ਹੋਰ ਧਿਰ ਹੈ। ਹੁਣ ਇਸ ਲਈ ਲੜਾਈ ਇਹ ਨਹੀਂ ਹੈਗੀ ਕਿ ਪੰਜਾਬ ਹਾਰਿਆ ਕਿ ਨਹੀਂ ਹਾਰਿਆ, ਲੜਾਈ ਇਹ ਨਹੀਂ ਹੈਗੀ ਕਿ ਪੰਜਾਬ ਕਿਹਦੇ ਕਰਕੇ ਹਾਰਿਆ। ਸਾਰੀ ਦੀ ਸਾਰੀ ਸਿਆਸਤ ਤਾਂ ਇਸੇ ਗੱਲ ਤੇ ਚੱਲਦੀ ਹੈ ਕਿ ਲੋਕਾਂ ਦੇ ਕੋਲ ਆਪਣੀ ਗੱਲ ਪਹਿਲਾਂ ਕੌਣ ਪਹੁੰਚਾ ਦੂਗਾ। ਜਿਹਦੇ ਵਰਕਰ ਲੋਕਾਂ ਦੇ ਕੋਲੇ ਪਹਿਲਾਂ ਗੱਲ ਲੈ ਜਾਣਗੇ, ਜਿਹਦੇ ਵਰਕਰ ਸੋਸ਼ਲ ਮੀਡੀਆ ਤੇ ਵੱਧ ਰੌਲਾ ਪਾ ਦੇਣਗੇ, ਜਿਹਦੇ ਵਰਕਰ ਬਾਰ-ਬਾਰ ਜਾ ਕੇ ਲੋਕਾਂ ਨੂੰ ਕਹਿਣਗੇ ਸਾਡੇ ਬੰਦਿਆਂ ਨੇ ਤਾਂ ਆਹ ਕੀਤਾ ਹੈ, ਤੁਹਾਡਿਆਂ ਨੇ ਕੱਖ ਨਹੀਂ ਕੀਤਾ, ਪੰਜਾਬ ਦੇ ਵਿੱਚ ਤੂਤੀ ਜਿਹੜੀ ਹੈ ਉਹਦੀ ਬੋਲਣੀ ਹੈ। ਹੁਣ ਤੁਸੀਂ ਦੇਖੋ ਕਮਾਲ ਦੀ ਗੱਲ, ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਆਉਂਦਾ ਹੈ ਤੇ ਉਸ ਖੇਤਰੀ ਪਾਰਟੀ ਦਾ ਜ਼ਿਕਰ ਆਉਂਦਾ ਹੈ ਜਿਹੜੀ ਕਿ ਕਾਂਗਰਸ ਤੋਂ ਬਾਅਦ ਬਹੁਤ ਪੁਰਾਣੀ ਪਾਰਟੀ ਹੈ ਦੇਸ਼ ਦੀ। ਜਦੋਂ ਅਕਾਲੀ ਦਲ ਦਾ ਜ਼ਿਕਰ ਆਉਂਦਾ ਤਾਂ ਗੁਰਦੁਆਰਾ ਸੁਧਾਰ ਲਹਿਰ ਦਾ ਜ਼ਿਕਰ ਆਉਂਦਾ ਹੈ। ਅਕਾਲੀ ਦਲ ਦੇ ਨਾਲ ਆਜ਼ਾਦੀ ਲਹਿਰ ਜੁੜਦੀ ਹੈ, ਉਹਦੇ ਤੋਂ ਬਾਅਦ ਪੰਜਾਬੀ ਸੂਬੇ ਦਾ ਮੋਰਚਾ ਜੁੜਦਾ ਹੈ, ਕਿਸਾਨੀ ਦੇ ਵੱਖ-ਵੱਖ ਘੋਲ ਜੁੜਦੇ ਆ, ਪਰ ਸਭ ਤੋਂ ਵੱਡੀ ਗੱਲ ਉਹ ਸੀ ਸੰਘੀ ਢਾਂਚਾ, ਫੈਡਰਲ ਢਾਂਚਾ, ਸੂਬਿਆਂ ਦੇ ਵੱਧ ਅਧਿਕਾਰ। ਅਕਾਲੀ ਦਲ ਭੋਰਾ ਕੁ ਵੈਸੇ ਲੇਟ ਹੋਇਆ ਅਸਤੀਫਾ ਦੇਣ ਦੇ ਵਿੱਚ, ਅਸਤੀਫਾ ਦਿਵਾਉਣ ਦੇ ਵਿੱਚ ਜਾਂ ਗੱਠਜੋੜ ਤੋੜਨ ਦੇ ਵਿੱਚ। ਜੇ ਕਿਤੇ ਜਦੋਂ ਜੰਮੂ ਕਸ਼ਮੀਰ ਦੋ ਹਿੱਸਿਆਂ 'ਚ ਦੋ ਟੁਕੜਿਆਂ 'ਚ ਵੰਡਿਆ ਸੀ, ਜਾਂ ਜਦੋਂ ਨਾਗਰਿਕਤਾ ਸੋਧ ਕਾਨੂੰਨ ਦਾ ਮੁੱਦਾ ਉਛਲਿਆ ਸੀ, ਜੇ ਸੰਧਾਲੀਆ ਸਾਹਿਬ ਕਿਤੇ ਸਟੈਪ ਇਹ ਉਦੋਂ ਲੈ ਜਾਂਦੇ ਨਾ ਤਾਂ ਫਿਰ ਹੋਰ ਵੀ ਕਮਾਲਾਂ ਜਿਹੜੀਆਂ ਹੋ ਜਾਣੀਆਂ ਸੀ। ਬਾਕੀ ਅਕਾਲੀ ਦਲ ਇਸ ਵੇਲੇ ਥੋੜਾ ਪੈਰਾਂ ਸਿਰ ਹੋਣ ਨੂੰ ਫਿਰਦਾ, ਜਿੰਨੇ ਕੁ ਘਾਟੇ ਵਾਧੇ ਪਿਛਲੇ ਸਮੇਂ ਦੇ ਵਿੱਚ ਹੋਏ ਸੀ ਉਹਨਾਂ ਦੇ ਵਰਕਰਾਂ ਨੂੰ ਮੁੱਦਾ ਲੱਭ ਪਿਆ, ਲੀਡਰ ਮਾਨ ਸਨਮਾਨ ਕਰਨ ਲੱਗ ਪਏ ਆ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਅਕਾਲੀ ਦਲ ਵੱਲੋਂ ਕਿਸੇ ਨਾ ਕਿਸੇ ਮੋਰਚੇ ਦਾ ਐਲਾਨ ਹੋ ਜਾਵੇ। ਕੋਈ ਵੱਡੀ ਗੱਲ ਨਹੀਂ। ਤਾਂ ਜੇ ਕੋਈ ਕਹੇ ਕਿ ਭਾਈ ਅਕਾਲੀ ਦਲ ਦੇ ਮੋਰਚੇ 'ਚ ਕੌਣ ਜਾਊਗਾ, ਭਾਈ ਅਗਲਿਆਂ ਦੇ ਕੋਲੇ ਪੰਜਾਬ ਦੇ ਹਰ ਪਿੰਡ 'ਚ ਢਾਂਚਾ, ਜੇ ਉਹ 50 ਪਿੰਡਾਂ ਦੀ ਵੀ ਰੋਜ਼ ਡਿਊਟੀ ਲਾ ਦੇਣਗੇ ਨਾ ਕਿ ਭਾਈ ਤੁਸੀਂ ਆਉਣਾ ਹੈ, ਉਹ ਭਾਵੇਂ ਮੋਰਚਾ ਸਾਲ ਚਲਾ ਲੈਣ। ਤੇ ਮੋਰਚੇ 'ਚ ਇਦਾਂ ਥੋੜੀ ਹੁੰਦਾ ਲੱਖ ਬੰਦਾ ਇਕੱਠਾ ਕਰਨਾ ਹੈ, ਮੋਰਚੇ ਦਾ ਮੁੱਦਾ ਤਾਂ ਹੁੰਦਾ ਭਾਵੇਂ 100 ਬੰਦਾ ਰੋਜ਼ ਜਾਵੇ, ਕੰਮ ਚੱਲੀ ਜਾਵੇ। ਇਹ ਗੱਲ ਬਿਲਕੁਲ ਸਹੀ ਆ ਤੁਹਾਡੀ ਬਾਠ ਸਾਹਿਬ, ਪਰ ਇੱਕ ਚੀਜ਼ ਇਹਦੇ 'ਚ ਮੈਨੂੰ ਜੋ ਲੱਗਦੀ ਆ ਉਹ ਇਹ ਲੱਗਦੀ ਆ ਕਿ ਵੀ ਅਕਾਲੀ ਦਲ ਦੇ ਲਈ ਇਸ ਵਕਤ ਜਿਹੜੀ ਆਪਣੀ ਸਥਿਤੀ ਹੈ ਨਾ ਉਹਨੂੰ ਮਜ਼ਬੂਤ ਕਰਨ ਦੇ ਲਈ ਇੱਕ ਹੋਰ ਐਂਗਲ ਵੀ ਹੈਗਾ। ਉਹ ਐਂਗਲ ਇਹ ਹੈ ਕਿ ਜੇ ਮੈਂ ਗਲਤ ਨਾ ਹੋਵਾਂ ਤੇ ਆਹ ਜਿਹੜਾ ਸਾਲ ਚੱਲ ਰਿਹਾ ਇਹ ਸੈਂਚੁਰੀ ਵਾਲਾ ਸਾਲ ਚੱਲ ਰਿਹਾ ਕਿ 100 ਸਾਲ ਅਕਾਲੀ ਦਲ ਨੂੰ ਪੂਰੇ ਹੋ ਗਏ। ਹੁਣ ਜਦੋਂ ਸੈਂਚੁਰੀ ਆਪਾਂ ਕ੍ਰਿਕਟ ਦੇ ਤੋਂ ਇਹ ਵਰਡ ਚੱਕਿਆ ਜਾਂਦਾ, ਜਦੋਂ ਕਿਸੇ ਕ੍ਰਿਕਟਰ ਦੀ ਜਾਂ ਬੈਟਸਮੈਨ ਦੀ ਸੈਂਚੁਰੀ ਪੂਰੀ ਹੁੰਦੀ ਹੈ ਤੇ ਉਦੋਂ ਉਹ ਵੀ ਐਨ ਪੂਰੇ ਸਟੇਡੀਅਮ ਨੂੰ ਦਿਖਾਉਂਦਾ ਵੀ ਆਹ ਦੇਖੋ ਜੀ ਮੈਂ ਹੀ ਹਾਂ, ਕੈਮਰੇ ਵੀ ਸਾਰੇ ਉਹਦੇ 'ਤੇ ਕੇਂਦਰਿਤ ਹੁੰਦੇ ਆ। ਤੇ ਇਸ ਵਕਤ ਜਦੋਂ ਇੱਕ ਮੁੱਦਾ ਹੈ, ਮੌਕਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਚਾਹੇ ਉਹ ਵਿਰੋਧੀਆਂ ਦੇ ਭੰਡਣ ਦੀ ਗੱਲ ਕਰ ਲਓ ਜਾਂ ਅਕਾਲੀ ਦਲ ਖੁਦ ਨਹੀਂ ਪਹੁੰਚ ਸਕਿਆ ਜਾਂ ਅਕਾਲੀ ਦਲ ਦੇ ਕੁਝ ਕੰਮ ਐਸੇ ਰਹੇ ਜਿਹਦੇ ਤੋਂ ਲੋਕਾਂ ਦੇ ਵਿੱਚ ਵੀ ਵਿਸ਼ਵਾਸ ਚਲਾ ਗਿਆ ਕਿ ਨਹੀਂ ਯਾਰ ਅਕਾਲੀ ਦਲ ਨੂੰ ਵੀ ਹੁਣ ਸਾਡਾ ਫਿਕਰ ਨਹੀਂ ਹੈਗਾ, ਤਾਂ ਜੇ ਉਹ ਮੋੜਾ ਕੱਟ ਲਿਆ, ਜੇ ਉਹ ਇਸ ਵਕਤ ਉੱਥੇ ਆ ਗਏ ਨੇ ਵੀ ਆਹ ਦੇਖੋ ਜੀ ਅਸੀਂ ਲੱਤ ਤੁਹਾਡੇ ਲਈ ਕੱਢ ਦਿੱਤੀ ਆ, ਤੇ ਆਹ ਸਾਲ ਮੇਰੇ ਖਿਆਲ ਨਾਲ ਇੱਕ ਤਰ੍ਹਾਂ ਨਾਲ ਜਿੱਦਾਂ ਕਹਿੰਦੇ ਵੀ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ ਵੀ ਦੁਬਾਰਾ ਅਕਾਲੀ ਦਲ ਰਿਵਾਈਵ ਹੋਇਆ ਸੀ। ਭਾਈ ਆਹ ਦੇਖੋ ਕਿ ਅਸੀਂ ਲੋਕਾਂ ਦੇ ਨਾਲ ਖੜਨ ਵਾਲੇ ਲੋਕ ਹਾਂ। ਸਾਨੂੰ ਲੱਗਦਾ ਨਹੀਂ ਵੀ ਉਹ ਵੀ ਇੱਕ ਮੁੱਦਾ ਹੈ ਜਿਸ ਮੁੱਦੇ ਨੂੰ ਜਾਂ ਜਿਸ ਐਂਗਲ ਨੂੰ ਉਭਾਰਿਆ ਜਾ ਸਕਦਾ। ਦੇਖੋ ਕਰੋ ਤੇ ਮਰੋ ਵਾਲੀ ਸਥਿਤੀ ਹੁੰਦੀ ਹੈ। ਜਦੋਂ ਬੋਰਡ ਦੇ ਪੇਪਰ ਆਉਂਦੇ ਆ ਨਾ ਤਾਂ ਘਰ ਦੇ ਅਪ੍ਰੈਲ ਮਹੀਨੇ ਤੋਂ ਹੀ ਕਹਿਣ ਲੱਗ ਪੈਂਦੇ ਹੁੰਦੇ ਐਤਕੀ ਨਹੀਂ, ਖੇਡਣ ਦਾ ਟਾਈਮ ਘੱਟ ਕਰ ਦੇਣਾ, ਐਤਕੀ ਪੜ੍ਹਨਾ ਪਊਗਾ, ਟਿਊਸ਼ਨ ਰੱਖਣੀ ਟਿਊਸ਼ਨ ਰੱਖ ਲਾ। ਬਿਲਕੁਲ ਨਹੀਂ। ਮਾਮੇ ਦੇ ਮੁੰਡੇ ਦਾ ਵਿਆਹ ਆ ਤਾਂ ਬਰਾਤ ਵਾਲੇ ਦਿਨ ਜਾਣਾ ਹੈ, ਉੱਦਾਂ ਨਹੀਂ ਜਾਣਾ, ਬੋਰਡ ਦੇ ਪੇਪਰ ਆ। ਅਕਾਲੀ ਦਲ ਦੇ ਬੋਰਡ ਦੇ ਪੇਪਰ ਨੇ ਜੀ ਐਤਕੀ। ਕਾਰਨ ਮੈਂ ਦੱਸਦਾ। ਸੁਖਦੇਵ ਸਿੰਘ ਢੀਂਡਸਾ ਸਾਹਿਬ ਅੱਡ ਹੋਏ, ਲੋਕਾਂ ਨੂੰ ਲੱਗਦਾ ਸੀ ਕਿ ਫੱਟੀ ਪੋਚੀ ਗਈ। ਅਕਾਲੀ ਦਲ ਟਕਸਾਲੀ ਬਣਿਆ, ਬ੍ਰਹਮਪੁਰਾ ਸਾਹਿਬ, ਅਜਨਾਲਾ ਸਾਹਿਬ, ਸੇਖਵਾਂ ਸਾਹਿਬ ਅੱਡ ਹੋਏ, ਲੋਕਾਂ ਨੂੰ ਲੱਗਦਾ ਸੀ ਕਿ ਮਾਝੇ ਦੇ ਵਿੱਚੋਂ ਸਫਾਇਆ ਹੋ ਜਾਊ।
ਉਹਦੇ ਤੋਂ ਬਾਅਦ ਜਦੋਂ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸੀਟ ਇੱਕ ਵੀ ਨਾ ਮਿਲੀ ਤੇ ਭਾਰਤੀ ਜਨਤਾ ਪਾਰਟੀ ਵਾਲੇ ਨੇ ਆਪੇ ਹੀ ਚੋਣ ਲੜੀ, ਇਹਨਾਂ ਨੂੰ ਬਾਹਰੋਂ ਰਹਿ ਕੇ ਸਮਰਥਨ ਦੇਣਾ ਪਿਆ। ਲੋਕਾਂ ਨੂੰ ਲੱਗਦਾ ਸੀ ਕਮਜ਼ੋਰੀ ਸਿਆਸੀ ਤੌਰ ਤੇ ਆ ਗਈ। ਜਦੋਂ ਮਨਜੀਤ ਸਿੰਘ ਜੀਕੇ ਅੱਡ ਹੋਇਆ ਤੇ ਲੋਕਾਂ ਦਾ ਥੋੜਾ ਥੋੜਾ ਮਿਲਣ ਲੱਗਾ ਉਹਨਾਂ ਨੂੰ ਸਮਰਥਨ, ਲੱਗਦਾ ਸੀ ਕਿ ਕੰਮ ਖਰਾਬ ਹੋ ਜਾਣਾ। ਇਹਦੇ ਤੋਂ ਇਲਾਵਾ ਕਈ ਅਕਾਲੀ ਦਲ ਦੇ ਅੰਦਰ ਹੋਰ ਵੀ ਲੀਡਰ ਸੀ ਜਿਹੜੇ ਕਹਿੰਦੇ ਸੀ ਕਿ ਭਾਈ ਸਾਨੂੰ ਥੋੜਾ ਬਹੁਤ ਹੁਣ ਬਚ ਕੇ ਚੱਲਣਾ ਪਊਗਾ। ਵੱਡੇ ਬਾਦਲ ਸਾਹਿਬ ਦੀ ਸਿਹਤ ਬਹੁਤੀ ਠੀਕ ਨਹੀਂ। ਸੁਖਬੀਰ ਸਿੰਘ ਬਾਦਲ ਸਾਹਿਬ ਦੀ ਅਕਾਲੀ ਦਲ ਦੇ ਉੱਤੇ ਪੂਰੀ ਪਕੜ ਹੈ। ਲੋਕਾਂ ਨੂੰ ਲੱਗਦਾ ਸੀ ਕਿ ਵੱਡੇ ਬਾਦਲ ਸਾਹਿਬ ਵਾਂਗੂ ਸ਼ਾਇਦ ਮੈਨੇਜਮੈਂਟ ਔਖੀ ਹੋ ਜਾਏ। ਇਹਨਾਂ ਸਾਰੇ ਮੁੱਦਿਆਂ ਤੇ, ਪੰਥਕ ਮੁੱਦਿਆਂ ਤੇ, ਕਿਸਾਨਾਂ ਦੇ ਮੁੱਦਿਆਂ ਤੇ, ਫੈਡਰਲ ਢਾਂਚੇ ਤੋਂ ਥੋੜਾ ਜਿਹਾ ਖਿਸਕਣ ਦੀ ਕਨਸੋ ਮਿਲਣ ਤੇ ਸੱਚੀ ਲੱਗਦਾ ਸੀ ਕਿ ਅਕਾਲੀ ਦਲ ਦੇ ਲਈ ਔਖਾ ਹੋ ਜਾਊ। ਜਦੋਂ ਇਹ ਕਿਹਾ ਜਾਂਦਾ ਸੀ ਨਹੀਂ ਜੀ ਬੀਜੇਪੀ ਦੇ ਪਿੱਛੇ ਲੱਗ ਗਏ, ਨਹੀਂ ਜੀ ਬੀਜੇਪੀ ਜੋ ਕਹਿੰਦੀ ਉਹ ਹੁੰਦਾ, ਪਰ ਇੱਕ ਅਸਤੀਫੇ ਤੋਂ ਬਾਅਦ ਅਕਾਲੀ ਦਲ, ਮੈਂ ਨਹੀਂ ਕਹਿੰਦਾ ਲੋਕਾਂ ਦੇ ਪੱਖ ਤੋਂ, ਪਰ ਅਕਾਲੀ ਦਲ ਸਿਆਸੀ ਤੌਰ ਦੇ ਉੱਤੇ ਜ਼ਰੂਰ ਇਸ ਵੇਲੇ ਮੋੜਾ ਕੱਟਣ ਵੱਲ ਵੱਧ ਰਿਹਾ। ਬਾਕੀ ਲੋਕਾਂ ਨੇ ਫੈਸਲਾ ਕਰਨਾ ਕਿ ਉਹ ਕੀ ਮੰਨਦੇ ਆ। ਇਹ ਮੋੜਾ ਕੱਟਣ ਵਾਲੀ ਗੱਲ ਇਸ ਕਰਕੇ ਵੀ ਲੱਗਦੀ ਆ ਕਿ ਤੁਸੀਂ ਦੇਖੋ ਕਿ ਜਦੋਂ ਤੋਂ ਤਾਂ ਇਹ ਕੰਮ ਚੱਲ ਰਿਹਾ ਸੀ ਕਿ ਪੰਜਾਬ ਦੇ ਵਿੱਚ ਅੱਛਾ ਆਹ ਵਾਲਾ ਠੀਕਰਾ ਭੰਨਣਾ, ਚੱਲ ਅਕਾਲੀਆਂ ਦੇ ਸਿਰ ਤੇ, 10 ਸਾਲ ਰਾਜ ਕੀਤਾ, ਚੱਲ ਅਕਾਲੀਆਂ ਦੇ ਸਿਰ ਤੇ। ਇਹ ਸਾਰੇ ਕੁਝ ਦੇ ਵਿੱਚ ਜਮਾ ਨਾਲ ਦੀ ਗੱਦੇ ਵਾਲੀ ਕੁਰਸੀ ਜਿਹੜੀ ਸੀ ਜਾਂ ਝੰਡੀ ਵਾਲੀ ਕਾਰ ਬੱਤੀ ਜਿਹੜੀ ਸੀ, ਉਹ ਨਾਲ ਦੇ ਭਾਈਵਾਲ ਵੀ ਝੂਟਦੇ ਰਹੇ। ਮੈਂ ਭਾਜਪਾ ਦੀ ਗੱਲ ਕਰ ਰਿਹਾ। ਤੇ ਜਿੰਨੇ ਵੀ ਮੁੱਦੇ ਆਏ, ਜਿੰਨੀਆਂ ਵੀ ਗੱਲਾਂ ਆਈਆਂ, ਉਹਦੇ ਤੇ ਕਿਸੇ ਵੀ ਉਹਨਾਂ ਦਾ ਮੈਂ ਬਹੁਤਾ ਬਿਆਨ ਕੋਈ ਉੱਭਰ ਕੇ ਕੋਈ ਸਾਹਮਣੇ ਜਾਂ ਇੱਕ ਧਿਰ ਦੇ ਤੌਰ ਤੇ ਜਾਂ ਨਾਲ ਭਾਈਵਾਲ ਦੇ ਤੌਰ ਤੇ ਦੇਖਿਆ ਸੁਣਿਆ ਨਹੀਂ। ਪਰ ਜਿੱਦਣ ਦਾ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਉਹਨਾਂ ਨੇ ਆਖਿਆ ਵੀ ਆਹ ਦੇਖੋ ਜੀ ਅਸੀਂ ਚੱਕ ਤਾਂ ਕੌਲਾ ਤੇ ਆਪਾਂ ਨੂੰ ਕੋਈ ਲੈਣਾ ਨਹੀਂ ਦੇਣਾ ਨਹੀਂ ਹੈਗਾ, ਜੇ ਕੱਲ੍ਹ ਨੂੰ ਹੋਇਆ ਤੇ ਆਪਾਂ ਨੂੰ ਗੱਠ ਜੋੜਨਾ ਵੀ ਕੋਈ ਲੈਣਾ ਦੇਣਾ ਨਹੀਂ। ਦੇਖਦੇ ਹਾਂ ਫਿਰ ਭੱਜ ਲੈਣ ਭਾਜਪਾ ਵਾਲੇ ਵੀ ਕੀ ਭੱਜਣਾ ਪੰਜਾਬ 'ਚ, ਫਿਰ ਠੀਕ ਹੈ ਅਸੀਂ ਵੀ ਚੋਣ ਲੜੀ ਜਾਵਾਂਗੇ, ਉਹ ਵੀ ਚੋਣ ਲੜ ਲੈਣ। ਉਹਦੇ ਤੋਂ ਬਾਅਦ ਜਿੱਦਾਂ ਭਾਜਪਾ ਵਾਲੇ ਭੱਜ ਕੇ ਹੁਣ ਬਿਆਨ ਦੇਣ ਲੱਗ ਪਏ ਤੇ ਪਲੱਸ ਅਸ਼ਵਨੀ ਸ਼ਰਮਾ ਹੋਰਾਂ ਨੇ ਇਹ ਵੀ ਕਿਹਾ ਕਿ ਪੂਰੇ ਪੰਜਾਬ ਦੇ ਵਿੱਚ ਆਪਾਂ ਕਿਸਾਨਾਂ ਨੂੰ ਘਰ ਘਰ ਜਾ ਕੇ ਸਮਝਾਵਾਂਗੇ ਕਿ ਮੋਦੀ ਸਾਹਿਬ ਨੇ ਕਿੱਡਾ ਸੋਹਣਾ ਬਿੱਲ ਉਹਨਾਂ ਦੇ ਲਈ ਲਿਆਂਦਾ। ਇਹ ਤੋਂ ਵੀ ਤੇ ਜਾਪਦਾ ਨਾ ਕਿ ਵੀ ਨਾਲ ਦੇ ਭਾਈਵਾਲਾਂ ਨੂੰ ਵੀ ਫਿਕਰ ਪੈ ਗਿਆ, ਵਿਰੋਧੀਆਂ ਨੂੰ ਤੇ ਪੈਣਾ ਹੀ ਪੈਣਾ। ਬਿਲਕੁਲ ਜੀ, ਫਿਕਰ ਹੁਣ ਸਾਰਿਆਂ ਨੂੰ ਪੈ ਗਿਆ। ਖਾਸ ਤੌਰ ਤੇ ਬੀਜੇਪੀ ਨੂੰ ਪਤਾ ਹੈ ਕਿ ਸਾਡਾ ਕੰਮ ਔਖਾ, ਖਾਸ ਤੌਰ ਤੇ ਪਿੰਡਾਂ 'ਚ ਜਾਣ ਦਾ, ਤੇ ਪਿੰਡਾਂ ਦੇ ਵਿੱਚ ਜਾਣ ਦੇ ਲਈ ਕਿਸਾਨਾਂ ਦੇ ਕੋਲੇ, ਖੇਤ ਮਜ਼ਦੂਰਾਂ ਦੇ ਕੋਲੇ ਜਾਣਾ ਜ਼ਰੂਰੀ ਹੈ। ਤੇ ਹੁਣ ਸੰਧਾਲੀਆ ਸਾਹਿਬ, ਜੇ ਮਜ਼ਦੂਰ ਤੇ ਕਿਸਾਨ ਇਹ ਪ੍ਰਚਾਰ ਸਮਝ ਗਿਆ ਕਿ ਭਾਈ ਇਹ ਬਿੱਲ ਮਾੜੇ ਨਹੀਂ ਤਾਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਘਰੇ ਕੌਣ ਵੜਨ ਦਿਓ, ਉਹ ਹੁਣ ਬਰਾਬਰ ਲਹਿਰ ਚਲਾਉਣਗੇ। ਅਕਾਲੀ ਕਹਿੰਦੇ ਅਸੀਂ ਘਰ ਘਰ ਦੱਸਣ ਜਾਣਾ ਕਿ ਸਾਡੀ ਇਹਨਾਂ ਮੰਨੀ ਨਹੀਂ ਬਿੱਲ ਮਾੜੇ ਆ, ਉਹ ਕਹਿੰਦੇ ਕਿ ਭਾਈ ਅਸੀਂ ਦੱਸਣ ਜਾਣਾ ਕਿ ਬਿੱਲ ਤਾਂ ਵਧੀਆ ਹੀ ਬੜੇ ਆ, ਬਿੱਲਾਂ ਦੇ ਵਿੱਚ ਕਿਹੜੀ ਗੱਲ ਹੈ, ਬਿੱਲ ਤਾਂ ਤੁਹਾਡੇ ਹੱਕ 'ਚ ਨੇ। ਹੋ ਸਕਦਾ 2-3 ਸਾਲ ਜਿਹੜੇ ਆਉਣ ਵਾਲੇ ਆ ਨਾ, ਵਪਾਰੀ ਵਰਗ ਦੇ ਨਾਲ ਐਸਾ ਕੁਝ ਸਿਟੀ ਜਿਹੜੀ ਰਲਾਈ ਜਾਵੇ ਜਿਹਦੇ ਨਾਲ ਕਿ ਕਿਸਾਨਾਂ ਨੂੰ ਮੰਡੀਆਂ ਦੇ ਵਿੱਚੋਂ ਰੁਪਈਏ ਧੇਲੇ 4 ਵੱਧ ਵੀ ਮਿਲਣ। ਉਸ ਵੇਲੇ ਫਿਰ ਬੀਜੇਪੀ ਵਾਲੇ ਕਹਿਣ ਜੋਗੇ ਹੋਣਗੇ, ਦੇਖਿਆ ਅਸੀਂ ਤਾਂ ਆੜ੍ਹਤੀਆਂ ਦੀ ਵੀ ਸੁਰੱਖਿਆ ਕੀਤੀ, ਅਸੀਂ ਤਾਂ ਕਿਸਾਨ ਦੀ ਵੀ ਸੁਰੱਖਿਆ ਕੀਤੀ, ਆਹ ਦੇਖੋ ਸਮਰਥਨ ਮੁੱਲ 1700 ਤੇ ਮਿਲਦਾ ਆ, 1850 ਕਰੋ ਗੱਲ। ਹੁਣ ਅਕਾਲੀ ਦਲ ਦੀ ਇਸ ਸਰਗਰਮੀ ਦੇ ਕਰਕੇ ਚਿੰਤਤ ਸਾਰੇ ਹੀ ਹੈ। ਕੈਪਟਨ ਸਾਹਿਬ ਬਾਰ-ਬਾਰ ਕਹਿੰਦੇ ਸੀ ਕਿ ਭਾਈ ਮੈਂ ਕਿਸਾਨਾਂ ਦਾ ਮਸੀਹਾ, ਮੈਂ 2004 ਦੇ ਵਿੱਚ ਮੁੱਖ ਮੰਤਰੀ ਹੁੰਦਿਆਂ ਪਾਣੀਆਂ ਦੇ ਮੁੱਦੇ ਤੇ ਸਟੈਂਡ ਲਿਆ ਵਿਧਾਨ ਸਭਾ 'ਚ। ਉਹ ਕਹਿੰਦੇ ਸੀ ਕਿ ਭਾਈ ਅਕਾਲੀ ਜਿਹੜੇ ਇਸ ਮੁੱਦੇ ਦੇ ਉੱਤੇ ਕੇਂਦਰ ਦਾ ਪੱਖ ਪੂਰਦੇ ਆ, ਦਿੱਲੀ ਦਾ ਪੱਖ ਪੂਰਦੇ, ਪੰਜਾਬ ਦਾ ਪੂਰਦੇ ਹੀ ਨਹੀਂ। ਹੁਣ ਉਹ ਪ੍ਰਚਾਰ ਕਰਨਾ ਵੀ ਕਾਂਗਰਸ ਦੇ ਲਈ ਔਖਾ ਹੋ ਜੂ। ਹਾਲਾਂਕਿ ਇਹ ਜਿਹੜੀ ਸਿਆਸੀ ਲੜਾਈ ਹੈ ਸੰਧਾਲੀਆ ਸਾਹਿਬ, ਇਹਦੇ ਵਿੱਚੋਂ ਪੰਜਾਬ ਦੇ ਲੋਕਾਂ ਲਈ ਕੱਖ ਨਹੀਂ ਨਿਕਲਣਾ। ਜੇ ਅਕਾਲੀ ਦਲ ਮਜ਼ਬੂਤ ਹੁੰਦਾ ਹੈ ਜਾਂ ਕਾਂਗਰਸ ਮਜ਼ਬੂਤ ਹੁੰਦੀ ਹੈ, ਜੇ ਪਾਲਿਸੀ ਆਹ ਆ, ਨੀਤੀ ਆਹ ਆ, ਇੱਕ ਦੂਜੇ ਨਾਲ ਖੁੰਦਕਾ ਕੱਢਣ ਵਾਲੀ, ਤਾਂ ਲੋਕਾਂ ਦਾ ਫਾਇਦਾ ਕੋਈ ਨਹੀਂ, ਪਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਮੋੜਾ ਜ਼ਰੂਰ ਆ ਰਿਹਾ। ਨਹੀਂ, ਪਰ ਮੈਨੂੰ ਲੱਗਦਾ ਹੈ ਕਿ ਜੇ ਇਹ ਕੰਮ ਚੱਲਦਾ ਰਹੇ ਤੇ ਲੋਕਾਂ ਦਾ ਬੈਨੀਫਿਟ ਹੋ ਸਕਦਾ, ਕਿਉਂਕਿ ਹੁਣ ਜੇ ਅਸਤੀਫੇ ਤੱਕ ਦੀ ਨੌਬਤ ਆ ਗਈ ਆ, ਕਿਉਂਕਿ ਜੇ ਆਪਾਂ ਸ਼੍ਰੋਮਣੀ ਅਕਾਲੀ ਦਲ, ਠੀਕ ਆ ਅੱਜ ਆਪਾਂ ਤਾਰੀਫ ਕਰ ਰਹੇ ਹਾਂ ਪਾਰਟੀ ਦੇ ਸਟੈਂਡ ਦੀ, ਪਰ ਇਹ ਪਾਰਟੀ ਦੇ ਤਾਰੀਫ, ਪਾਰਟੀ ਦਾ ਸਟੈਂਡ ਅਸਤੀਫਾ ਦੇਣ ਤੋਂ ਜਦੋਂ ਆਪਾਂ ਪਹਿਲਾਂ ਮਹੀਨੇ 2 ਮਹੀਨਿਆਂ ਦੀ ਗੱਲ ਕਰਦੇ ਹਾਂ, ਉਦੋਂ ਆਪਾਂ ਵੀ ਕੋਸ਼ਣ ਵਾਲਿਆਂ 'ਚ ਸੀਗੇ ਕਿ ਭਾਈ ਤੁਸੀਂ ਕਿਉਂ ਕਹੀ ਜਾਂਦੇ ਹੋ ਕਿ ਵੀ ਇਹ ਜਿਹੜਾ ਬਿੱਲ ਹੈ ਬਹੁਤ ਵਧੀਆ, ਵੱਡੇ ਬਾਦਲ ਸਾਹਿਬ ਨੂੰ ਲਿਆਣ ਕੇ ਤੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਲੰਮੀ ਚੌੜੀ ਤਕਰੀਰ ਵੀ ਉਹਨਾਂ ਕੋਲੋਂ ਕਰਵਾਈ। ਅਜੇ ਵੀ ਲੋਕ ਕਟਿੰਗਸ ਪਾਈ ਜਾਂਦੇ ਨੇ ਕਿ ਆਹ ਦੇਖੋ ਜੀ ਉਦੋਂ ਤਾਂ ਕਹਿੰਦੇ ਸੀ ਵੀ ਇਹ ਬਹੁਤ ਵਧੀਆ ਤੇ ਅਚਾਨਕ ਕਿਵੇਂ ਮੋੜਾ ਕੱਟ ਲਿਆ। ਸੋ ਉਹ ਵਾਲਾ ਜਿਹੜਾ ਦੌਰ ਹੈ ਨਾ, ਉਹ ਸਾਰੇ ਕੁਛ ਨੂੰ ਵੀ ਆਪਾਂ ਨੂੰ ਨਾਲ ਦੀ ਨਾਲ ਯਾਦ ਰੱਖਣਾ ਪੈਣਾ। ਪਰ ਮੈਨੂੰ ਇਹ ਲੱਗਦਾ ਵੀ ਲੋਕਾਂ ਦਾ ਬੈਨੀਫਿਟ ਤਾਂ ਆ ਕਿਉਂਕਿ ਸੰਘਰਸ਼ ਚੱਲਿਆ ਤੇ ਇੱਕ ਪਾਰਟੀ ਨੇ ਮੋੜਾ ਕੱਟਿਆ। ਹੁਣ ਜੇ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੇਗਾ, ਲੋਕ ਅਵੇਅਰ ਰਹਿਣਗੇ ਤੇ ਕਾਂਗਰਸ ਪਾਰਟੀ, ਠੀਕ ਹੈ ਕੈਪਟਨ ਸਾਹਿਬ ਕਹਿੰਦੇ ਕਿ ਉਦੋਂ ਮੈਂ ਪਾਣੀਆਂ ਦੇ ਲਈ ਕੀਤਾ, ਐਤਕੀ ਵਾਲੀ ਸਰਕਾਰ 'ਚੋਂ ਕਹਿੰਦੇ ਕਿ ਦੇਖੋ ਕਰਜ਼ਾ ਮਾਫੀ ਦੀ ਗੱਲ ਅਸੀਂ ਕੀਤੀ ਤੇ ਪੰਜਾਬ ਤੋਂ ਚੱਲੀ ਮੈਨੀਫੈਸਟੋ ਦੀ ਗੱਲ, ਬਾਅਦ 'ਚ ਕੇਂਦਰ ਵਾਲਾ ਜਿਹੜਾ ਮੈਨੀਫੈਸਟੋ ਹੈ ਯਾਨੀ ਕਿ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਹੋਰਾਂ ਵਾਲੀ ਟੀਮ, ਉਹਨਾਂ ਨੇ ਬਾਕੀ ਸਟੇਟਾਂ ਦੇ ਵਿੱਚ ਵੀ ਇਹ ਕੰਮ ਕਰਵਾ ਦਿੱਤਾ ਕਿ ਆਹ ਦੇਖੋ ਜੀ ਅਸੀਂ ਵੀ ਤੁਹਾਡੇ ਕਰਜ਼ੇ ਮਾਫ ਕਰਾਂਗੇ। ਉਹਨਾਂ ਨੂੰ ਵੀ ਤਾਂ ਕਿਤੇ ਨਾ ਕਿਤੇ ਇਹ ਫਿਕਰ ਜਾਪਣ ਲੱਗ ਪਿਆ ਨਾ ਵੀ ਯਾਰ ਪਾਣੀਆਂ ਤੇ ਮਾੜੀ ਮੋਟ ਗੱਲ ਚੱਲਦੀ ਸੀ, ਫਸਲ ਚੁੱਕਣ ਦੀ ਗੱਲ ਚੱਲਦੀ ਸੀ, ਕਿਉਂਕਿ ਐਤਕੀ ਕੋਵਿਡ ਦੇ ਵਿੱਚ ਜਦੋਂ ਮੰਡੀਆਂ ਡਬਲ ਕੀਤੀਆਂ ਕਾਂਗਰਸ ਪਾਰਟੀ ਨੇ,
ਕੱਲਾ ਕੱਲਾ ਕਾਂਗਰਸੀ ਲੀਡਰ ਪਿੰਡ ਪਿੰਡ ਜਾ ਕੇ ਇਸ ਚੀਜ਼ ਦਾ ਥਾਪੜਾ ਆਪਣੇ ਮੋਢੇ ਤੇ ਆਪ ਹੀ ਦਿੰਦਾ ਰਿਹਾ ਕਿ ਦੇਖੋ ਇੱਕ ਇੱਕ ਦਾਣਾ ਕੈਪਟਨ ਸਾਹਿਬ ਨੇ ਤੁਹਾਡਾ ਦਿਨਾਂ 'ਚ ਚੁੱਕਿਆ ਕਿ ਨਹੀਂ ਚੁੱਕਿਆ, ਭਾਵੇਂ ਇੰਨੀ ਵੱਡੀ ਆਪਦਾ ਸੀਗੀ। ਉਹ ਹੁਣ ਸਾਰਾ ਕੁਝ ਜਿਹੜਾ ਕੀਤਾ ਕਰਾਇਆ ਉਹਨੂੰ ਸੰਭਾਲਣ ਦੀ ਵੀ ਤੇ ਉਹਨਾਂ ਨੇ ਕੋਸ਼ਿਸ਼ ਕਰਨੀ ਆ ਨਾ, ਪਰ ਇਹ ਕੋਸ਼ਿਸ਼ ਤਾਂ ਹੀ ਕਰਨੀ ਹੈ ਕਿਉਂਕਿ ਹਰੇਕ ਬੰਦਾ ਇਹ ਸੁਨੇਹਾ ਚਾਹੁੰਦਾ ਕਿ ਜਿਹੜੇ ਵੋਟਰ ਬੈਠੇ ਨੇ, ਜਿਹੜਾ ਕਿਸਾਨ ਬੈਠਾ, ਉਹਨਾਂ ਦੇ ਮਨਾਂ 'ਚ ਸਾਡੀ ਇਮੇਜ ਸਹੀ ਰਵੇ। ਤੇ ਉਹ ਇਮੇਜ ਸਹੀ ਕਰਨ ਦੀ ਗੱਲ ਤਾਂ ਹੀ ਆ ਵੀ ਜਿਹੜਾ ਵੋਟਰ ਹੈ ਉਹ ਇਸ ਵਕਤ ਗੁੱਸੇ 'ਚ ਹੈ, ਰੋਹ 'ਚ ਹੈ ਵੀ ਮੈਨੂੰ ਦੱਸੋ ਕਿਹੜਾ ਸਹੀ ਹੈ ਕਿਹੜਾ ਗਲਤ ਹੈ। ਮੇਰੇ ਖਿਆਲ ਨਾਲ ਇਹ ਦੋਵੇਂ ਚੀਜ਼ਾਂ ਪੈਰਲਲ ਚੱਲਣਗੀਆਂ, ਫੇਰ ਹੀ ਬੈਨੀਫਿਟ ਹੈ। ਬਿਲਕੁਲ ਜੀ, ਨਾਲੋਂ ਨਾਲ ਚੱਲਣਗੀਆਂ ਤਾਂ ਫੇਰ ਹੀ ਬੈਨੀਫਿਟ ਹੈ। ਇੱਕ ਪਹਿਲੀ ਗੱਲ ਹੈ ਕਿ ਜਿੰਨਾ ਵਿਰੋਧ ਮਜ਼ਬੂਤ ਹੋਏਗਾ, ਭਾਵੇਂ ਉਹ ਅਕਾਲੀ ਦਲ ਦਾ ਹੈ ਭਾਵੇਂ ਆਮ ਆਦਮੀ ਪਾਰਟੀ ਦਾ, ਉਹਨਾਂ ਲੋਕਾਂ ਨੂੰ ਬੈਨੀਫਿਟ ਹੈ ਕਿਉਂਕਿ ਲੋਕਤੰਤਰ ਦੇ ਵਿੱਚ ਵਿਰੋਧੀ ਧਿਰ ਕਮਜ਼ੋਰ ਹੈ ਤੇ ਪੱਲੇ ਕੁਛ ਨਹੀਂ। ਹੁਣ ਤੱਕ ਕੀ ਸੀ, ਸਾਰਿਆਂ ਨੂੰ ਲੱਗਦਾ ਸੀ ਕਿ ਅਕਾਲੀ ਦਲ ਬੋਲਦਾ ਨਹੀਂ, ਆਮ ਆਦਮੀ ਪਾਰਟੀ ਵਾਲੇ ਇਸ ਉਮੀਦ ਦੇ ਵਿੱਚ ਸੀ ਕਿ ਭਾਈ ਕੈਪਟਨ ਸਾਹਿਬ ਦੀ ਸਰਕਾਰ ਤੋਂ ਕੰਮ ਕੋਈ ਨਹੀਂ ਹੋਣਾ, ਖਾਸ ਪੈਸਾ ਟਕਾ ਹੈ ਨਹੀਂ, ਕੇਂਦਰ ਨੇ ਸਹਿਯੋਗ ਨਹੀਂ ਦੇਣਾ, ਲੋਕਾਂ ਗੁੱਸੇ ਹੋ ਜਾਣਾ, ਅਕਾਲੀ ਦਲ ਤੋਂ ਆਸ ਉਮੀਦ ਕੋਈ ਨਹੀਂ, ਆਮ ਆਦਮੀ ਪਾਰਟੀ ਨੂੰ ਵੋਟਾਂ ਪੈ ਜਾਣੀਆਂ। ਖਾਸ ਤੌਰ ਤੇ ਕਿਸਾਨਾਂ ਦੇ ਲਈ ਜੋ ਕੁਝ ਉਹ ਕਹਿੰਦੇ ਸੀ ਕਿ ਭਾਈ ਆ ਦੇਖੋ ਦਿੱਲੀ 'ਚ ਅਸੀਂ ਕਰੋੜ ਕਰੋੜ ਰੁਪਈਆ ਦਿੰਨੇ ਆ, ਦਿੱਲੀ ਦੇ ਵਿੱਚ ਅਸੀਂ ਇੰਨੇ ਫਸਲ ਦੇ ਜੇ ਖਰਾਬ ਹੋ ਗਈ ਤਾਂ 20,000 ਰੁਪਈਆ ਏਕੜ ਦਾ ਦਿੰਨੇ ਨੂੰ ਤਾਂ ਦਿੱਤਾ ਨਹੀਂ ਜਾਂਦਾ। ਆਮ ਆਦਮੀ ਪਾਰਟੀ ਸਰਕਾਰ ਬਹੁਤ ਸੀ, ਪਰ ਹੁਣ ਇਸ ਮੁੱਦੇ ਤੇ ਜਦੋਂ ਅਕਾਲੀ ਦਲ ਕਹਿਣ ਜੋਗਾ ਹੋ ਗਿਆ ਤੇ ਹੁਣ ਸੱਚੀ ਮੁੱਚੀ ਬਾਕੀ ਪਾਰਟੀਆਂ ਨੂੰ ਫਿਕਰ ਪਿਆ। ਬਾਕੀ ਚੰਗਾ ਹੋਵੇ ਜੇ ਲੋਕ ਸਿੱਧੇ ਤੌਰ ਦੇ ਉੱਤੇ ਕਿਸੇ ਦੇ ਮਗਰ ਨਾ ਲੱਗਣ, ਲੋਕ ਉਹਨਾਂ ਨੂੰ ਕਹਿਣ ਕਿ ਭਾਈ ਇੱਥੇ ਆਓ, ਬੈਠੋ, ਇਕੱਠੇ ਹੋ ਕੇ ਤੁਰੋ, ਅਸੀਂ ਤੁਹਾਡੇ ਨਾਲ ਹਾਂ। ਪਰ ਕਿਤੇ ਨਾ ਕਿਤੇ ਜਦੋਂ ਬਹੁਤ ਸਾਰੀਆਂ ਧਿਰਾਂ ਬਰਾਬਰ ਮਜ਼ਬੂਤ ਹੋ ਰਹੀਆਂ, ਉੱਪਰਲੇ ਪਾਸੇ ਨੂੰ ਵੱਧ ਕੇ ਆ ਰਹੀਆਂ, ਘੱਟੋ ਘੱਟ ਕਿਸਾਨੀ ਮੁੱਦੇ ਤੇ ਗੱਲ ਤਾਂ ਚੱਲੀ, ਉਹਦੇ ਨਾਲ ਹੋ ਸਕਦਾ ਕਿ ਲੋਕਾਂ ਦਾ ਮਾੜਾ ਮੋਟਾ ਲਾਹਾ ਹੋ ਜਾਏ, ਪਰ ਨੁਕਸਾਨ ਜਿਹੜਾ ਦਿੱਲੀ ਵਾਲੇ ਪਾਸਿਓਂ ਹੋਇਆ ਉਹ ਵੱਧ ਜ਼ਿਆਦਾ ਹੈ। ਬਿਲਕੁਲ ਸਹੀ। ਸੋ ਇਸ ਵਕਤ ਹਰੇਕ ਧਿਰ ਜਿਹੜੀ ਹੈ ਜੀ ਉਹ ਸਿਆਸੀ ਤੌਰ ਤੇ ਆਪਣੇ ਆਪ ਨੂੰ ਸਹੀ, ਦਰੁਸਤ, ਚੰਗਾ, ਵਧੀਆ ਤੇ ਕਿਸਾਨਾਂ ਦੇ ਹੱਕ ਦਾ ਦਰਸਾਉਣ ਦਾ ਜ਼ੋਰ ਲਾ ਰਹੀ ਹੈ। ਪਰ ਕਿਸਾਨਾਂ ਤੱਕ ਉਹ ਆਪਣੀ ਗੱਲ ਕਿੰਨੀ ਕੁ ਪਹੁੰਚਾ ਪਾਉਂਦੇ ਆ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਉਹਨਾਂ ਦੇ ਧੁੜਕੂ ਨੇ, ਸ਼ੰਕੇ ਨੇ, ਉਹਨਾਂ ਨੂੰ ਉਹ ਕਿੰਨਾ ਕੁ ਦੂਰ ਕਰ ਪਾਉਂਦੇ। ਗੇਮ ਸਾਰੀ ਉੱਥੇ ਆ ਕੇ ਖੜਨੀ ਹੈ। ਪਾਠ ਸਾਹਿਬ ਜੇ ਹੁਕਮ ਕਰੋ ਤੇ ਆਪਾਂ ਥੋੜ੍ਹਾ ਜਿਹਾ ਜਿਹੜੇ ਬਿੱਲ ਨੇ ਉਹਨਾਂ ਦੇ ਵਿੱਚ ਇਸ ਵਕਤ ਜੋ ਨੈਸ਼ਨਲ ਮੀਡੀਆ ਕਹਿ ਰਿਹਾ, ਜਾਂ ਜੋ ਸਰਕਾਰ ਕਹਿੰਦੀ ਆ, ਜਾਂ ਜੋ ਮੋਦੀ ਸਾਹਿਬ ਕਹਿੰਦੇ ਨੇ, ਜੋ ਖੇਤੀ ਮੰਤਰੀ ਸਾਹਿਬ ਕਹਿੰਦੇ ਨੇ, ਉਹ ਗੱਲ ਕਰ ਲਈਏ। ਤੇ ਜੋ ਧੁੜਕੂ ਹੈ ਆਪਾਂ ਉਹ ਗੱਲ ਇੱਕ ਵਾਰ ਫਿਰ ਤੋਂ ਦੁਹਰਾ ਲਈਏ, ਕਿਉਂਕਿ ਬਹੁਤ ਸਾਰੇ ਮੈਸੇਜ ਅਜੇ ਵੀ ਆਉਂਦੇ ਨੇ ਕਿ ਵੀ ਅਸਲ 'ਚ ਉਹ ਕਾਨੂੰਨ ਹੈ ਕੀ ਤੇ ਰੌਲਾ ਕਿਉਂ ਆ ਜੀ। ਜੇ 94% ਦੀ ਜਿਹੜੀ ਕਹਿ ਲਓ ਕਿ ਖੇਤੀ ਹੈ ਜਾਂ ਕਿਸਾਨੀ ਹੈ ਇੰਡੀਆ ਦੀ, ਉਹ ਰੌਲਾ ਨਹੀਂ ਪਾਉਂਦੀ, ਤਾਂ ਫਿਰ ਪੰਜਾਬ, ਹਰਿਆਣਾ, ਯੂਪੀ ਜਾਂ ਥੋੜ੍ਹਾ ਜਿਹਾ ਹਿੱਸਾ ਇੱਧਰ MP ਵਾਲਾ ਇਹ ਕਿਉਂ ਰੌਲਾ ਪਾਉਂਦਾ? ਥੋੜ੍ਹਾ ਜਿਹਾ ਰਾਜਸਥਾਨ ਦਾ ਵੀ ਲਾ ਲਈਏ। ਨਹੀਂ, ਕਰਨਾ ਚਾਹੀਦਾ ਜੀ, ਉਧਰਲੇ ਪਾਸੇ ਨੂੰ ਗੱਲ ਤੋਰਨੀ ਪਊਗੀ। ਦੇਖੋ, ਜਿੱਥੇ ਤੱਕ ਤੁਸੀਂ ਮੀਡੀਆ ਦਾ ਜ਼ਿਕਰ ਕੀਤਾ, ਜਿਹੜੇ ਚੰਗਾ ਕੰਮ ਕਰਦੇ ਆ। ਚੰਗਾ ਕੰਮ ਕਰਨ ਤੋਂ ਭਾਵ ਜਿਨ੍ਹਾਂ ਨੂੰ ਪਤਾ ਹੈ ਕਿ ਭਾਈ ਪੈਰ ਜਦੋਂ ਖੇਤ 'ਚ ਰੱਖੀਦਾ ਗਿੱਲਾ ਹੋਵੇ ਤਾਂ ਉਹਨੂੰ ਚਿੱਕੜ ਲੱਗਦਾ ਹੈ, ਜਿਹਨੂੰ ਪਤਾ ਹੈ ਕਿ ਕਈ ਵਾਰੀ ਮਿੱਟੀ ਚੀਕਣੀ ਹੋਵੇ ਤਾਂ ਉਹ ਫਿਰ ਚਿੱਕੜ ਲਾਉਣਾ ਵੀ ਬੜਾ ਔਖਾ ਹੋ ਜਾਂਦਾ, ਜਿਨ੍ਹਾਂ ਨੂੰ ਇਹ ਪਤਾ ਹੈ ਕਿ ਜਦੋਂ ਕਿਸਾਨ ਨੰਗੇ ਪੈਰੀਂ ਖੇਤ 'ਚ ਵੜਦਾ ਤਾਂ ਫਿਰ ਗੂਠੇ ਵਾਲੇ ਨਾਉ ਦੇ ਵਿੱਚ ਜਦੋਂ ਮਿੱਟੀ ਫਸ ਜਾਂਦੀ ਆ ਤਾਂ ਕਈ ਵਾਰੀ ਕੋਰ ਪੱਕਦੀ ਹੈ, ਤੇ ਕੋਰ ਪੱਕੀ ਹੋਵੇ ਤੇ ਉਸ ਵੇਲੇ ਤੁਰਨਾ ਵੀ ਕਈ ਵਾਰੀ ਔਖਾ ਹੋ ਜਾਂਦਾ। ਜਿਹੜੇ ਮੀਡੀਆ ਵਾਲਿਆਂ ਨੂੰ ਤਾਂ ਪਤਾ ਹੈ ਕਿ ਭਾਈ ਆਹ ਦਿੱਕਤ ਹੁੰਦੀ ਹੈ, ਉਹ ਮੀਡੀਆ ਵਾਲੇ ਤਾਂ ਕੁਝ ਹੱਦ ਤੱਕ ਠੀਕ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਨਹੀਂ ਤਾਂ ਸੰਧਾਲੀਆ ਸਾਹਿਬ ਬਹੁਤ ਗਿਣਤੀ ਇੱਦਾਂ ਦੇ ਬੰਦਿਆਂ ਦੀ ਆਪਣੇ ਭਾਈਚਾਰੇ ਦੀ, ਉਹ ਕਹਿੰਦੇ ਲੈ ਇਹ ਤਾਂ ਬਹੁਤ ਵਧੀਆ ਹੋ ਗਿਆ, ਪੰਜਾਬ ਦੇ ਕਿਸਾਨ ਨੂੰ ਉਹ ਚਾਰਟ ਬਣਾ ਦੱਸਦੇ ਆ। ਉਹ ਪਿੱਛੇ ਕੰਧ ਜੀ ਦੇ ਉੱਤੇ ਸਕਰੀਨ ਲਾ ਕੇ ਪਤਾ ਕੀ ਕਹਿੰਦੇ ਆ, ਦੇਖੋ 2018 ਦੇ ਵਿੱਚ ਕਿਸਾਨ ਨੂੰ ਪੰਜਾਬ ਦੇ, ਹਰਿਆਣੇ ਦੇ ਇਸ ਸ਼ਹਿਰ ਦੇ ਵਿੱਚ ਕਣਕ ਦਾ ਮੁੱਲ ਮਿਲਿਆ ਮੰਨ ਲਓ 1800। ਜੇ ਉਸੇ ਕਿਸਾਨ ਨੂੰ ਇੰਨੇ 100 ਕਿਲੋਮੀਟਰ ਯੂਪੀ ਦੀ ਫਲਾਨੀ ਮੰਡੀ ਦੇ ਵਿੱਚ 3500 ਰੁਪਏ ਪ੍ਰਤੀ ਕੁਇੰਟਲ ਮਿਲੇ ਤਾਂ ਉਹਨੂੰ 1500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮੁਨਾਫਾ ਮਿਲਿਆ। ਉਹਦੇ ਵਿੱਚੋਂ 300 ਰੁਪਈਆ ਪ੍ਰਤੀ ਕੁਇੰਟਲ ਕਿਰਾਇਆ ਭਾੜਾ ਕੱਢ ਲਓ, ਇਹਦੇ ਬਾਵਜੂਦ ਵੀ ਉਹਨੂੰ 1200 ਰੁਪਏ ਪ੍ਰਤੀ ਕੁਇੰਟਲ ਮੁਨਾਫਾ ਹੋਇਆ। ਇਸ ਕਰਕੇ ਕੇਂਦਰ ਸਰਕਾਰ ਦੀ ਇਹ ਨੀਤੀ ਪੰਜਾਬ ਦੇ, ਹਰਿਆਣੇ ਦੇ, ਭਾਰਤ ਦੇ ਕਿਸਾਨਾਂ ਦੇ ਲਈ ਯੁੱਗ ਪਲਟਾਊ ਹੋਏਗੀ। ਅੱਜ ਤੱਕ ਕਿਸੇ ਸਰਕਾਰ ਨੇ ਇਦਾਂ ਦਾ ਕਦਮ ਕਿਸਾਨੀ ਲਈ ਚੱਕਿਆ ਹੀ ਨਹੀਂ। ਨਾਲ ਫਿਰ ਉਹ ਤਸਵੀਰਾਂ ਦਿਖਾਉਂਦੇ ਆ, ਖੁਸ਼ ਹੋਇਆ ਕਿਸਾਨ, ਜਲੇਬੀ ਖਾਂਦਾ ਕਿਸਾਨ, ਹੱਥਾਂ 'ਚ ਫੁੱਲ ਲਈ ਖੜਾ ਕਿਸਾਨ, ਟਾਈ ਲਾ ਕੇ ਬੈਠਾ ਕਿਸਾਨ। ਅੱਛਾ ਬਾਠ ਸਾਹਿਬ, ਇਹ ਗੱਲਾਂ ਬਿਲਕੁਲ ਸਹੀ ਆ। ਆਪਾਂ ਮੈਂ ਚਾਹੁੰਦਾ ਕਿ ਇੱਕ ਕਰਕੇ ਇਹ ਗੱਲਾਂ ਨੂੰ ਵਿਚਾਰ ਲਈ ਇੱਕ ਵਾਰ ਫਿਰ ਤੋਂ। ਮੈਂ ਆਪਣੇ ਪਰਿਵਾਰ ਦੇ ਮੈਂਬਰ, ਦੁਨੀਆ ਭਰ ਬੈਠੇ ਪ੍ਰਾਈਮ ਏਸ਼ੀਆ TV ਦੇ ਦਰਸ਼ਕਾਂ ਨੂੰ ਜ਼ਰੂਰ ਇਹ ਦੱਸਣਾ ਚਾਹੁੰਦਾ ਕਿ ਅਸੀਂ ਇੱਕ ਵਾਰ ਫਿਰ ਤੋਂ ਇਹ ਗੱਲਾਂ ਰਿਪੀਟ ਕਰ ਰਹੇ ਹਾਂ ਆਮ ਦੇਸੀ ਭਾਸ਼ਾ 'ਚ ਕਿ ਅਸਲ ਦੇ ਵਿੱਚ ਰੌਲਾ ਹੈ ਕੀ। ਦੇਖੋ, ਕਾਰਨ ਇਹ ਹੈ ਕਿ 3 ਤਰ੍ਹਾਂ ਦੇ ਆਰਡੀਨੈਂਸ ਜਿਹੜੇ ਆਏ ਆ, ਜਿਹਦੇ ਵਿੱਚ ਇੱਕ ਤਾਂ ਹੈ ਖੇਤੀ ਦੀਆਂ ਜਿਣਸਾਂ ਦੇ ਭੰਡਾਰਨ ਨੂੰ ਲੈ ਕੇ। ਪਹਿਲਾਂ ਉਹਦੇ 'ਤੇ ਰੋਕਾਂ ਸੀ ਕਿ ਤੁਸੀਂ ਸਿਰਫ ਇੰਨੀ ਚੀਜ਼ ਜਿਹੜੀ ਉਹ ਭੰਡਾਰ ਕਰ ਸਕਦੇ ਹੋ, ਹੁਣ ਉਹਦੇ 'ਤੇ ਰੋਕ ਨਹੀਂ ਹੈ।
ਦੂਸਰੀ ਹੈ ਕਿ ਜਿਹੜੀ ਮੰਡੀ ਹੈ ਪਹਿਲਾਂ ਇਹ ਸੀ ਕਿ ਵੀ ਇਸ ਮੰਡੀ ਦੇ ਵਿੱਚ ਆ ਕੇ ਤੇ ਤੁਸੀਂ ਆਪਣੀ ਜਿਣਸ ਖਰੀਦ ਵੇਚ ਸਕਦੇ ਹੋ। ਉਹਦੇ ਤੇ ਬਹੁਤ ਸਾਰੇ ਵਪਾਰੀਆਂ ਨੂੰ ਟੈਕਸ ਦੇਣੇ ਪੈਂਦੇ ਸੀ ਜਾਂ ਬਹੁਤ ਸਾਰੀਆਂ ਰੋਕਾਂ ਬੰਦਿਸ਼ਾਂ ਸੀਗੀਆਂ। ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਉਹ ਮੰਡੀ ਚੱਕ ਦਿੱਤੀ। ਅਸੀਂ ਦੁਨੀਆ ਭਰ ਦੇ ਵਿੱਚ, ਈਵਨ ਆਪਾਂ ਤਾਂ ਸਿਰਫ ਨੈਸ਼ਨਲ ਲੈਵਲ ਦੀ ਗੱਲ ਕਰਦੇ ਹਾਂ WhatsApp, ਸਰਕਾਰ ਇਹਦੇ ਵਿੱਚ ਇੰਟਰਨੈਸ਼ਨਲ ਵੀ ਕਹਿੰਦੀ ਹੈ ਵੀ ਜੇ ਸਰਕਾਰ ਦਾ ਕੋਈ ਇਹਦੇ 'ਚ ਦਖਲ ਨਹੀਂ ਦੇਗੀ, ਜੇ ਕਿਸਾਨ ਨੂੰ ਕੋਈ ਬਾਹਰ ਵੀ ਗਾਹਕ ਲੱਭਦਾ ਤੇ ਉਹ ਆਪਣਾ ਵੇਚ ਲਵੇ ਪੈਸੇ ਵੱਟੇ ਜੀ। ਤੀਸਰੀ ਗੱਲ ਇਹਦੇ ਵਿੱਚ ਇਹ ਕਹਿੰਦੇ ਆ ਕਿ ਜਿਹੜੀ ਕੰਟਰੈਕਟ ਫਾਰਮਿੰਗ ਹੈ ਅਸੀਂ ਉਹਨੂੰ ਬੜਾਵਾ ਦੇ ਰਹੇ ਹਾਂ। ਉਹਦੇ ਨਾਲ ਇਹ ਬੈਨੀਫਿਟ ਹੋਏਗਾ ਕਿ ਜੇ ਜਿਹੜਾ ਕਿਸਾਨ ਹੈ ਉਹਨੇ ਕੰਟਰੈਕਟ ਕਰਕੇ ਕਿਸੇ ਨਾਲ ਫਾਰਮਿੰਗ ਕਰਨੀ ਆ, ਵੀ ਪਹਿਲਾਂ ਹੀ ਇੱਕ ਵਪਾਰੀ ਕਹੇ ਕਿ ਮੇਰੇ ਲਈ ਤੂੰ ਫਲਾਨੀ ਫਸਲ ਬੀਜ ਦੇ, ਮੈਂ ਤੇਰੇ ਕੋਲੋਂ ਇੰਨੇ ਭਾਅ 'ਤੇ ਖਰੀਦ ਲਊਂਗਾ, ਤੇ ਉਹ ਵੀ ਇੱਕ ਕਾਨੂੰਨੀ ਮਾਨਤਾ ਦੇਤੀ। ਇਹ ਇੱਕ ਇਹਦਾ ਮੋਟਾ ਖਾਕਾ ਹੈ 3 ਬਿੱਲਾਂ ਦਾ ਜਿਹੜੇ ਕਿ ਹੁਣ ਕਾਨੂੰਨ ਬਣ ਚੁੱਕੇ ਆ। ਹੁਣ ਮੈਂ ਚਾਹੁੰਦਾ ਕਿ ਆਪਾਂ ਤਿੰਨਾਂ ਦੇ ਉੱਪਰ ਜਿਹੜਾ ਇੱਕ ਕਰਕੇ ਧੁੜਕੂ ਹੈ ਆਪਾਂ ਉਹ ਵਿਚਾਰ ਲਈਏ। ਸਭ ਤੋਂ ਪਹਿਲੀ ਗੱਲ ਤੇ ਆ ਜਾਈਏ ਭੰਡਾਰਨ ਵਾਲੇ ਪਾਸੇ ਜੀ। ਹੁਣ ਭੰਡਾਰਨ ਦੇ ਬਾਰੇ 'ਚ ਮੇਰੇ ਖਿਆਲ ਨਾਲ ਜਿਹੜੇ ਵੀ ਬੰਦੇ ਟੈਲੀਵਿਜ਼ਨ ਤੇ ਬੈਠ ਕੇ ਜਾਂ ਵੱਡੇ ਲੀਡਰ ਸਾਹਿਬਾਨ ਬਿਆਨ ਦਿੰਦੇ ਨੇ, ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਸ ਦੇਸ਼ 'ਚ ਗੰਢੇ ਉਦੋਂ ਵੀ ਹੁੰਦੇ ਆ ਜਦੋਂ 5 ਰੁਪਏ ਕਿਲੋ ਹੁੰਦੇ ਆ, ਤੇ ਗੰਢੇ ਉਦੋਂ ਵੀ ਹੁੰਦੇ ਆ ਜਦੋਂ 150 ਰੁਪਏ ਕਿਲੋ ਹੁੰਦੇ ਆ। ਆਲੂ ਉਦੋਂ ਵੀ ਹੁੰਦਾ ਜਦੋਂ ਰੁਪਈਆ 2 ਰੁਪਏ ਰੁਲਦਾ, ਤੇ ਜਦੋਂ ਸੜਕਾਂ ਦੇ ਪਟੜੀਆਂ ਦੇ ਕੰਢਿਆਂ ਤੇ ਡਿੱਗਦਾ, ਤੇ ਆਲੂ ਉਦੋਂ ਵੀ ਹੁੰਦਾ ਜਦੋਂ 20-25 ਰੁਪਏ ਵੀ ਜਾਂਦਾ। ਜੇ ਆਪਾਂ ਖੰਡ ਦੀ ਗੱਲ ਕਰ ਲਈਏ, ਜੇ ਆਪਾਂ ਟਮਾਟਰਾਂ ਦੀ ਗੱਲ ਕਰ ਲਈਏ, ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਬੇਸ਼ੁਮਾਰ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਚੀਜ਼ਾਂ ਦਾ ਪਤਾ ਨਹੀਂ ਕਦੋਂ ਰਾਤੋਂ ਰਾਤ ਹੀ ਘਾਲ ਪੈ ਜਾਂਦਾ। ਮਹੀਨਾ 1.5 ਮਹੀਨਾ ਠੋਕ ਕੇ ਟੈਲੀਵਿਜ਼ਨਾਂ ਤੇ ਵੀ ਡਿੰਗਿਆ ਜਾਂਦਾ, ਇਹ ਦੇਖੀਏ ਮਹਿੰਗਾਈ ਫਲਾਨੀ ਹੋ ਗਈ, ਢੀਂਗੜੀ ਹੋ ਗਈ, ਅਬ ਕਹਾਂ ਸੇ ਆਏਗਾ। ਫਿਰ ਸਰਕਾਰ ਕਹਿੰਦੀ ਅਸੀਂ ਫਲਾਣੇ ਥਾਂ ਤੋਂ ਮੰਗਾ ਲਿਆ, ਢੀਂਗੜੇ ਥਾਂ ਦੇ ਪੁਲਿਸ ਨੇ ਛਾਪੇ ਮਾਰਤੇ, ਫਲਾਣੇ ਗੋਦਾਮ 'ਚੋਂ ਫਲਾਨੀ ਚੀਜ਼ ਇੰਨੀ ਮਾਤਰਾ 'ਚ ਲੱਭ ਗਈ, ਤੇ ਠੀਕ ਮਹੀਨੇ 1.5 ਮਹੀਨੇ ਬਾਅਦ ਉਹ ਰੇਟ ਫਿਰ ਸਹੀ ਹੋ ਜਾਂਦੇ ਆ। ਹੁਣ ਆਮ ਤੌਰ 'ਤੇ ਆਪਾਂ ਨੂੰ ਲੱਗਦਾ ਵੀ ਕੀ ਫਰਕ ਪੈਂਦਾ ਯਾਰ, ਮਹੀਨਾ 1.5 ਮਹੀਨਾ ਹੀ ਹੈ, ਪਰ ਤੁਸੀਂ ਅੰਦਾਜ਼ਾ ਲਾਓ ਕਿ 1 ਮਹੀਨੇ 1.5 ਮਹੀਨੇ ਦੇ ਵਿੱਚ ਜੇ ਮੈਂ ਰੁਪਈਏ ਵਾਲੀ ਚੀਜ਼ 100 ਰੁਪਈਏ ਵੇਚਦੇ ਹਾਂ, ਤੇ ਤੁਸੀਂ ਆਪ ਅੰਦਾਜ਼ਾ ਲਾਓ ਕਿ ਮੈਂ 1 ਸਾਲ ਦਾ ਖਾਤਾ ਕੋਟਾ 1 ਮਹੀਨੇ 'ਚ ਹੀ ਪੂਰਾ ਕਰ ਲਿਆ, ਉਸ ਤੋਂ ਬਾਅਦ ਮੈਨੂੰ ਵਪਾਰ ਬਹੁਤਾ ਕਰਨ ਦੀ ਲੋੜ ਹੈ ਨਹੀਂ। ਇਸ ਚੀਜ਼ ਦਾ ਜਵਾਬ ਸਰਕਾਰ ਅਜੇ ਵੀ ਨਹੀਂ ਦਿੰਦੀ, ਭਾਵੇਂ ਕਿ ਉਹ ਕਹਿੰਦੇ ਕਿ ਅਸੀਂ ਇਹ ਭੰਡਾਰਨ ਦੇ ਉੱਪਰ ਹੁਣ ਰੋਕਾਂ ਹਟਾਤੀਆਂ। ਜੇ ਰੋਕਾਂ ਹਟ ਗਈਆਂ, ਪਹਿਲਾਂ ਤਾਂ ਰੋਕਾਂ ਦੇ ਬਾਵਜੂਦ ਇਹ ਸਾਰਾ ਕੁਝ ਹੁੰਦਾ ਸੀ, ਹੁਣ ਜੇ ਰੋਕਾਂ ਹੀ ਹਟ ਗਈਆਂ ਤੇ ਫਿਰ ਜਿਸ ਬੰਦੇ ਦੇ ਮੂੰਹ ਨੂੰ ਇਹ ਲਹੂ ਲੱਗਾ ਉਹ ਇਹ ਕੰਮ ਛੱਡ ਦੂਗਾ, ਬੰਦ ਕਰ ਦੂਗਾ। ਕੰਡੀਸ਼ਨਸ ਅਪਲਾਈ, ਇਹ ਬਹੁਤ ਛੋਟਾ ਜਿਹਾ ਕਰਕੇ ਕਈ ਪਾਸੇ ਲਿਖਿਆ ਹੁੰਦਾ, ਹੋ ਸਕਦਾ ਸਰਕਾਰ ਉਸ ਸਾਰੀ ਮੱਦ ਦੇ ਵਿੱਚ ਇਹ ਲਿਖ ਦੇਵੇ ਜਾਂ ਲਿਖਿਆ ਹੋਵੇ ਕਿ ਜੇ ਸਰਕਾਰ ਚਾਹੇ ਤਾਂ ਇਹਦੇ ਵਿੱਚ ਸੋਧ ਕਰ ਸਕਦੀ ਹੈ, ਸਰਕਾਰ ਚਾਹੇ ਤਾਂ ਇਹ ਭੰਡਾਰਨ ਵਾਲੀਆਂ ਵਸਤਾਂ ਦੀ ਗਿਣਤੀ ਘਟਾ ਵਧਾ ਸਕਦੀ ਹੈ। ਪਰ ਸੰਧਾਲੀਆ ਸਾਹਿਬ, ਜੇ ਇਹ ਬਿੱਲ ਕਿਸਾਨਾਂ ਦੇ ਹੱਕ ਦਾ ਹੋਵੇ, ਜੇ ਸਰਕਾਰ ਕਹੇ ਕਿ ਕਿਸਾਨਾਂ ਦੇ ਹੱਕ ਦਾ, ਤਾਂ ਠੀਕ ਹੈ ਹੋਣਾ। ਪਰ ਸਾਡੇ ਜਿਹੜੇ ਕਿਸਾਨ ਆ ਨਾ, ਜਿਵੇਂ ਭਾਰਤ ਦੇ ਖੇਤੀਬਾੜੀ ਮੰਤਰੀ ਕਹਿੰਦੇ ਆ ਕਿ 70-80% ਕਿਸਾਨ 2 ਏਕੜ ਦਾ ਮਾਲਕ ਹੈ। ਅਸੀਂ ਵੀ ਕਰਦੇ ਹਾਂ ਸਟੋਰੇਜ, ਭਾਰਤ ਦਾ ਕਿਸਾਨ ਸਟੋਰੇਜ ਕਰਦਾ ਹੈ, ਉਹ ਭੰਡਾਰਨ ਕਰਦਾ, ਪਰ ਕਾਹਦੀ ਕਰਦਾ ਹੈ? 4 ਬੋਰੀਆਂ ਦਾਣਿਆਂ ਦੀ, ਉਹਦੇ ਨਾਲ 2 ਬੋਰੀਆਂ ਦਾਣਿਆਂ ਦੀਆਂ ਵੱਧ ਰੱਖ ਲੈਂਦਾ ਜੇ ਉਹਨੇ ਕਿਸੇ ਨਿੱਕੇ ਨਿਆਣੇ ਦਾ ਵਿਆਹ ਕਰਨਾ ਹੈ। ਕੋਈ ਵਿਰਲਾ ਟਾਵਾ ਹੁੰਦਾ ਜਿਹੜਾ ਕਹਿੰਦਾ ਕਿ ਭਾਈ ਐਤਕੀ ਗੁੰਜਾਇਸ਼ ਹੈਗੀ ਆ 3 ਬੋਰੀਆਂ ਹੋਰ ਰੱਖ ਲੈਣਾ, ਜਦੋਂ ਮਹਿੰਗੀ ਹੋਈ ਉਦੋਂ ਵੇਚੂੰ। ਨਹੀਂ ਤਾਂ ਕਿਸੇ ਦੇ ਕੋਲੇ ਭੰਡਾਰਨ ਦੇ ਲਈ ਕੋਈ ਚੀਜ਼ ਹੁੰਦੀ ਨਹੀਂ। ਹਾਂ, ਅਸੀਂ ਵੀ ਸਟੋਰੇਜ ਕਰੀਦੀ ਆ। ਕਾਹਦੀ ਕਰੀਦੀ ਹੈ? ਜੇ ਕਿਤੇ ਖੇਤ ਦੇ ਵਿੱਚ ਵਿਚਾਲੇ ਜਿਹਾ ਕਰਕੇ 2 ਕਿਆਰੀਆਂ ਗੰਢਿਆਂ ਦੀਆਂ ਲਾ ਲਈਆਂ, ਉਹ ਪੱਟ ਕੇ ਫਿਰ ਅਸੀਂ ਟੋਕਰਿਆਂ ਦੇ ਵਿੱਚ ਪਾ ਕੇ ਰੱਖ ਲਈਦੀ ਆ। ਉਸ ਕਮਰੇ ਦੇ ਵਿੱਚ ਵੜੋ ਤਾਂ ਪਹਿਲਾਂ ਹੀ ਪਤਾ ਲੱਗਦਾ ਕਿ ਇਹਨਾਂ ਦੇ ਗੰਢੇ ਰੱਖੇ ਲੱਗਦੇ ਆ। ਸਟੋਰੇਜ ਅਸੀਂ ਵੀ ਕਰੀਦੀ ਆ। ਕਈ ਵਾਰੀ ਅਸੀਂ ਹਲਦੀ ਬੀਜ ਲਈਦੀ ਆ, ਫਿਰ ਅਸੀਂ ਹਲਦੀ ਘਰੇ ਰੱਖ ਲਈਦੀ ਆ। ਇੱਦਾਂ ਦੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਪੰਜਾਬ ਦਾ, ਭਾਰਤ ਦਾ ਕਿਸਾਨ ਸਟੋਰੇਜ ਕਰ ਲੈਂਦਾ। ਪਰ ਇੱਕ ਗੱਲ ਪੱਕੀ ਹੈ, ਜਿਹੜੀ ਨਬਜ਼ ਤੁਸੀਂ ਫੜੀ ਹੈ ਨਾ ਸੰਧਾਲੀਆ ਸਾਹਿਬ, ਪਿਛਲੇ 10 ਸਾਲਾਂ ਦੀਆਂ ਅਖਬਾਰਾਂ ਚੱਕ ਕੇ ਦੇਖ ਲਓ, ਟੀਵੀ ਦੀਆਂ ਰਿਪੋਰਟਾਂ ਕੱਢ ਕੇ ਦੇਖ ਲਓ, ਰੇਡੀਓਜ਼ ਦੀਆਂ ਰਿਕਾਰਡਿੰਗਸ ਸੁਣ ਲਓ। ਹੁੰਦਾ ਕੀ ਆ ਉਹਦੇ ਵਿੱਚ ਕਿ ਸਰਕਾਰ ਨੇ ਫਲਾਨੀ ਵਸਤੂ ਦੇ ਭਾਅ ਵਧਣ ਕਰਕੇ ਉਹਦੀ ਸਟੋਰੇਜ ਦੇ ਉੱਤੇ ਜਿਹੜੀ ਪਾਬੰਦੀ ਲਾਈ ਸੀ, ਉਹਨੂੰ ਸਖਤੀ ਨਾਲ ਚੈੱਕ ਕਰਨ ਦਾ ਐਲਾਨ ਕੀਤਾ, ਇੰਨੇ ਬੰਦਿਆਂ ਨੂੰ ਜੁਰਮਾਨੇ ਕੀਤੇ। ਇਹਦਾ ਮਤਲਬ ਹੈ ਕਿ ਸਾਨੂੰ ਪਤਾ ਹੈ ਕਿ ਲੋਕ ਮਾਰਕੀਟ ਦੇ ਵਿੱਚ ਸਪਲਾਈ ਘਟਾ ਕੇ ਕਿ ਭਾਈ ਗੰਢੇ ਆਪਣੇ ਕੋਲ ਹੀ ਬਹੁਤੇ ਆ, ਆਪਾਂ ਜਾਣ ਹੀ ਨਹੀਂ ਦੇਣੇ ਮੰਡੀ 'ਚ। ਖਰੀਦਣ ਵਾਲੇ 15 ਹੈ, ਉੱਥੇ 5 ਜਿੰਨਾ ਸਮਾਨ ਗਿਆ। ਜਦੋਂ ਉੱਥੇ ਪਤਾ ਲੱਗਾ ਲੋਕਾਂ ਨੂੰ ਗੰਢੇ ਘੱਟ ਆ, 40 ਤੋਂ ਸਿੱਧੇ 80 ਦੇ ਕਰ ਦਿਓ, 80 ਤੋਂ 160 ਦੇ ਕਰ ਦਿਓ। ਖਾਸ ਤੌਰ ਦੇ ਉੱਤੇ ਜਦੋਂ ਤਿੱਥ ਤਿਉਹਾਰ ਕੋਈ ਹੁੰਦਾ ਹੈ, ਉਦੋਂ ਆਪਾਂ ਨੂੰ ਪਤਾ ਹੈ ਕਿ ਰੇਟ ਦੁੱਗਣੇ ਹੋ ਜਾਂਦੇ ਆ, ਕਿਉਂਕਿ ਉਹਨਾਂ ਨੂੰ ਪਤਾ ਸਾਰਾ ਕਿ ਅਸੀਂ ਕੰਮ ਕਿੱਦਾਂ ਕਰਨਾ। ਤੇ ਜਦੋਂ ਇਹ ਕਾਨੂੰਨ ਹੁਣ ਕਹਿ ਦਊਗਾ ਕਿ ਤੁਸੀਂ ਚੱਕ ਲਓ ਵੀ ਪੁੱਲੇ ਲੁੱਟੋ, ਅਗਲੇ ਮੰਡੀ ਦੇ ਵਿੱਚੋਂ ਸਮਾਨ 2 ਰੁਪਏ ਕਿਲੋ ਚੱਕਣਗੇ, ਚੱਲ ਆਪਣੇ ਸਟੋਰ ਚਲਾਤਾ। ਜਦੋਂ ਸਪਲਾਈ ਘਟਾਤੀ, 2 ਦੀ ਚੀਜ਼ 102 ਦੀ, ਚੱਲ ਹੌਲੀ ਹੌਲੀ ਸਪਲਾਈ ਸ਼ੁਰੂ ਕਰਤੀ। ਤੁਸੀਂ ਅਗਲੇ ਦੇ ਡਾਂਗ ਨਹੀਂ ਮਾਰ ਲੈਣੀ, ਤੁਸੀਂ ਅਗਲੇ ਦੇ ਗੋਡੇ ਨਹੀਂ ਤੋੜ ਦੇਣੇ, ਤੁਸੀਂ ਕਿਹਨੂੰ ਪੁੱਛੋਗੇ ਜਾ ਕੇ? ਇਹ ਸਿੱਧੇ ਤੌਰ ਤੇ ਜੇ ਕਿਸਾਨ ਦੇ ਹੱਕ 'ਚ ਤਾਂ ਟਿੱਪਣੀਆਂ ਲਿਖ ਦਿਓ। ਬਿਲਕੁਲ ਸਹੀ। ਦੂਸਰੀ ਗੱਲ ਬਾਟ ਸਾਹਿਬ ਆਪਾਂ ਕਰ ਲਈਏ, ਉਹ ਕਹਿੰਦੇ ਆ ਕਿ ਵੀ ਮੋਦੀ ਸਾਹਿਬ ਨੇ
ਇਹ ਬਹੁਤ ਵੱਡਾ ਵਾਅਦਾ ਕਰ ਦਿੱਤਾ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਜਿਹੜਾ ਪਹਿਲੀਆਂ ਮੰਡੀਆਂ ਨੇ ਉਸ ਤਰੀਕੇ ਨਾਲ ਆਪਣੀ ਜਿਣਸ ਵੇਚਣ 'ਤੇ ਕੋਈ ਬੰਦਿਸ਼ ਨਹੀਂ ਆ, ਕੋਈ ਰੋਕ ਨਹੀਂ ਹੈ। ਸਰਕਾਰ MSP ਤੈਅ ਕਰਦੀ ਹੈ, MSP ਤੈਅ ਹੁੰਦੀ ਰਹੂਗੀ। ਸਰਕਾਰੀ ਏਜੰਸੀਆਂ ਉਹ ਸਾਰਾ ਕੁਝ ਝੁਕਦੀਆਂ ਰਹਿਣਗੀਆਂ। ਇਸ ਕਰਕੇ ਕਿਸਾਨ ਧੜਕੂ ਛੱਡ ਦੇਵੇ। ਅਸੀਂ ਤਾਂ ਸਗੋਂ ਇਹ ਕਰ ਰਹੇ ਹਾਂ ਵੀ ਮੰਡੀ 'ਚ ਜੇ ਅੱਗੇ 10 ਗਾਹਕ ਸੀ ਤੇ ਅਸੀਂ 100 ਗਾਹਕ ਹੋਰ ਲੱਭ ਕੇ ਦੇ ਰਹੇ ਹਾਂ ਜਿਹੜਾ ਮੰਡੀ ਦੇ ਬਾਹਰੋਂ ਹੀ ਖਰੀਦ ਲਊਗਾ। ਇਸ ਕਰਕੇ ਕਿਸਾਨ ਕੋਲੇ ਘਰ ਤੋਂ ਲੈ ਕੇ ਤੇ ਮੰਡੀ ਤੱਕ ਜਾਣ ਤੱਕ ਦੇ ਵਿੱਚ ਗਾਹਕ ਹੀ ਗਾਹਕ ਆ। ਇੱਥੋਂ ਤੱਕ ਵੀ ਇਹ ਵੀ ਹੋ ਸਕਦਾ ਵੀ ਕਿਸਾਨ ਘਰੋਂ ਹੀ ਆਖੇ ਵੀ ਮੇਰੇ ਘਰੋਂ ਲੈ ਜਾਓ ਤੇ ਵਪਾਰੀ ਘਰੋਂ ਵੀ ਲੈ ਜਾਊਗਾ। ਇਹ ਗੱਲ ਸੁਣਨ ਨੂੰ ਸਮਝਾਉਣ ਨੂੰ ਬੜੀ ਵਧੀਆ ਲੱਗਦੀ ਹੈ, ਪਰ ਪੰਜਾਬ ਨੇ ਕਿਉਂਕਿ ਹਰ ਤਰ੍ਹਾਂ ਦਾ ਪ੍ਰੈਕਟੀਕਲ ਕੀਤਾ। ਇਹਦੇ ਜਿਹੜਾ ਅਗਲਾ ਮੁੱਦਾ ਹੈ ਮੈਂ ਚਾਹੁੰਦਾ ਵੀ ਆਪਾਂ ਉਹ ਵੀ ਲੋਕਾਂ ਦੀ ਕਚਹਿਰੀ 'ਚ ਰੱਖਦੇ ਤਾਂ ਜੋ ਆਪਾਂ ਸਮਝ ਸਕੀਏ ਕਿ ਅਸਲ ਵਿਰੋਧ ਕਿੱਥੇ ਹੈ। MSP ਕਣਕ ਤੇ ਝੋਨੇ ਤੋਂ ਇਲਾਵਾ ਬਾਕੀ ਕਹਿ ਲਓ ਕਿ ਵੀ 21 ਹੋਰ ਜਿਣਸਾਂ ਨੇ ਜਿਨ੍ਹਾਂ ਦੀ ਮਿਥੀ ਜਾਂਦੀ ਹੈ, ਪਰ ਕਦੀ ਵੀ ਉਹਨਾਂ ਜਿਣਸਾਂ ਦੀ ਪੂਰੀ MSP ਯਾਨੀ ਕਿ ਮਿਨੀਮਮ ਸਪੋਰਟ ਪ੍ਰਾਈਸ, MSP ਦੀ ਫੁੱਲ ਫਾਰਮ ਹੈ ਮਿਨੀਮਮ ਸਪੋਰਟ ਪ੍ਰਾਈਸ, ਕਿ ਤੁਸੀਂ ਇਹਦੇ ਤੋਂ ਘੱਟ ਨਹੀਂ ਖਰੀਦ ਸਕਦੇ। ਉਹ ਆਮ ਤੌਰ 'ਤੇ ਖਰੀਦੀ ਜਾਂਦੀ ਹੈ। ਜੇ ਆਪਾਂ 2 ਦਿਨ ਪਹਿਲਾਂ ਵੀ ਗੱਲ ਕੀਤੀ ਸੀ, ਉਹ ਚਾਹੇ ਤੁਸੀਂ ਹੁਣ ਵੀ ਦੇਖ ਲਓ ਕਿ ਮੱਕੀ 1850 ਰੁਪਏ ਰੇਟ ਹੈ ਤੇ ਇਸ ਵਕਤ 600 700 800 900 ਤੱਕ ਉਹ ਵਿਕਦੀ ਪਈ ਆ। ਫਿਰ 1850 ਰੇਟ ਤੋਂ ਥੱਲੇ ਕੌਣ ਖਰੀਦ ਰਿਹਾ ਹੈ? ਉਹ ਕਿਹੜੇ ਵਪਾਰੀ ਨੇ? ਉਹ ਮੰਗਲ ਗ੍ਰਹਿ ਤੋਂ ਆਏ ਨੇ ਜਾਂ ਫਿਰ ਉਹਨਾਂ ਨੂੰ ਪਤਾ ਨਹੀਂ ਕਿ ਸਰਕਾਰ ਨੇ ਕਾਨੂੰਨ ਲਿਆ ਦਿੱਤਾ ਕਿਸਾਨ ਦੇ ਹੱਕ ਦੇ ਵਿੱਚ, ਉਹ ਕਿਸਾਨਾਂ ਦੀ ਆਮਦਨ ਦੁੱਗਣੀ ਕਿਉਂ ਨਹੀਂ ਕਰਦੇ? ਉਹ 1850 ਵਾਲੀ ਚੀਜ਼ 2000 ਨੂੰ ਕਿਉਂ ਨਹੀਂ ਖਰੀਦ ਰਹੇ? ਇਹਦਾ ਜਵਾਬ ਸਰਕਾਰ ਨਹੀਂ ਦੇ ਸਕਦੀ। ਦੂਸਰਾ ਫਿਕਰ ਜਿਹੜਾ ਕਿਸਾਨਾਂ ਨੂੰ ਇਹ ਹੈ ਕਿ ਮੋਦੀ ਸਾਹਿਬ ਜਾਂ ਉਹਨਾਂ ਤੋਂ ਪਹਿਲੀਆਂ ਸਰਕਾਰਾਂ ਹੁਣ ਤੱਕ ਜਿੰਨੇ ਵਾਅਦੇ ਆਪਣੇ ਚੋਣ ਮੈਨੀਫੈਸਟੋਆਂ 'ਚ ਕਰਦੀਆਂ ਰਹੀਆਂ, ਭਾਵੇਂ ਕਦੇ ਕਿਸੇ ਨੇ 15 ਲੱਖ ਦੇਣਾ ਸੀ ਜਾਂ ਭਾਵੇਂ ਕਿਸੇ ਨੇ ਕੁਝ ਹੋਰ ਕਰਨਾ ਸੀ, ਉਹ ਸਾਰਿਆਂ ਦਾ ਮੌਕੇ 'ਤੇ ਆਣ ਕੇ ਮੁੱਕਰਨ ਵਾਲਾ ਇਤਿਹਾਸ ਜਿਹੜਾ ਹੈ, ਉਹ ਸਭ ਤੋਂ ਵੱਡਾ ਡਰ ਬੈਠਾ ਲੋਕਾਂ ਦੇ ਮਨਾਂ ਦੇ ਵਿੱਚ ਕਿ ਲੀਡਰ ਅੱਜ ਬਿਆਨ ਕੁਝ ਹੋਰ ਦਿੰਦੇ ਆ, ਕੱਲ੍ਹ ਨੂੰ ਇਹਨਾਂ ਕਦੋਂ ਪੱਲਾ ਝਾੜ ਕੇ ਨਿਕਲ ਜਾਣਾ, ਇਹਦਾ ਕੋਈ ਜਵਾਬ ਨਹੀਂ ਹੈਗਾ। ਜਿੰਨਾ ਜ਼ੋਰ ਦੇ ਕੇ ਤੁਸੀਂ ਇਤਿਹਾਸ ਸ਼ਬਦ ਬੋਲਿਆ ਨਾ, ਐਂ ਲੱਗਾ ਉਹੀ ਤਾਂ ਭਾਈ ਕੋ ਵਰਲਡ ਰਿਕਾਰਡ ਬਣਾਇਆ ਲੱਗਦਾ। ਇਹਨਾਂ ਨੇ ਤਾਂ ਓਲੰਪਿਕ ਦੇ ਵਿੱਚੋਂ ਮੈਡਲ ਜਿੱਤਿਆ ਲੱਗਦਾ। ਇਹਨਾਂ ਨੇ ਤਾਂ ਦੇਸ਼ ਦਾ ਨਾਂ ਜਿਹੜਾ ਸੰਸਾਰ ਦੇ ਵਿੱਚ ਮਾਣ ਦੇ ਨਾਲ ਉੱਚਾ ਕੀਤਾ ਲੱਗਦਾ। ਸਰਕਾਰਾਂ ਸਾਰੀਆਂ ਜ਼ਿੰਮੇਵਾਰ ਹੈ। ਪਹਿਲੀ ਗੱਲ ਸੰਧਾਲੀਆ ਸਾਹਿਬ ਜਿਹੜੀ ਤੁਸੀਂ ਮੰਡੀਆਂ ਦੀ ਕੀਤੀ ਨਾ, ਕਿਉਂਕਿ ਸਾਰੀਆਂ ਧਿਰਾਂ ਜਿਹੜੀਆਂ ਵਿਰੋਧੀ ਨੇ ਉਹ ਕਹਿੰਦੀਆਂ ਮੰਡੀਆਂ ਟੁੱਟ ਜਾਣੀਆਂ, ਉਹ ਕਹਿੰਦੇ ਤੋੜਨੀਆਂ ਹੀ ਨਹੀਂ। ਸਰਕਾਰੀ ਮੰਡੀਆਂ, ਸਰਕਾਰੀ ਖਰੀਦ ਖਤਮ ਹੋ ਜਾਣੀ, ਉਹ ਕਹਿੰਦੇ ਬਿਲਕੁਲ ਨਹੀਂ, ਬਿਲਕੁਲ ਨਹੀਂ ਮੰਡੀਆਂ ਕਿਸੇ ਨੇ ਤੋੜਨੀਆਂ, ਨਾ ਸਾਡੇ ਕੋਲ ਇਦਾਂ ਦਾ ਇਤਿਹਾਸ ਹੈ। ਪਰ ਮੈਂ ਇੱਕ ਉਦਾਹਰਨ ਦੇਣੀ ਹੈ, ਜੋ ਸੁਣ ਲਓ। ਇਦਾਂ ਹੀ ਕਿਸੇ ਵੇਲੇ ਪੰਜਾਬ ਰੋਡਵੇਜ਼ ਜਿਹੜੀ ਹੈ ਸਰਕਾਰੀ ਬੱਸ ਆ, ਉਹਦੀਆਂ 2407 ਬੱਸਾਂ ਹੁੰਦੀਆਂ ਸੀ ਪੰਜਾਬ 'ਚ, 2407 2407 ਐਨ ਵਧੀਆ ਤਰੀਕੇ ਨਾਲ ਪੰਜਾਬ ਰੋਡਵੇਜ਼ ਚੱਲਦੀ ਸੀ। 4 ਰੁਪਏ ਕਮਾ ਕੇ ਲਿਆਉਂਦੀ ਸੀ। ਵਿਦਿਆਰਥੀਆਂ ਦੇ ਪਾਸ ਬਣਦੇ ਸੀ, ਉਹ ਆਪਣੇ ਘਰ ਦੇ ਨੇੜੇ ਬੱਸ ਅੱਡੇ ਤੋਂ ਚੜ੍ਹਦੇ ਸੀ, ਸਕੂਲ ਕਾਲਜ ਜਾਂਦੇ ਸੀ, ਯੂਨੀਵਰਸਿਟੀਆਂ 'ਚ ਪੜ੍ਹਦੇ ਸੀ, ਸਾਰਾ ਕੁਝ ਠੀਕ ਸੀ। ਅਸੀਂ ਆਪਣੀ ਅੱਖੀਂ ਦੇਖਿਆ। ਤੁਸੀਂ ਤੇ ਚਲੋ ਵੱਡੇ ਬੰਦੇ ਹੋ, ਤੁਹਾਨੂੰ ਤਾਂ ਕਾਰ 'ਚ ਘਰ ਦੇ ਛੱਡਣ ਆਉਂਦੇ ਹੋਣੇ ਆ, ਮੈਂ ਤਾਂ ਬੱਸਾਂ 'ਚ ਪੜ੍ਹਿਆ। ਮੈਂ ਤੁਹਾਨੂੰ ਦੱਸਦਾ ਉਦੋਂ ਨਾ ਬਾਟ ਸਾਹਿਬ ਮਰਸੀਡੀਜ਼ ਰੱਖੀ ਹੁੰਦੀ ਹੈ। ਨਹੀਂ ਬਿਲਕੁਲ ਠੀਕ ਹੈ, ਅੱਜ ਕੱਲ੍ਹ ਲੋਕ ਲੈਣ ਲੱਗ ਪਏ, ਅਸੀਂ ਉਦੋਂ ਰੱਖੀ ਹੁੰਦੀ। ਮੈਂ ਬਿਲਕੁਲ ਨਹੀਂ ਇਹ ਦੱਸਣਾ ਕਿ ਹੈਲੀਕਾਪਟਰ 'ਚ ਵੀ ਤੁਸੀਂ ਪੜ੍ਹਨ ਜਾਂਦੇ ਰਹੇ ਹੋ, ਆਪਾਂ ਗੱਲ ਹੀ ਨਹੀਂ ਕਰਨੀ ਉਧਰਲੇ ਪਾਸੇ। ਹੁਣ ਦੇਖੋ ਬਿਲਕੁਲ ਠੀਕ ਹੋਇਆ ਕਿ ਉਹ 2407 ਪੰਜਾਬ ਰੋਡਵੇਜ਼ ਦੀਆਂ ਬੱਸਾਂ ਸਾਡੇ ਦੇਖਦਿਆਂ ਹੁਣ ਕੀ ਲੱਗ ਪਿਆ ਕਿ ਪੰਜਾਬ ਰੋਡਵੇਜ਼ ਦੀ ਬੱਸ ਦਾ ਜੇ ਇੱਕ ਸ਼ੀਸ਼ਾ ਟੁੱਟ ਗਿਆ ਜਾਂ ਇੱਕ ਬਾਰੀ ਬਿੰਗੀ ਹੋ ਗਈ, ਉਹ ਕਿਸੇ ਨੇ ਬਣਾਈ ਨਹੀਂ। ਜਿਹੜੀ ਨੇੜਿਓਂ ਦੀ ਪ੍ਰਾਈਵੇਟ ਬੱਸ ਲੰਘਦੀ ਸੀ, ਉਹਦਾ ਸ਼ੀਸ਼ਾ ਟੁੱਟਦਾ ਸੀ, ਤਰੇੜ ਵੀ ਆਉਂਦੀ ਸੀ, ਉਹ ਬਦਲ ਦਿੰਦੇ ਸੀ। ਸਾਨੂੰ ਸਹੂਲਤਾਂ ਉਹਦੇ ਵਿੱਚ ਵੱਧ ਲੱਗਣ ਲੱਗ ਪਈਆਂ। ਜੇ ਪੰਜਾਬ ਰੋਡਵੇਜ਼ ਦੀ ਸੀਟ ਪਾਟ ਗਈ, ਸੂਫਾ ਜਿਹਾ ਵਿੱਚੋਂ ਬਾਹਰ ਨਿਕਲਿਆ, ਉਹ ਕਿਸੇ ਨੇ ਪਾਈ ਨਹੀਂ। ਸਾਨੂੰ ਨਾਲ ਦੀ ਪ੍ਰਾਈਵੇਟ ਬੱਸ ਜਿਹੜੀ 8 ਵਜੇ ਰੋਡਵੇਜ਼ ਆਉਂਦੀ ਸੀ, 8:15 ਆਉਂਦੀ ਸੀ, ਸਾਨੂੰ ਉਹ ਚੰਗੀ ਲੱਗਣ ਲੱਗ ਪਈ। ਉਹਨਾਂ ਨੇ ਬੱਸਾਂ ਦੇ ਵਿੱਚ ਡੈਕ ਲਾਤੇ, TV ਲਾਤੇ, ਟੇਪਾਂ ਲਾਤੀਆਂ। ਅਸੀਂ ਕਿਹਾ ਚਲੋ ਯਾਰ ਇਹਦੇ ਵਿੱਚ ਦੀ ਕੀ ਜਾਣਾ, ਆਪਾਂ ਉਹਦੇ ਵਿੱਚ ਚੱਲਦੇ ਹਾਂ। ਜਿਹੜੀ ਪੰਜਾਬ ਰੋਡਵੇਜ਼ ਦੀ ਬੱਸ ਮਾੜੀ ਜੀ ਖਰਾਬ ਹੋ ਗਈ, ਅਸੀਂ ਵਰਕਸ਼ਾਪ 'ਚ ਖੜਾਤੀ। ਅੱਜ 2407 ਦੇ ਵਿੱਚੋਂ ਕਿੰਨੀਆਂ ਕੁ ਬੱਸਾਂ ਪੰਜਾਬ ਰੋਡਵੇਜ਼ ਦੀਆਂ ਤੇ ਪ੍ਰਾਈਵੇਟ ਬੱਸਾਂ ਹਰਲ ਕਰਦੀਆਂ ਫਿਰਦੀਆਂ। ਅਸੀਂ ਹੌਲੀ ਹੌਲੀ ਸਰਕਾਰੀ ਸਿਸਟਮ ਉੱਥੇ ਫੇਲ ਕਰਤਾ, ਪ੍ਰਾਈਵੇਟ ਸਿਸਟਮ ਉੱਥੇ ਆ ਗਿਆ। ਜਿਹੜਾ ਨਿਆਣਾ 8 ਵਜੇ ਬੱਸ ਦੇ ਵਿੱਚ ਚੜ੍ਹਦਾ ਸੀ ਕਿ ਰੋਡਵੇਜ਼ ਦੀ, ਜਿੱਤ ਕੇ 9 ਵਜੇ ਤੋਂ ਪਹਿਲਾਂ ਮੈਂ ਕਾਲਜ ਪਹੁੰਚਣਾ ਹੈ, ਉਹਨੂੰ 7:30 ਤੋਂ 9:30 ਤੱਕ ਕੋਈ ਰੋਡਵੇਜ਼ ਦੀ ਬੱਸ ਹੀ ਨਹੀਂ। ਉਦੋਂ ਪ੍ਰਾਈਵੇਟ ਬੱਸਾਂ ਉਹਦੇ ਵਿੱਚ ਕਿਰਾਇਆ ਦੇ ਕੇ ਕੌਣ ਜਾਊ? ਜਿਸ ਢੰਗ ਦੇ ਨਾਲ ਸਾਡੀ ਪੰਜਾਬ ਰੋਡਵੇਜ਼ ਤੇ ਪੈਪਸੂ ਰੋਡਵੇਜ਼ ਨੂੰ ਚਰੂੰਡ ਲੀਡਰਸ਼ਿਪ ਨੇ ਖਾਧਾ, ਸਰਕਾਰ ਕੋਈ ਵੀ ਹੋਵੇ, ਅੱਜ ਤੁਸੀਂ ਪੰਜਾਬ ਦਾ ਹਾਲ ਦੇਖ ਲਓ। ਇਹਨਾਂ ਨੇ ਪਹਿਲਾਂ ਆਖਿਆ ਕਿ ਪ੍ਰਾਈਵੇਟ ਸਕੂਲ ਜਿੰਨੇ ਖੋਲ੍ਹਣੇ ਖੋਲ੍ਹ ਲਓ, ਸਰਕਾਰੀ ਸਕੂਲਾਂ ਦੇ ਵਿੱਚ ਮਾਸਟਰ ਘੱਟ ਕਰ ਦਿੱਤੇ, ਸਾਜ਼ਿਸ਼ਨ, ਬੱਚੇ ਲੋਕਾਂ ਨੇ ਭੇਜਣੇ ਘੱਟ ਕਰਤੇ ਕਿ ਪੜ੍ਹਾਈ ਹੈ ਨਹੀਂ। ਹੁਣ ਇਹ ਕਹਿ ਕੇ ਸਕੂਲਾਂ ਨੂੰ ਜਿੰਦਰੇ ਮਾਰੀ ਜਾਂਦੇ ਆ ਕਿ ਜੀ ਉੱਥੇ ਤਾਂ ਬੱਚਿਆਂ ਦੀ ਗਿਣਤੀ ਘੱਟ ਹੈ, ਜੇ 10 ਤੋਂ 20 ਤੋਂ ਘੱਟ ਹੋਏ ਤਾਂ ਅਸੀਂ ਨਾਲ ਦੇ ਸਕੂਲ 'ਚ ਮਰਜ ਕਰ ਦੇਣਾ। ਕੀ ਪੰਜਾਬ ਦੀਆਂ ਮੰਡੀਆਂ ਦਾ ਇਹ ਹਾਲ ਨਹੀਂ ਹੋਊ? ਜਿਹੜੇ ਆੜ੍ਹਤੀਏ ਦੇ ਕੋਲੇ ਕੋਈ ਦਾਣੇ ਲੈ ਕੇ ਆਊ ਨਹੀਂ,
ਕਿੰਨੀ ਕੁ ਦੇਰ ਉਹ ਆਪਣੀ ਆੜਤ ਦੇ ਉੱਤੇ ਬੈਠਾ ਮੱਖੀਆਂ ਮਾਰਦਾ ਰਹੂ, ਕਿੰਨੀ ਕੁ ਦੇਰ ਪੱਲੇਦਾਰ ਉੱਥੇ ਰਹਿਣਗੇ। ਇਹ ਮਾੜੀ ਮੋਟੀ ਸਮਝਣ ਦੀ ਗੱਲ ਹੈ, ਸਮਝ ਲਓਗੇ ਤਾਂ ਠੀਕ ਹੈ, ਨਹੀਂ ਤਾਂ ਵਾਹਿਗੁਰੂ ਭਲੀ ਕਰੂਗਾ। ਬਾਠ ਸਾਹਿਬ ਗੱਲ ਜਿਹੜੀ ਪਾਸੇ ਤੋਰ ਦਿੱਤੀ ਆ ਨਾ, ਉਹਨੂੰ ਜੇ ਆਖੋ ਜੇ ਤੁਸੀਂ ਹੁਕਮ ਕਰੋ ਤੇ ਮੈਂ ਸਿਰੇ ਲਾ ਦਿਆਂ ਵੀ ਅਗਲਾ ਕੀ ਹੋਣਾ ਕੰਮ। ਆਓ ਜੀ, ਲਾਓ ਜੀ। ਸਿਰਾ ਇਹ ਲੱਗਣਾ ਹੈ ਕਿ ਤੁਸੀਂ ਕਹਿੰਦੇ 4-5 ਸਾਲ ਤੱਕ ਹੋਣਾ ਕੀ ਹੈ ਪੰਜਾਬ ਦੇ ਵਿੱਚ। ਪਿਛਲੇ ਕੁਝ ਸਾਲਾਂ ਦਾ ਇਤਿਹਾਸ ਆਪਾਂ ਫਰੋਲ ਕੇ ਦੇਖ ਲਈ। ਫਿਰ ਮੈਂ ਇਤਿਹਾਸ ਕਹਿਣਾ, ਇਤਿਹਾਸ ਕਿਉਂਕਿ ਲੀਡਰ ਲਿਖ ਰਹੇ ਨੇ ਨਾ, ਇਤਿਹਾਸ ਆਮ ਬੰਦੇ ਤਾਂ ਵਿਚਾਰੇ ਪੇਸ਼ ਹੀ ਰਿਹਾ ਜੀ। ਇਹ ਵੀ ਇਤਿਹਾਸ ਚੱਲ ਪਿਆ ਕਿ ਜਿਹੜੀਆਂ ਸਰਕਾਰੀ ਪ੍ਰਾਪਰਟੀਆਂ ਨੇ, ਉਹ ਸਰਕਾਰੀ ਪ੍ਰਾਪਰਟੀਆਂ ਸ਼ਹਿਰਾਂ ਦੇ ਵਿੱਚ ਬਹੁਤ ਖੁੱਲ੍ਹਾ ਥਾਂ ਆ, ਕਿੱਲਿਆਂ ਦੇ ਕਿੱਲੇ, ਏਕੜਾਂ ਦੇ ਏਕੜ ਥਾਂ, ਤੇ ਉਹਨੂੰ ਜਦੋਂ ਬੈਂਕ ਦੇ ਕੋਲ ਗਿਰਵੀ ਰੱਖਿਆ ਜਾਂਦਾ ਜਾਂ ਕਿਸੇ ਪ੍ਰਾਈਵੇਟ ਰੀਅਲ ਅਸਟੇਟ ਡਿਵੈਲਪਰ ਨੂੰ ਵੇਚਿਆ ਜਾਂਦਾ ਤੇ ਪੈਸੇ ਵਾਹਵਾ ਮੋਟੇ ਮਿਲ ਜਾਂਦੇ ਆ। ਹੁਣ ਜਿਹੜੀਆਂ ਮੰਡੀਆਂ ਦੀ ਆਪਾਂ ਗੱਲ ਕਰਦੇ ਹਾਂ, ਜਿਹੜੀਆਂ ਕਸਬਿਆਂ 'ਚ ਨੇ, ਉਸ ਤੋਂ ਇਲਾਵਾ ਸ਼ਹਿਰਾਂ 'ਚ ਨੇ ਜਾਂ ਵੱਡਿਆਂ ਸ਼ਹਿਰਾਂ 'ਚ ਨੇ, ਉਹਨਾਂ ਦੇ ਫੜ ਕਿੰਨੀ ਜਗ੍ਹਾ ਦੇ ਵਿੱਚ ਆ ਤੇ ਕਿਸ ਥਾਂ ਤੇ ਉਹ ਮੰਡੀਆਂ ਨੇ, ਇਹਦਾ ਆਪਾਂ ਅੰਦਾਜ਼ਾ ਲਾ ਲਈਏ ਤੇ ਉਹਨਾਂ ਦਾ ਮੁੱਲ ਜਦੋਂ ਕਿਸੇ ਰੀਅਲ ਅਸਟੇਟ ਵਾਲੇ ਜਾਂ ਪ੍ਰਾਪਰਟੀ ਡੀਲਰ ਕੋਲੋਂ ਤੁਸੀਂ ਕਾਗਜ਼ ਤੇ ਲਵਾਓਗੇ ਤੇ ਉਹਨੇ ਪਰਚੀਆਂ ਦੇ ਵਿੱਚ ਜਿੰਨੀਆਂ ਜ਼ੀਰੋਆਂ ਪਾਉਣੀਆਂ ਆਪਣੇ ਕੋਲੋਂ ਪੜ੍ਹੀਆਂ ਨਹੀਂ ਜਾਣੀਆਂ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਮੈਂ ਤਾਂ ਸੋਹਣ ਸਿੰਘ ਜੀ ਨੂੰ ਤੇ ਰਾਮ ਲਾਲ ਜੀ ਨੂੰ ਬੇਨਤੀ ਕਰਦਾ, ਜਿਹੜੇ ਸਵੇਰ ਨੂੰ ਸਬਜ਼ੀ ਮੰਡੀ ਦੇ ਵਿੱਚ ਜਾਂ ਦਾਣਾ ਮੰਡੀ ਦੇ ਵਿੱਚ ਸੀਜ਼ਨ ਦੇ ਮੌਕੇ ਦੇ ਉੱਤੇ ਚਾਹ ਦੀ ਰੇਹੜੀ ਲਾਉਂਦੇ ਆ, ਜਾਂ ਉੱਥੇ ਬ੍ਰੈਡ ਪਕੌੜੇ ਕੱਢ ਕੇ ਵੇਚਦੇ ਆ, ਜਾਂ ਉੱਥੇ ਲਿਫਾਫੇ ਵੇਚਦੇ ਆ, ਜਾਂ ਉਹਨਾਂ ਦਾ ਮਾੜਾ ਮੋਟਾ ਸਹਾਇਕ ਧੰਦਾ, ਮੈਂ ਉਹਨਾਂ ਨੂੰ ਬੇਨਤੀ ਕਰਦਾ ਤੇ ਪੱਲੇਦਾਰਾਂ ਨੂੰ ਵੀ ਬੇਨਤੀ ਕਰਦਾ ਕਿ ਕੋਈ ਹੋਰ ਕੰਮ ਧੰਦਾ ਨਾਲੋਂ ਨਾਲ ਸਿੱਖ ਲਓ ਭਾਈ। ਜੇ ਕਿਤੇ ਕੋਈ ਕੁੱਲੀ ਹੋਰ ਨਹੀਂ ਪਾਈ ਤਾਂ ਆਲੇ ਦੁਆਲੇ ਦੇ ਪਿੰਡ 'ਚ ਕਿਤੇ ਕੁੱਲੀ ਦੇਖ ਲਓ ਭਾਈ, ਕਿਉਂਕਿ ਮੰਡੀਆਂ ਦੇ ਵਿੱਚ ਜੇ ਕਣਕ ਨਹੀਂ ਆਊ, ਕਿਸਾਨ ਨਹੀਂ ਆਊ, ਪੱਲੇਦਾਰ ਨਹੀਂ ਆਊ, ਆੜਤੀਆ ਨਹੀਂ ਆਊ, ਬਾਕੀ ਬੰਦੇ ਨਹੀਂ ਆਉਣਗੇ, ਤਾਂ ਫਿਰ ਭਾਈ ਤੁਹਾਡੇ ਬ੍ਰੈਡ ਪਕੌੜੇ ਕਿੰਨੇ ਖਾਣੇ ਆ? ਤੁਹਾਡੀ ਚਾਹ ਦੀ ਜਿਹੜੀ ਦੁਕਾਨ ਉੱਥੇ ਸੋਹਣ ਸਿੰਘ ਟੀ ਸਟਾਲ ਜਾਂ ਰਾਮ ਲਾਲ ਟੀ ਸਟਾਲ ਲਿਖਿਆ, ਉਧਰਲੇ ਪਾਸੇ ਨੂੰ ਜਾਊਗਾ ਕੌਣ? ਇੱਕ ਫਰਕ ਨਹੀਂ ਪੈਣਾ ਸੰਧਾਲੀਆ ਸਾਹਿਬ, ਬਹੁਤ ਫਰਕ ਪੈਣਾ। ਪਰ ਇਸ ਵੇਲੇ ਢੋਲੇ ਦੀਆਂ ਲਾਈ ਜਾਂਦੇ ਆ, ਆਪੋ ਆਪਣਾ ਸਿਆਸੀ ਰਾਗ ਗਾਈ ਜਾਂਦੇ ਆ, ਫਿਕਰ ਕਿਸੇ ਨੂੰ ਕੋਈ ਨਹੀਂ। ਬਿਲਕੁਲ ਸਹੀ। ਤੀਸਰਾ ਜਿਹੜਾ ਬਿੱਲ ਹੈ ਉਹਨੂੰ ਵੀ ਥੋੜ੍ਹਾ ਜਿਹਾ ਸਮਝਾ ਦਿਆਂ ਜੀ। ਉਹ ਇਹ ਕਹਿੰਦੇ ਵੀ ਕੰਟਰੈਕਟ ਫਾਰਮਿੰਗ, ਜਿਹਨੂੰ ਕਿ ਐਲੈਬੋਰੇਟ ਕਰਕੇ ਪੰਜਾਬ ਦੇ ਵਿੱਚ ਇੱਦਾਂ ਦੱਸਿਆ ਜਾ ਰਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ਦੇ ਦਿੱਤੀਆਂ ਜਾਣਗੀਆਂ ਤੇ ਪੰਜਾਬ ਦਾ ਕਿਸਾਨ ਉੱਤੇ ਮਜ਼ਦੂਰੀ ਕਰੇਗਾ। ਇਹ ਜੇ ਆਪਾਂ ਸਰਕਾਰ ਵਾਲੇ ਪੱਖ ਤੋਂ ਵੀ ਸਮਝ ਲਈਏ ਕਿ ਸਰਕਾਰ ਕਹਿੰਦੀ ਕਿ ਇਸ ਤਰ੍ਹਾਂ ਦਾ ਕੁਛ ਨਹੀਂ ਹੈ, ਇਹ ਤਾਂ ਪ੍ਰਚਾਰ ਕੀਤਾ ਜਾ ਰਿਹਾ। ਅਸਲ 'ਚ ਅਸੀਂ ਕਰ ਰਹੇ ਹਾਂ ਕਿ ਵੀ ਹੁਣ ਤੱਕ ਜਿਹੜੀ ਕੰਟਰੈਕਟ ਫਾਰਮਿੰਗ ਹੁੰਦੀ ਸੀ, ਮੈਂ ਦੇਸੀ ਭਾਸ਼ਾ 'ਚ ਦੱਸਦਿਆਂ, ਕਈ ਕੰਪਨੀਆਂ ਪੰਜਾਬ 'ਚ ਆ ਕੇ ਟਮਾਟਰਾਂ ਦੇ ਲਈ ਕਹਿ ਲੈਂਦੀਆਂ ਸੀ ਵੀ ਤੁਸੀਂ ਹੁਣ ਚਲੋ ਅਸੀਂ ਚੱਕ ਲਾਂਗੇ, ਤੁਸੀਂ ਕਰ ਲਓ। ਕਈਆਂ ਨੇ ਗੰਨਾ ਲਵਾ ਦੇਣਾ, ਕਈਆਂ ਨੇ ਉਹ ਚੁਕੰਦਰ ਲਵਾ ਦੇਣੀ, ਕਈਆਂ ਨੇ ਆਲੂ ਲਵਾ ਦੇਣੇ ਕਿ ਆਪਾਂ ਚਿਪਸ ਬਣਾਵਾਂਗੇ। ਇਹ ਸਾਰੇ ਕੁਝ ਦੇ ਲਈ ਕੰਟਰੈਕਟ ਹੁੰਦਾ ਸੀ ਤੇ ਉਹ ਕਹਿੰਦੇ ਵੀ ਉਹਦੇ ਨਾਲ ਕੇਵਲ ਲੀਗਲੈਲਿਟੀਜ਼, ਜਿਹਨੂੰ ਆਪਾਂ ਕਹਿੰਦੇ ਨੇ ਵੀ ਕਾਨੂੰਨੀ ਘੁੰਡੀਆਂ ਘੰਡੀਆਂ ਜਿਹੀਆਂ ਉਨੀਆਂ ਕਲੀਅਰ ਨਹੀਂ ਸੀ ਹੁੰਦੀਆਂ, ਤੇ ਉਹ ਕੰਪਨੀਆਂ ਕਈ ਵਾਰਾਂ ਭੱਜ ਜਾਂਦੀਆਂ ਸੀ। ਇਸ ਕਰਕੇ ਅਸੀਂ ਹੁਣ ਕਰ ਰਹੇ ਹਾਂ ਵੀ ਇਹ ਸਾਰੇ ਕੁਛ ਨੂੰ ਲੀਗਲਾਈਜ਼ ਕਰ ਦਈਏ। ਹੁਣ ਜਿਹੜਾ ਕੰਟਰੈਕਟ ਹੋਏਗਾ ਉਹ ਕਿਸਾਨ ਹਿਤੈਸ਼ੀ ਹੋਏਗਾ ਤੇ ਜਿਹੜੀ ਵੀ ਕੰਪਨੀ ਆਏਗੀ ਉਹ ਕਿਸਾਨ ਦੇ ਨਾਲ ਪਹਿਲਾਂ ਕੰਟਰੈਕਟ ਕਰ ਲਏਗੀ ਤੇ ਜੋ ਵੀ ਮਿੱਥੀ ਗਈ ਕੀਮਤ ਹੈ ਉਹ ਫਸਲ ਦੀ ਦੇਣੀ ਪਏਗੀ। ਇਹਦੇ ਤੋਂ ਬਾਅਦ ਇੱਕ ਹੋਰ ਟੈਲੀਵਿਜ਼ਨ ਦੇ ਉੱਪਰ ਮੈਡਮ ਚੰਗਾ ਕੋਟ ਪਾਟ ਪਾ ਕੇ ਤੇ ਉਹ ਸਮਝਾ ਰਹੇ ਸੀ। ਉਹ ਕਹਿੰਦੇ ਦੇਖੀਏ ਪਹਿਲਾਂ ਕੀ ਹੁੰਦਾ ਸੀ ਕਿ ਕਿਸਾਨ ਦੀ ਫਸਲ ਜੇ ਮੀਂਹ ਨਾਲ ਮਾਰੀ ਗਈ, ਉਹਦੇ 'ਚ ਹੜ੍ਹ ਆ ਗਿਆ ਜਾਂ ਮੀਂਹ ਹਨੇਰੀ ਤੋਂ ਇਲਾਵਾ ਕੋਈ ਸੋਕਾ ਪੈ ਗਿਆ, ਮੀਂਹ ਨਹੀਂ ਪਿਆ, ਕਿਸੇ ਤਰ੍ਹਾਂ ਵੀ ਉਹਦੀ ਫਸਲ ਨੂੰ ਨੁਕਸਾਨ ਹੋ ਗਿਆ ਤੇ ਉਹ ਵਿਚਾਰਾ ਕਿਸਾਨ ਮਰ ਜਾਂਦਾ ਸੀ। ਹੁਣ ਕੰਪਨੀ ਦਾ ਨੁਕਸਾਨ ਹੋਏਗਾ ਕਿਉਂਕਿ ਉਹ ਕਿਸਾਨ ਨੇ ਤੇ ਕੰਟਰੈਕਟ ਕਰ ਲੈਣਾ ਤੇ ਜਿਹੜੀ ਕੰਪਨੀ ਹੈ ਉਹਨੇ ਕਿਸਾਨ ਨੂੰ ਪੈਸੇ ਦੇਣੇ ਹੀ ਦੇਣੇ ਆ। ਕਿੱਡਾ ਵੱਡਾ ਇਤਿਹਾਸਕ ਫੈਸਲਾ ਹੋ ਗਿਆ। ਮੈਂ ਇਹ ਸੋਚਦਾ ਸੀ ਵੀ ਜਿਹੜਾ ਇੱਕ ਕਿਸਾਨ ਹੈ, ਜਿਹਨੂੰ ਇੱਥੇ ਸਰਕਾਰੀ ਕਿਸੇ ਦਫ਼ਤਰ ਦੇ ਵਿੱਚ ਵੀ ਜਾਣਾ ਹੋਵੇ ਤੇ ਬਾਹਰਲਾ ਬੰਦਾ ਜਿਹੜਾ ਖੜਾ ਹੁੰਦਾ ਕੁਰਸੀ ਲੈ ਕੇ, ਉਹ ਕਹਿੰਦਾ ਚੱਲ ਓਏ ਅਜੇ ਨਹੀਂ ਹੈਗੇ ਸਾਹਿਬ ਇੱਥੇ, ਉਹਦੀ ਸੁਣਵਾਈ ਹੋਣੀ ਆ। ਜਾਂ ਫਿਰ ਜਿਹੜੇ ਕਾਲੇ ਕਾਲੇ ਕੋਟ ਪਾ ਕੇ ਕਾਲੀਆਂ ਕਾਲੀਆਂ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਕਾਰਪੋਰੇਟ ਘਰਾਣਿਆਂ ਦੇ ਹਰ ਤਰ੍ਹਾਂ ਦੀ ਕਾਨੂੰਨ ਦੀ ਘੁੰਡੀ ਜਾਣਨ ਵਾਲੇ ਵਕੀਲ ਸਾਹਿਬ ਨੇ ਆਣ ਕੇ ਕਹਿਣਾ ਵੀ ਆਹ ਦੇਖੋ ਜੀ ਕੰਟਰੈਕਟ ਅਸੀਂ ਰੱਖਿਆ ਸੀ ਪਰ ਹੁਣ ਕੁਦਰਤੀ ਤੌਰ 'ਤੇ ਆਹ ਕੁਛ ਹੋ ਗਿਆ, ਸਾਡੀ ਕੰਪਨੀ ਤੇ ਪਹਿਲਾਂ ਹੀ ਇੱਥੇ ਇੰਨੇ ਕਰੋੜ ਦੇ ਕਰਜ਼ੇ ਦੇ ਵਿੱਚ ਹੈ, ਅਸੀਂ ਤਾਂ ਇਹ ਦੇ ਹੀ ਨਹੀਂ ਸਕਦੇ ਸਰ, ਸੋ ਸਾਡਾ ਤਾਂ ਉੱਥੇ ਕੁਛ ਨਹੀਂ ਹੈਗਾ। ਉਹਦੀ ਕਾਨੂੰਨੀ ਲੜਾਈ ਹੈ ਉਹ ਕਾਰਪੋਰੇਟ ਘਰਾਣੇ ਚੰਗੀ ਤਰ੍ਹਾਂ ਲੜ ਸਕਦੇ ਵੀ, ਜਾਂ ਫਿਰ ਆਮ ਕਿਸਾਨ ਜਿਹੜਾ ਉੱਥੇ ਕਚਹਿਰੀ 'ਚ ਕਾਗਜ਼ ਲੈ ਕੇ ਆਖੂਗਾ ਵੀ ਆਹ ਲਓ ਜੀ 2 ਕਾਪੀਆਂ ਮੈਂ ਕਰਾ ਲਈਆਂ, ਮੈਨੂੰ ਇਨਸਾਫ ਚਾਹੀਦਾ। ਇਹ ਪੋਸੀਬਲ ਹੈਗੀ ਇਹ ਚੀਜ਼ ਜ਼ਮੀਨ ਤੇ? ਅਸੀਂ ਬੈਂਕ 'ਚ ਖਾਤਾ ਖਲਾਈਏ ਤਾਂ 5-7 ਕਾਗਜ਼ਾਂ ਤੇ ਉਹ ਦਸਖਤ ਕਰਾਉਂਦੇ, ਅਸੀਂ ਕਦੀ ਪੜ੍ਹਿਆ ਨਹੀਂ। ਅਸੀਂ ਕਿਤੇ ਬੀਮਾ ਕਰਾ ਲਈਏ, ਉਹ 5-7 ਕਾਗਜ਼ਾਂ ਤੇ ਦਸਖਤ ਕਰਾਉਂਦੇ, ਅਸੀਂ ਕਦੇ ਪੜ੍ਹਿਆ ਨਹੀਂ। ਅਸੀਂ ਜ਼ਮੀਨ ਭਾਵੇਂ ਵੇਚਣੀ ਹੋਵੇ ਤੇ ਭਾਵੇਂ ਖਰੀਦਣੀ ਹੋਵੇ, ਅਸੀਂ ਕਦੀ ਰਜਿਸਟਰੀ ਦੀ ਇਬਾਰਤ ਪੜ੍ਹੀ ਨਹੀਂ। ਅਸੀਂ ਕੁਛ ਵੀ ਕਰਨਾ ਹੋਵੇ ਅਸੀਂ ਪੜ੍ਹਦੇ ਥੋੜ੍ਹੀ, ਅਸੀਂ ਯਕੀਨ ਕਰਦੇ ਹਾਂ। ਤੇ ਸ਼ੁਰੂਆਤੀ ਦੌਰ ਦੇ ਵਿੱਚ ਆ ਯਕੀਨ ਤਾਂ ਚਿੱਟ ਫੰਡ ਕੰਪਨੀ ਵਾਲੇ ਵੀ ਸਾਡੇ ਤੋਂ ਬਹੁਤ ਕਰਾਉਂਦੇ ਸੀ ਕਿ ਭਾਈ ਲੈ ਦੁੱਗਣੇ ਹੋਏ, ਲਓ ਨਿਹਾਲ ਸਿੰਘ ਦੇ ਨਹੀਂ ਦੁੱਗਣੇ ਹੋਏ, ਰਾਮਚੰਦ ਦੇ ਨਹੀਂ ਦੁੱਗਣੇ ਹੋਏ। ਅਸੀਂ ਇੱਕ ਵਾਰੀ ਫੇਰ ਦਸਖਤ ਕਰਨੇ ਆ ਤੇ ਉਹਨਾਂ ਦਸਖਤਾਂ ਦੇ ਵਿੱਚ ਅਸੀਂ ਫਸਣਾ। ਜਿਹੜੀ ਤੁਸੀਂ ਹੁਣ ਗੱਲ ਕੀਤੀ ਉਹ ਕਮਾਲ ਦੀ ਹੈ ਕਿ ਜੇ ਡਿਸਪਿਊਟ ਪੈਦਾ ਹੁੰਦਾ, ਜੇ ਵਿਵਾਦ ਪੈਦਾ ਹੁੰਦਾ, ਮੰਨ ਲਓ 20 ਸਾਲ ਦੇ ਲਈ
ਤੁਹਾਡੀ ਜ਼ਮੀਨ ਜਿਹੜੀ ਆ ਉਹ ਠੇਕੇ ਦੇ ਉੱਤੇ ਲੈ ਲਈ, ਤੁਸੀਂ ਬਹੁਤਾ ਪੜ੍ਹੇ ਲਿਖੇ ਨਹੀਂ, ਤੇ ਉਹਦੇ ਤੋਂ ਬਾਅਦ ਜੇ ਕੋਈ ਉੱਥੇ ਕੁੱਤਾ ਫੇਲ ਹੋ ਗਿਆ ਕਾਨੂੰਨੀ ਤੌਰ ਦੇ ਉੱਤੇ, ਉਹਨਾਂ ਨੇ ਤਾਂ 5000 ਏਕੜ ਜ਼ਮੀਨ ਲੀਜ਼ ਤੇ ਲਈ ਹੋਣੀ ਤੇ ਇੱਕ ਵਕੀਲ ਰੱਖਿਆ ਹੋਣਾ ਪੱਕਾ ਠੇਕੇ ਤੇ ਕਿ ਭਾਈ ਭਾਵੇਂ ਕੋਈ ਵੀ ਨਾ ਕੇਸ ਆਵੇ ਤਾਂ ਵੀ ਤੂੰ ਲੜਨਾ ਹੈ, ਭਾਵੇਂ 50 ਕੇਸ ਆ ਜਾਣ ਤਾਂ ਵੀ ਤੂੰ ਲੜਨਾ ਹੈ। ਅਸੀਂ ਫਿਰ ਕਚਹਿਰੀਆਂ ਦੇ ਵਿੱਚ ਜਾ ਕੇ ਜਿੱਥੇ ਕੁਰਸੀਆਂ ਸੰਗਲ ਦੇ ਨਾਲ ਇੱਕ ਦੂਜੇ ਨਾਲ ਬੰਨੀਆਂ ਹੁੰਦੀਆਂ ਕਿ ਭਾਈ ਕੋਈ ਚੱਕ ਕੇ ਨਾ ਲੈ ਜਾਏ ਜਾਂ ਮੇਰੀ ਕੁਰਸੀ ਦੇ ਉੱਤੇ ਕੋਈ ਹੋਰ ਨਾ ਬੈਠ ਜਾਏ, ਉੱਥੇ ਵਕੀਲ ਸਾਹਿਬ ਦਾ ਕਾਲਾ ਕੋਟ ਤੇ ਲਾਈਨਾਂ ਵਾਲੀ ਪੈਂਟ ਪਹਿਲਾਂ ਸਲੂਟ ਮਾਰਨਾ, ਨਾਲ ਪੋਣੇ ਦੇ ਵਿੱਚ ਰੋਟੀਆਂ 4 ਬੰਨੀਆਂ ਹੋਣੀਆਂ ਤੇ ਉਹਦੇ ਤੋਂ ਬਾਅਦ ਅਗਲੀ ਗੱਲ ਹੋਣੀ। ਪਰ ਸਾਡੇ ਨਾਲ ਹੋਣਾ ਕੀ ਹੈ, ਇਹ ਸੰਧਾਲੀਆ ਸਾਹਿਬ ਮੇਰੇ ਇੱਕ ਦੂਰ ਦੇ ਰਿਸ਼ਤੇਦਾਰ, ਉਹਨਾਂ ਨੇ ਇੱਕ ਵਾਰੀ ਘਰ ਲੈ ਲਿਆ, ਪ੍ਰਵਾਸੀ, ਦੂਰ ਦੇ ਤਾਂ ਨਹੀਂ, ਦਿਲੋਂ ਬਹੁਤ ਨੇੜੇ ਨੇ, ਪ੍ਰਵਾਸੀ ਸੀ ਤੇ ਇੱਕ ਘਰ ਲੈ ਲਿਆ ਜਿੱਥੇ ਬਹੁਤ ਬਿਲਡਿੰਗਾਂ ਬਣਨੀਆਂ ਹੁੰਦੀਆਂ, ਸੈਂਕੜੇ ਘਰ ਬਣਨੇ ਹੁੰਦੇ ਆ। ਉਹ ਮੁੜ ਕੇ ਹੱਥ ਪੱਲਾ ਨਾ ਫੜਾਵੇ, ਰੁਪਈਆ 20 ਲੱਖ ਉਹਨੇ ਲੈ ਲਿਆ। ਹੁਣ ਉਹ ਮੈਨੂੰ ਨਾਲ ਲੱਗਾ ਕਿ ਚੱਲ ਇਹਨੂੰ ਮਾੜਾ ਮੋਟਾ ਪੰਜਾਬੀ ਪੜ੍ਹਨੀ ਆਉਂਦੀ ਹੈ, ਅੱਖਰ ਠਾਲ ਲੈਂਦਾ, ਜੋੜ ਜੂੜ ਕਰਕੇ ਪੜ੍ਹ ਲੈਂਦਾ, ਇਹਨੂੰ ਲੈ ਕੇ ਚੱਲਦੇ ਆ। ਹੁਣ ਜਿੱਥੇ NRI ਥਾਣੇ ਦੇ ਵਿੱਚ ਉਹਨਾਂ ਨੇ ਰਿਪੋਰਟ ਦਿੱਤੀ, ਉੱਥੇ ਉਹ ਕੰਟਰੈਕਟਰ ਵੀ ਆ ਗਿਆ, ਉਹ ਆਣ ਕੇ ਬੈਠਾ ਤੇ ਉਹਨੇ ਕੋਟ ਕਾਟ ਪਾਇਆ ਵਧੀਆ, ਉਹਦੇ ਕੋਲ ਮਹਿਕ ਆਵੇ ਕਈ ਤਰ੍ਹਾਂ ਦੀ, ਅਸੀਂ ਪਿੰਡੋਂ ਗਏ, ਉਹ ਉੱਥੇ ਬੈਠਾ ਕੀ ਕਰੇ? ਉਹ ਨਹੀਂ ਕੋਈ ਗੱਲ ਨਹੀਂ, ਅਸੀਂ ਤਾਂ ਉੱਥੇ ਕਲੱਬ ਜਾਈਦਾ, ਜਿਹੜੇ ਇੰਚਾਰਜ ਸਾਹਿਬ ਆਏ ਵੀ ਉੱਥੇ ਸ਼ਾਮ ਨੂੰ ਕਲੱਬ ਆਉਂਦੇ, ਅਸੀਂ ਤਾਂ ਗੋਲਫ ਇਕੱਠੇ ਖੇਡੀਦਾ, ਅਸੀਂ ਤਾਂ ਉੱਥੇ ਕੀ ਆ, ਸਾਡੀ ਤਾਂ ਖਾਣੀ ਪੀਣੀ ਹਫ਼ਤੇ 'ਚ 1-2 ਵਾਰੀ ਤਾਂ ਅਸੀਂ ਇਕੱਠੇ ਬੈਠੀਦਾ ਹੀ ਆ। ਉਹ ਮੈਨੂੰ ਉੱਥੇ ਉਦਾਂ ਹੀ ਪਸੀਨੇ ਆਈ ਜਾਣ ਕਿ ਭਾਈ ਮੈਂ ਤਾਂ ਬਾਹਰਲੀ ਤਖਤੀ ਵੀ ਔਖਾ ਹੋ ਕੇ ਪੜ੍ਹਦਾ, ਤੇ ਜੇ ਅਗਲੇ ਕਲੱਬਾਂ ਦੇ ਵਿੱਚ ਇਕੱਠੇ ਜਾਂਦੇ, ਪਤਾ ਨਹੀਂ ਜਾਂਦੇ ਸੀ ਕਿ ਨਹੀਂ ਜਾਂਦੇ, ਪਰ ਉੱਥੇ ਕੰਮ ਅਜੀਬ ਹੋ ਜਾਂਦਾ। ਇੱਦਾਂ ਹੀ ਹੋਣਾ ਇੱਥੇ, ਜੇ ਕੋਈ ਡਿਸਪਿਊਟ ਪੈਦਾ ਹੋ ਗਿਆ, SDM ਸਾਹਿਬ ਨੂੰ ਜਾ ਕੇ ਕਿਹੜਾ ਪੰਜਾਬ ਦਾ ਕਿਸਾਨ ਆ ਜਿਹੜਾ ਸਿੱਧਾ ਸਲੂਟ ਮਾਰ ਦਊ? ਤੇ ਅਗਲਾ ਮੂਹਰੇ ਜਾਂਦਿਆਂ ਨੂੰ ਕਿਸਾਨ ਨੂੰ 12 ਵਜੇ ਸੱਦ ਕੇ, ਸਾਹਿਬ ਉਧਰਲੇ ਪਾਸੇ ਕੰਟਰੈਕਟਰ ਸਾਹਿਬ 3 ਵਜੇ ਆਉਣ, ਤੇ ਉਹਨਾਂ ਨੇ 3 ਵਜੇ ਹਾਕ ਮਾਰਨੀ ਹੈ। ਪੰਜਾਬ ਦੇ ਪੌਣੇ 'ਚ 2 ਅਚਾਰ ਦੀਆਂ ਫਾੜੀਆਂ ਤੇ 2 ਸੁੱਕੀਆਂ ਰੋਟੀਆਂ ਲਪੇਟ ਕੇ ਉੱਥੇ ਪਹੁੰਚੇ, ਕਿਸਾਨ ਨੂੰ ਕਿਸੇ ਨੇ ਜੀ ਪੁੱਛਣਾ, ਭਾਵੇਂ ਮਦਾਂ ਦੇ ਵਿੱਚ ਜੋ ਮਰਜ਼ੀ ਲਿਖੀ ਜਾਓ ਜੀ। ਇਹ 3 ਬਿੱਲ ਸੀ, 3 ਬਿੱਲਾਂ ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਧੁੜਕੂ ਨੇ ਅਸੀਂ ਆਪ ਜੀ ਦੇ ਸਨਮੁਖ ਰੱਖਤੇ। ਮੈਂ ਇੱਥੋਂ ਆਪਣੇ ਇਸ ਪਲੇਟਫਾਰਮ ਤੋਂ, ਪ੍ਰਾਈਮ ਏਸ਼ੀਆ TV ਤੋਂ ਇਹ ਅਪੀਲ ਜ਼ਰੂਰ ਕਰਾਂਗਾ ਉਹਨਾਂ ਧਿਰਾਂ ਨੂੰ ਜਿਹੜੀਆਂ ਕਿ ਇਸ ਚੀਜ਼ ਦੀ ਸਪੋਰਟ ਕਰ ਰਹੀਆਂ ਕਿ ਵਾਕਈ ਬਿੱਲ ਜਿਹੜਾ ਉਹ ਕਿਸਾਨਾਂ ਦੇ ਬਹੁਤ ਭਲੇ ਦਾ, ਖਾਸ ਕਰਕੇ ਪੰਜਾਬ ਤੇ ਹਰਿਆਣੇ ਦੀ ਮੈਂ ਗੱਲ ਕਰ ਰਿਹਾ, ਬਾਕੀ ਜਿੱਥੇ MSP ਨਹੀਂ ਹੈਗੀ ਜਾਂ ਇੰਨਾ ਸੋਹਣਾ ਮੰਡੀ ਤੰਤਰ ਨਹੀਂ ਹੈਗਾ, ਆਪਾਂ ਉਸ ਦੇਸ਼ ਦੀ ਗੱਲ ਨਹੀਂ ਕਰਦੇ। ਹਾਂ, ਜਿੱਥੇ ਵੀ ਇਹ ਪਹਿਲਾਂ ਬੜਾ ਸੋਹਣਾ ਸਿਸਟਮ ਚੱਲਦਾ ਸੀ ਤੇ ਉਹਨੂੰ ਆਪਾਂ ਬਦਲ ਰਹੇ ਹਾਂ, ਤੇ ਜੇ ਉਹ ਇਹ ਸਿਸਟਮ ਤੋਂ ਹੋਰ ਵਧੀਆ ਤਰੀਕੇ ਵਾਲਾ ਕੋਈ ਸਿਸਟਮ ਹੈ ਤਾਂ ਜ਼ਰੂਰ ਸਾਡਾ ਇਹ ਪਲੇਟਫਾਰਮ ਤੁਹਾਨੂੰ ਇਹ ਬੇਨਤੀ ਕਰਦਾ ਹੈ ਕਿ ਤੁਸੀਂ ਜ਼ਰੂਰ ਇੱਥੇ ਆਓ, ਇਸ ਪਲੇਟਫਾਰਮ ਤੇ ਬੈਠ ਕੇ ਆਪਣੀ ਗੱਲ ਭਾਵੇਂ 2 ਦਿਨ 4 ਦਿਨ 5 ਦਿਨ ਲਗਾਤਾਰ ਲੋਕਾਂ ਨੂੰ ਸਮਝਾਓ। ਸਾਨੂੰ ਖੁਸ਼ੀ ਹੋਊਗੀ ਉਸ ਚੀਜ਼ ਦੀ ਕਿ ਜਿਹੜੀ ਗੱਲ ਆਮ ਲੋਕਾਂ ਤੱਕ ਨਹੀਂ ਪਹੁੰਚ ਰਹੀ, ਉਹ ਪ੍ਰਾਈਮ ਏਸ਼ੀਆ TV ਦੇ ਮਾਧਿਅਮ ਰਾਹੀਂ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਇਹ ਧੁੜਕੂ ਠੀਕ ਹੋ ਜਾਂਦੇ ਆ, ਜੇ ਇਹ ਧੁੜਕੂ ਇੱਦਾਂ ਦੇ ਨਹੀਂ ਰਹਿੰਦੇ, ਤੇ ਸਗੋਂ ਕਿਸਾਨਾਂ ਦਾ ਵੀ ਭਲਾ ਤੇ ਦੇਸ਼ ਦਾ ਵੀ ਭਲਾ ਤੇ ਲੀਡਰਾਂ ਦਾ ਵੀ ਫਾਇਦਾ। ਪਾਠ ਸਾਹਿਬ, ਮੈਂ ਕੁਝ ਗਲਤ ਤੇ ਨਹੀਂ ਕਿਹਾ ਜੀ? ਨਹੀਂ, ਤੁਸੀਂ ਬਿਲਕੁਲ ਗਲਤ ਨਹੀਂ ਕਿਹਾ। ਮੈਂ ਤਾਂ ਕਹਿੰਦਾ ਕਿ ਸਾਨੂੰ ਪੰਜਾਬ ਦੇ ਉਹਨਾਂ ਕਿਸਾਨਾਂ ਦੀ ਗਿਣਤੀ ਦੱਸ ਦਿਓ ਭਾਈ, ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਜਿਹੜੇ 94% ਭਾਰਤ ਦੇ ਕਿਸਾਨ ਖੁੱਲੀ ਮੰਡੀ ਦੇ ਵਿੱਚ ਆ ਕੇ ਕੰਮਕਾਰ ਕਰਦੇ ਆ। ਕਿੰਨੇ ਕੁ ਪੰਜਾਬ ਦੇ ਕਿਸਾਨ ਨੇ ਜਿਨ੍ਹਾਂ ਨੇ ਇੱਥੋਂ ਜ਼ਮੀਨਾਂ ਵੇਚ ਦਿੱਤੀਆਂ ਕਿ ਭਾਈ ਨਹੀਂ ਉੜੀਸਾ ਚੱਲਦੇ ਆ, ਉਹ ਨਾ ਬਿਹਾਰ ਚੱਲਦੇ ਆ, ਉਹ ਮਹਾਰਾਸ਼ਟਰ ਚੱਲਦੇ ਆ, ਇੱਥੇ ਤਾਂ ਸਾਨੂੰ ਸਰਕਾਰ ਧੱਕੇ ਨਾਲ ਮੁੱਲ ਘੱਟ ਦਿੰਦੀ ਆ, ਆਪਾਂ ਉੱਥੇ ਚੱਲਦੇ ਆ, ਖੁੱਲੀ ਮੰਡੀ 'ਚ ਵੇਚਾਂਗੇ, ਕੋਠੀ ਕੂਠੀ ਪਾਵਾਂਗੇ, ਆਨੰਦ ਕਰਾਂਗੇ। ਕਿੰਨੇ ਕੁ ਪੰਜਾਬ ਦੇ ਕਿਸਾਨ ਹੈ, ਹਰਿਆਣੇ ਦੇ ਕਿਸਾਨ ਹੈ ਜਿਹੜੇ ਕਹਿੰਦੇ ਕਿ ਨਾ ਭਾਈ ਇੱਥੇ ਨਹੀਂ ਕੰਮ ਚੱਲਦਾ, ਆਪਾਂ ਤਾਂ ਉੱਥੇ ਚੱਲਦੇ, ਇੱਥੇ 10 ਕਿੱਲੇ ਵੇਚ ਕੇ ਭਾਵੇਂ ਉੱਥੇ 5 ਮਿਲ ਜਾਣ, ਭਾਵੇਂ 15 ਮਿਲ ਜਾਣ, ਉੱਥੇ ਵਧੀਆ ਕੰਮ, ਉੱਥੇ ਖੇਤ ਦੇ ਵਿੱਚ ਫਸਲ ਬੀਜੋ, ਉੱਥੇ ਕੰਟਰੈਕਟ ਫਾਰਮਿੰਗ ਵਾਲੇ ਆਉਂਦੇ ਆ, ਉੱਥੇ ਪ੍ਰਾਈਵੇਟ ਪਲੇਅਰ ਆਉਂਦੇ ਆ, ਖੇਤ 'ਚੋਂ ਆਲੂ ਚੱਕ ਲੈਂਦੇ ਆ, ਖੇਤ 'ਚੋਂ ਕਣਕ ਚੱਕ ਲੈਂਦੇ ਆ, ਉੱਥੇ ਹੀ ਨੋਟ ਗਿਣ ਕੇ ਦੇ ਜਾਂਦੇ ਆ। ਸੰਧਾਲੀਆ ਸਾਹਿਬ, ਜੇ ਕਹੂੰ ਇੱਕ ਗੱਲ ਹੋਰ ਕਰਨੀ ਆ ਜੀ ਜੀ, ਘਰੇ ਕੋਈ ਦਿਨ ਸੁਧ ਆ ਜਾਏ, ਬਿਮਾਰੀ ਠਮਾਰੀ ਹੋ ਜਾਏ, ਕੋਈ ਮਰਗ ਦੀ ਗੱਲ ਹੋ ਜਾਏ, ਕੋਈ ਵਿਆਹ ਸ਼ਾਦੀ ਆ ਜਾਏ, ਅਸੀਂ ਝੱਟ ਭੱਜਦੇ ਹਾਂ ਕਿ ਕੋਈ ਗੱਲ ਨਹੀਂ, ਚੱਲ ਯਾਰ ਆੜ੍ਹਤੀਆ ਜਿੱਦਾਂ ਦਾ ਮਰਜ਼ੀ ਹੈ, ਚੰਗਾ ਮਾੜਾ ਹੈ, ਉਹਨੂੰ ਕਹਿੰਦੇ ਆ ਕਿ ਜਾ ਕੇ ਭਾਈ 50,000 ਰੁਪਈਏ ਦੀ ਹੁਣੇ ਲੋੜ ਆ, ਕਣਕ ਤੇ ਮੋੜ ਦਿਆਂਗੇ। ਅਗਲਾ ਭਾਵੇਂ 25 ਦੇਵੇ, ਉਹ ਸਾਡੇ ਹੱਥ 'ਚ ਹੁੰਦਾ, ਉਹ ਸਾਡੇ ਕੋਲ ਹੁੰਦਾ, 15-20 ਮਿੰਟ ਦੀ ਵਿੱਥ ਦੇ ਉੱਤੇ ਹੁੰਦਾ। ਜੇ ਅਸੀਂ ਫਸਲ ਹੀ ਆਪਣੀ ਕਰਨਾਟਕ ਵੇਚੀ ਹੈ ਜਾਂ ਵੇਚਣੀ ਹੈ ਤਾਂ ਫਿਰ ਆੜ੍ਹਤੀਏ ਕੋਲ ਕਦੋਂ ਜਾਵਾਂਗੇ? ਸਾਨੂੰ ਤਾਂ ਇੱਥੇ ਫਸਲ ਬੀਜਣ ਤੋਂ ਬਾਅਦ ਇਹ ਵੀ ਕਿਹਾ ਜਾਂਦਾ ਯਾਰ ਪਰਸੋਂ ਨੂੰ ਚੈੱਕ ਲੈ ਜਾਈਂ, ਤੇਰੇ ਖਾਤੇ 'ਚ ਪਰਸੋਂ ਨੂੰ ਆ ਜਾਣਗੇ, ਨਾ ਆਉਣ ਤਾਂ ਅਸੀਂ ਉਹਦੇ ਜਾ ਕੇ ਉੱਥੇ ਦੇਹਲੀ ਦੇ ਉੱਤੇ ਬਹਿ ਜੀਦਾ। ਅਸੀਂ ਕਿੱਥੇ ਨੂੰ ਜਾਇਆ ਕਰਾਂਗੇ? ਕੀ ਪੰਜਾਬ ਤੇ ਹਰਿਆਣੇ ਦਾ ਕਿਸਾਨ ਇੰਨਾ ਪੜ੍ਹਿਆ ਲਿਖਿਆ ਹੈਗਾ ਕਿ ਜਿਹੜਾ ਕਿਸਾਨ ਇਹ ਸਮਝ ਸਕੇ ਕਿ ਭਾਈਆ ਜਿਹਨੂੰ ਮੈਂ ਵੇਚਣ ਲੱਗਿਆ ਜਾਂ ਜਿੱਥੇ ਜਾ ਕੇ ਮੈਂ ਆ ਕਰਨ ਲੱਗਿਆ ਮੇਰੇ ਬੈਂਕ ਖਾਤੇ 'ਚ ਪੈਸੇ ਆ ਜਾਣਗੇ? ਇੰਨੇ ਜੋਗਾ ਵੀ ਨਹੀਂ ਹੋਇਆ ਅਜੇ ਭਾਰਤ ਕਿ ਆਹ ਚੱਲ ਕਣਕ ਸਿੱਟੀ, ਆਹ ਚੱਲ ਝੋਨਾ ਬੀਜਿਆ ਤੇ ਉਸੇ ਵੇਲੇ ਪੜਕ ਦੇਣੀ ਜਾ ਕੇ ਉਹਦੇ ਖਾਤੇ 'ਚ ਪੈਸੇ ਆ ਗਏ। ਬਿਲਕੁਲ ਸਹੀ। ਸੋ ਇਹ ਉਹ ਸਾਰੇ ਧੁੜਕੂ ਨੇ ਜੀ ਜਿਹੜੀਆਂ ਇਸ ਵਕਤ ਚਰਚਾਵਾਂ ਨੇ ਪੰਜਾਬ ਦੇ ਪਿੰਡ ਪਿੰਡ ਦੇ ਵਿੱਚ, ਘਰ ਘਰ ਦੇ ਵਿੱਚ।
ਕਿ ਵੀ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਕਰਦੀਆਂ ਰਹੀਆਂ, ਦੱਸਦੀਆਂ ਕੁਝ ਹੋਰ ਰਹੀਆਂ, ਹੁੰਦਾ ਕੁਝ ਹੋਰ ਰਿਹਾ, ਤੇ ਆਹ ਜਿਹੜੀਆਂ ਚੀਜ਼ਾਂ ਇਸ ਵਕਤ ਕੀਤੀਆਂ ਜਾ ਰਹੀਆਂ, ਉਹਦੇ ਚੋਂ ਜਿਹੜੇ ਸਵਾਲ ਇਸ ਵਕਤ ਕਿਸਾਨਾਂ ਦੇ ਨੇ ਉਹਨਾਂ ਦਾ ਜਵਾਬ ਜਿਹੜੀ ਵੀ ਧਿਰ ਦੇਣੀ ਚਾਹੇ ਉਹ ਜ਼ਰੂਰ ਦੇਣ। ਅਸੀਂ ਆਪਣਾ ਪਲੇਟਫਾਰਮ ਵੱਲੋਂ ਵੀ ਇਹ ਜਿਹੜੀ ਚੀਜ਼ ਹੈ ਉਹ ਆਪ ਜੀ ਦੇ ਸਨਮੁਖ ਰੱਖਦੇ ਹਾਂ ਕਿ ਇਸ ਪਲੇਟਫਾਰਮ ਤੋਂ ਜੇ ਤੁਸੀਂ ਸਮਝਾਉਣਾ ਚਾਹੋ ਤਾਂ ਜ਼ਰੂਰ ਸਮਝਾਓ ਆ ਕੇ। ਭੱਟ ਸਾਹਿਬ, ਇਸ ਗੱਲ ਤੋਂ ਬਾਅਦ ਆਪਾਂ ਅੱਜ ਫਿਰ ਨਾ ਭੁੱਲ ਜਾਈਏ ਜਥੇਦਾਰ ਹੋਰਾਂ ਦੀ ਆਪਾਂ ਗੱਲ ਕਰਨੀ ਹੈ, ਕਿਉਂਕਿ ਜਥੇਦਾਰ ਸਾਹਿਬ ਨੇ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜੇ ਹੋ ਕੇ ਤੇ ਤਨਖਾਹ ਲਾਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਵੱਡੇ ਵੱਡੇ ਅਹੁਦੇਦਾਰਾਂ ਨੂੰ, ਉਸ ਚੀਜ਼ ਨੇ ਪ੍ਰਭਾਵ ਤਾਂ ਇੱਕ ਡਿਫਰੈਂਟ ਤਰ੍ਹਾਂ ਦਾ ਛੱਡਿਆ ਹੀ ਹੈ ਕਿ ਜੇ ਇਸ ਤਰ੍ਹਾਂ ਦੇ ਫੈਸਲੇ ਪਹਿਲਾਂ ਵੀ ਲਏ ਗਏ ਹੁੰਦੇ, ਹੁਣ ਵੀ ਲਏ ਜਾਣ ਤੇ ਆਉਣ ਵਾਲੇ ਸਮੇਂ 'ਚ ਹੋਰ ਸਖਤ ਹੋ ਜਾਣ ਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਚਿੰਤਾਵਾਂ ਨੇ ਨਾਨਕ ਨਾਮ ਲੈਵਾ ਸੰਗਤਾਂ ਦੀਆਂ ਉਹ ਦੂਰ ਹੋ ਸਕਦੀਆਂ ਆਉਣ ਵਾਲੇ ਭਵਿੱਖ 'ਚ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਸੰਧਾਲੀਆ ਸਾਹਿਬ। ਜਿਸ ਤਰੀਕੇ ਸੰਗਤ ਨੂੰ ਦਿਖਾਇਆ ਗਿਆ ਕਿ ਪ੍ਰਕਿਰਿਆ ਐਂ ਚੱਲਦੀ ਆ, ਜਨਤਕ ਕੀਤਾ ਗਿਆ, ਪਹਿਲੀ ਗੱਲ ਤਾਂ ਸਵਾਲ ਇਹ ਉੱਠਦਾ ਹੈ ਕਿ ਜੇ ਆਹ ਜਨਤਕ ਹੋ ਸਕਦੀ ਸਾਰੀ ਕਾਰਵਾਈ ਤਾਂ ਬਾਕੀ ਕਿਉਂ ਨਹੀਂ ਸੀ ਅੱਜ ਤੱਕ ਹੁੰਦੀ। ਚਲੋ ਆਪਾਂ ਪਿੱਛੇ ਨਹੀਂ ਜਾਂਦੇ, ਅੱਗੋਂ ਹੋਵੇ ਜਨਤਕ, ਕਿਉਂਕਿ ਜੇ ਤਾਂ ਕੋਈ ਐਸਾ ਫੈਸਲਾ ਜਿਹਦੇ ਨਾਲ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੈ, ਜਾਂ ਜੇ ਕੋਈ ਐਸਾ ਫੈਸਲਾ ਸੰਗਤ ਦੇ ਚੁਣੇ ਹੋਏ ਜਥੇਦਾਰ ਸਾਹਿਬ ਜਿਹੜੇ ਨੇ ਸਾਡੇ ਪੰਜ ਸਿੰਘ ਸਾਹਿਬਾਨ, ਉਹਨਾਂ ਨੇ ਕੋਈ ਐਸਾ ਫੈਸਲਾ ਕਰਨਾ ਜਿਹਦਾ ਬਹੁਤ ਔਖਾ ਪ੍ਰਭਾਵ ਪੈ ਸਕਦਾ ਕਿਸੇ ਪਾਸੇ, ਤੁਸੀਂ ਅੰਦਰ ਕਰ ਲਓ। ਪਰ ਪਹਿਲੀ ਵਾਰੀ ਐ ਮਹਿਸੂਸ ਹੋਇਆ, ਮੈਂ ਨਹੀਂ ਕਹਿੰਦਾ ਕਿ ਉਹ ਦਿਲੋਂ ਕੀਤਾ ਜਾਂ ਕਿੱਧਰੋਂ ਕੀਤਾ, ਤੁਹਾਡੀ ਟਿੱਪਣੀ ਦਾ ਇੰਤਜ਼ਾਰ ਰਹੂਗਾ ਸੰਧਾਲੀਆ ਸਾਹਿਬ, ਪਰ ਜਥੇਦਾਰ ਸਾਹਿਬ ਦੀ ਤਾਕਤ ਕੀ ਹੁੰਦੀ ਹੈ, ਜਥੇਦਾਰ ਸਾਹਿਬ ਦਾ ਅਹੁਦਾ ਉੱਚਾ ਕਿਉਂ ਲੋਕਾਂ ਨੂੰ ਲੱਗਿਆ ਕਿ ਭਾਈ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਗਲੇ ਖੜਾ ਕਰ ਲੈਂਦੇ ਆ, ਅਗਲੇ ਕਹਿੰਦੇ ਕਿ ਹੁਣ ਸੰਗਤ ਬਹਿ ਸਕਦੀ ਹੈ, ਆਪ ਜੀ ਨੇ ਆਹ ਕੰਮ ਕਰਨਾ ਹੈ। ਤੇ ਪਹਿਲੀ ਵਾਰੀ ਪਤਾ ਲੱਗਿਆ, ਅੱਗੇ ਤਾਂ ਹੁੰਦਾ ਸੀ ਬੂਹੇ ਢੋ ਕੇ ਅੰਦਰਲੇ ਪਾਸੇ ਮਤਾ ਪਾਸ ਕਰਕੇ ਬਾਹਰ ਲਿਆ ਕੇ ਪੜ੍ਹ ਕੇ ਸੁਣਾ ਦਿਓ, ਤੇ ਕਈ ਵਾਰੀ ਅੰਦਰੋਂ ਹੀ ਪੜ੍ਹ ਕੇ ਸੁਣਾ ਦਿਓ, ਤੇ ਜੇ ਅੰਦਰੋਂ ਵੀ ਪੜ੍ਹ ਕੇ ਸੁਣਾ ਦਿਓ ਤਾਂ ਪਤਾ ਨਹੀਂ ਕਿੱਦਾਂ ਸੁਣਾ ਦਿਓ। ਕਿਤੇ ਨਾ ਕਿਤੇ ਗੱਲ ਇੱਦਾਂ ਤੁਰਨੀ ਚਾਹੀਦੀ ਹੈ। ਸਭ ਤੋਂ ਪਹਿਲੀ ਗੱਲ ਕਿ ਜਿਹੜੀ ਸੀਟ ਹੈ, ਜਿਹੜੀ ਚੇਅਰ ਹੈ, ਜਿਹੜਾ ਅਹੁਦਾ ਹੈ, ਜਿਹੜੀ ਪਦਵੀ ਹੈ, ਉਹਦਾ ਸੰਗਤ ਦੇ ਵਿੱਚ ਅਹਿਸਾਸ ਹੋਵੇ ਕਿ ਭਾਈ ਆ ਸੱਚੀਓ ਐਸ ਕਰਕੇ ਵੱਡੀ ਆ, ਕਿਉਂਕਿ ਉਸ ਪਦਵੀ ਤੇ ਬਹਿਣ ਵਾਲਾ ਵੱਡਾ ਨਹੀਂ, ਉਹਦੇ ਫੈਸਲੇ ਵੱਡੇ ਹੁੰਦੇ ਆ ਕਿ ਜੇ ਉਹ ਮਰਿਆਦਾ ਦੇ ਮੁਤਾਬਕ ਕਰਦਾ ਹੈ। ਇਹ ਚੀਜ਼ ਬਿਲਕੁਲ ਸਹੀ ਹੈ ਭੱਟ ਸਾਹਿਬ। ਇਹ ਮੈਂ ਇੱਕ ਵਾਰ ਫਿਰ ਦੱਸ ਦਿਆਂ ਕਿ ਪਿਛਲੇ ਸਮੇਂ ਜਦੋਂ ਜਥੇਦਾਰ ਸਾਹਿਬ ਚੁੱਪ ਸੀ, ਦੁਨੀਆ ਭਰ 'ਚ ਬੈਠੀ ਸਿੱਖ ਸੰਗਤ ਉਹਨਾਂ ਵੱਲ ਦੇਖ ਰਹੀ ਸੀ ਕਿ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ 'ਤੇ ਜਥੇਦਾਰ ਸਾਹਿਬ ਫੈਸਲਾ ਦੇਣ ਜਾਂ ਕੋਈ ਸਟੈਪ ਚੱਕਣ, ਤੇ ਹੁਣ ਜਿਹੜਾ ਉਹਨਾਂ ਨੇ ਫੈਸਲਾ ਲਿਆ ਉਹਦੀ ਦੁਨੀਆ ਭਰ ਦੇ ਵਿੱਚ ਤਾਰੀਫ ਵੀ ਕੀਤੀ ਜਾ ਰਹੀ ਹੈ। ਅਸੀਂ ਆਪਣੇ ਪਲੇਟਫਾਰਮ ਤੋਂ ਜਥੇਦਾਰ ਸਾਹਿਬ ਦੀ ਇਸ ਗੱਲੋਂ ਤਾਰੀਫ ਕਰਦੇ ਹਾਂ ਕਿਉਂਕਿ ਪੜ੍ਹੇ ਲਿਖੇ ਨੇ, ਅਗਾਂਹ ਵਧੂ ਨੇ, ਸੋਸ਼ਲ ਮੀਡੀਆ ਦੀ ਪਾਵਰ ਨੂੰ ਉਹ ਵੀ ਜਾਣਦੇ ਆ। ਤਾਂ ਜਿਹੜਾ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਤਨਖਾਹ ਲਾਈ ਗਈ ਜਾਂ ਧਾਰਮਿਕ ਸੇਵਾ ਲਾਈ ਗਈ ਜਾਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਹ ਸਾਰਾ ਕੁਝ ਗਲਤ ਕੀਤਾ ਹੈ, ਉਹ ਜਿਸ ਤਰੀਕੇ ਨਾਲ ਦਿਖਾਇਆ ਗਿਆ, ਉਸ ਤੋਂ ਬਾਅਦ ਉੱਥੇ ਕੀਤਾ ਗਿਆ, ਉਹ ਢੰਗ ਤਰੀਕਾ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਪਹਿਲਾਂ ਪਤਾ ਹੀ ਨਹੀਂ ਸੀ। ਉਹ ਜੇ ਤੁਸੀਂ ਹੁਣ ਵੀ ਸੋਸ਼ਲ ਮੀਡੀਆ ਤੇ ਦੇਖਣਾ ਚਾਹੋ ਤਾਂ ਤੁਸੀਂ ਉਹ ਦੇਖ ਸਕਦੇ ਹੋ ਕਿ ਕਿਵੇਂ ਜਿਹੜੇ ਉਹ ਅਹੁਦੇਦਾਰ ਸੀਗੇ ਉਹਨਾਂ ਨੇ ਆਪਣੀ ਨੀਵੀਂ ਪਾਈ ਹੋਈ ਸੀ, ਗਲ 'ਚ ਪੱਲਾ ਪਾਇਆ ਸੀ, ਫਸੀਲ ਤੇ ਪੰਜ ਸਿੰਘ ਸਾਹਿਬਾਨ ਖੜੇ ਸੀ ਤੇ ਉੱਥੋਂ ਵਾਰ-ਵਾਰ ਉਹਨਾਂ ਨੂੰ ਸੁਣਾਇਆ ਜਾਂਦਾ ਸੀ ਕਿ ਵੀ ਆਹ ਕੰਮ ਤੁਸੀਂ ਗਲਤ ਕੀਤਾ, ਮੰਨਦੇ ਹੋ ਕੀਤਾ ਕਿ ਨਹੀਂ ਕੀਤਾ, ਉੱਚੀ ਬੋਲ ਕੇ ਦੱਸੋ ਕੀਤਾ ਕਿ ਨਹੀਂ ਕੀਤਾ। ਉਸ ਤੋਂ ਬਾਅਦ ਇਹ ਕਿਹਾ ਜਾਂਦਾ ਕਿ ਵੀ ਬਾਕੀ ਸੰਗਤ ਬਹਿ ਜਾਵੇ, ਇਹ ਬੰਦੇ ਬਹਿਣੇ ਨਹੀਂ ਚਾਹੀਦੇ। ਅੱਛਾ, ਪਹਿਲਾਂ ਤੁਸੀਂ ਇੱਦਾਂ ਕਰੋ, ਗੱਲਾਂ ਨਹੀਂ ਕਰਨੀਆਂ ਤੇ ਜਾ ਕੇ ਤੇ ਪਰਿਕਰਮਾ ਕਰਕੇ ਆਓ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਜਾਣਾ, ਅਸੀਂ ਇੱਕ ਵਾਰ ਫਿਰ ਸਲਾਹ ਕਰਕੇ ਤੁਹਾਨੂੰ ਦੱਸਦੇ ਹਾਂ। ਇਹ ਕਈ ਬੰਦੇ ਕਈ ਵੇਲੇ ਇਹ ਕਹਿੰਦੇ ਆ ਵੀ ਯਾਰ ਇਹ ਕਿੱਡੀ ਕੁ ਗੱਲ ਹੈ, ਉੱਥੋਂ ਧਾਰਮਿਕ ਸੇਵਾ ਲਾਤੀ। ਪਰ ਸਵਾਲ ਇਹ ਹੈ ਭੱਟ ਸਾਹਿਬ ਕਿ ਵੀ ਸੰਗਤ ਦੇਖ ਰਹੀ ਹੈ, ਇੱਕ ਕੇਂਦਰੀ ਸਥਾਨ ਹੈ ਤੇ ਇੱਕ ਬੰਦੇ ਦਾ ਅਹੁਦਾ ਹੈ, ਉਹਨੂੰ ਲੱਗਦਾ ਵੀ ਮੈਂ ਹੀ ਮੈਂ ਹਾਂ, ਤੇ ਉਸ ਬੰਦੇ ਦੇ ਗਲ 'ਚ ਪਰਨਾ ਪਵਾ ਕੇ ਉਹਨੂੰ ਸਾਹਮਣੇ ਖੜਾ ਕਰਕੇ ਤੇ ਸਾਹਮਣਿਓਂ ਉੱਚੀ ਪਦਵੀ ਤੇ ਬੈਠੇ ਜਥੇਦਾਰ ਸਾਹਿਬ ਇਹ ਗੱਲਾਂ ਜਦੋਂ ਕਹਿੰਦੇ ਹੋਣ, ਤੁਸੀਂ ਸਮਝ ਸਕਦੇ ਹੋ ਕਿ ਉਸ ਵਕਤ ਉਹ ਬੰਦਾ ਅੰਦਰੋਂ ਤਾਂ ਘੱਟੋ ਘੱਟ ਮਹਿਸੂਸ ਕਰਦਾ ਹੋਊਗਾ ਨਾ ਵੀ ਯਾਰ ਆਹ ਦਿਨ ਵੀ ਮੈਨੂੰ ਦੇਖਣੇ ਪੈਣੇ ਸੀ। ਸਜ਼ਾ ਇਹ ਨਹੀਂ ਆ ਵੀ ਅਗਲੇ ਬੰਦੇ ਨੂੰ ਛਿੱਤਰ ਮਾਰੇ, ਕੋੜੇ ਮਾਰੇ, ਸਜ਼ਾ ਇਹ ਆ ਕਿ ਵੀ ਉਸ ਮੌਕੇ ਤੇ ਕਿਵੇਂ ਉਹਦੇ ਨਾਲ ਬਿਹੇਵ ਕੀਤਾ ਜਾ ਰਿਹਾ ਜਾਂ ਜੋ ਵੀ ਉਹਨੇ ਕੀਤਾ ਉਹਨੂੰ ਮਨਾਇਆ ਜਾ ਰਿਹਾ ਸਾਹਮਣੇ। ਅਹਿਸਾਸ ਬਹੁਤ ਵੱਡੀ ਚੀਜ਼ ਹੁੰਦੀ ਹੈ ਸੰਧਾਲੀਆ ਸਾਹਿਬ, ਅਹਿਸਾਸ ਹੋ ਜਾਣਾ। ਬਹੁਤ ਸਾਰੀ ਸੰਗਤ ਨੂੰ ਅਹਿਸਾਸ ਹੋਇਆ ਕਿ ਨਹੀਂ ਭਾਈ ਠੀਕ ਹੈ, ਜਥੇਦਾਰ ਸਾਹਿਬ ਦੇ ਕੋਲੇ ਸ਼ਕਤੀਆਂ ਹੁੰਦੀਆਂ, ਜਿਨ੍ਹਾਂ ਨੂੰ ਸਜ਼ਾ ਲਾਈ ਹੈ, ਤਨਖਾਹ ਲਾਈ ਹੈ, ਅਹਿਸਾਸ ਉਹਨਾਂ ਨੂੰ ਵੀ ਹੋਣਾ ਚਾਹੀਦਾ। ਪਰ ਮੈਂ ਫਿਰ ਕਹਿਣਾ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੰਜ ਸਿੰਘ ਸਾਹਿਬਾਨਾਂ ਨੇ ਫੈਸਲੇ ਫਿਰ ਬੰਦ ਕਮਰਿਆਂ ਦੇ ਵਿੱਚ ਕੀਤੇ ਤੇ ਇਸ ਤਰੀਕੇ ਜਨਤਕ ਨਾ ਕੀਤੇ ਤਾਂ ਭਲਕ ਨੂੰ ਲੋਕਾਂ ਦੇ ਕਹਿਣ ਨੂੰ ਥਾਂ ਹੋ ਜਾਣਾ ਕਿ ਉਦੋਂ ਸੰਗਤ ਦਾ ਦਬਾਅ ਸੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਗਿਣਤੀ ਘਟੀ ਸੀ, ਸੰਗਤ ਮੰਗ ਕਰਦੀ ਸੀ ਕਿ ਭਾਈ ਇਹ ਪਤਾ ਕਰੋ ਕਿ ਸਰੂਪ ਹੈਗੇ ਕਿੱਥੇ ਆ, ਇਹ ਪਤਾ ਕਰੋ ਕਿ ਭਾਈ ਉਹ ਕਿਹਨੇ ਦਿੱਤੇ, ਉਹ ਇਸ ਵੇਲੇ ਕਿਸ ਹਾਲਤ ਦੇ ਵਿੱਚ ਨੇ, ਉਹਨਾਂ ਨੂੰ ਵਾਪਸ ਲਿਆਉਣਾ ਚਾਹੀਦਾ ਜਾਂ ਨਹੀਂ। ਜੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ
ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰੀ ਇਸੇ ਤਰੀਕੇ ਕੰਮ ਕਰਨਗੇ, ਫਿਰ ਸੰਗਤ ਦਾ ਧੁੜਕੂ ਮੁੱਕੂ। ਤੇ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਬੰਦ ਕਮਰਾ ਕੰਮ ਹੋਇਆ, ਫਿਰ ਇਹ ਚੀਜ਼ਾਂ ਜਨਤਕ ਨਾ ਹੋਈਆਂ, ਫਿਰ ਅੰਦਰਲੇ ਪਾਸੇ ਹੀ ਕੰਮ ਚੱਲਦਾ ਰਿਹਾ, ਫਿਰ ਸੰਗਤ ਦੇ ਮਨ ਦੇ ਵਿੱਚ ਸ਼ੰਕੇ ਜਿਹੜੇ ਆ ਉਹ ਪੈਦਾ ਜ਼ਰੂਰ ਹੋਣਗੇ। ਹਾਂ, ਇੱਕ ਵਾਰੀ ਤਾਂ ਉਹਨਾਂ ਨੇ ਪਤਾ ਲਾਤਾ ਕਿ ਭਾਈ ਜੇ ਜਥੇਦਾਰ ਸਾਹਿਬਾਨ, ਸਿੰਘ ਸਾਹਿਬਾਨ ਆਪਣੇ ਫਰਜ਼ਾਂ ਦੀ ਪੂਰਤੀ ਕਰਕੇ, ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਇਸ ਮੁੱਦੇ ਤੇ ਇਨਸਾਫ ਕਰਨ ਆ ਜਾਣ ਤਾਂ ਇਸ ਤਰੀਕੇ ਜਨਤਕ ਤੌਰ ਤੇ ਵੀ ਸਭ ਕੁਝ ਹੋ ਸਕਦਾ। ਪਰ ਲਗਾਤਾਰਤਾ ਬਹੁਤ ਜ਼ਰੂਰੀ ਹੈ। ਇਹ ਅਸੀਂ ਚੁਣ ਕੇ ਕੰਮ ਨਹੀਂ ਕਰ ਸਕਦੇ, ਇਹ ਤਾਂ ਆਉਣ ਵਾਲੇ ਦਿਨਾਂ 'ਚ ਲਗਾਤਾਰ ਚੱਲੇ। ਨਹੀਂ, ਇਹ ਬਿਲਕੁਲ ਸਹੀ ਗੱਲ ਆ। ਚਲੋ ਪਿਰਤ ਪੈ ਗਈ, ਸ਼ੁਰੂਆਤ ਹੋ ਗਈ। ਮੇਰੇ ਖਿਆਲ ਨਾਲ ਇੱਕ ਗੱਲ ਹੁੰਦੀ ਹੈ ਨਾ ਵੀ ਕਿਸੇ ਵੇਲੇ ਕੋਈ ਕੰਮ ਕੀਤਾ ਜਾਂਦਾ ਤੇ ਅਗਲਾ ਬੰਦਾ ਕਹੇ ਯਾਰ ਅਸੀਂ ਉਦੋਂ ਕੀਤਾ ਸੀ, ਕਿਹੜਾ ਕਿਸੇ ਨੇ ਗਿਣਿਆ। ਜੇ ਕਿਸੇ ਨੇ ਚੰਗੇ ਨੂੰ ਚੰਗਾ ਨਹੀਂ ਕਹਿਣਾ ਤੇ ਮਾੜੇ ਨੂੰ ਤੁਸੀਂ 20 ਥਾਵਾਂ ਤੇ ਮਾੜਾ ਕਹਿਣਾ ਤੇ ਉਹਦਾ ਵੀ ਕੀ ਫਾਇਦਾ। ਇਸ ਕਰਕੇ ਮੇਰੇ ਖਿਆਲ ਨਾਲ ਚੰਗੇ ਕੰਮ ਨੂੰ ਚੰਗਾ ਵੀ ਕਹਿਣਾ ਚਾਹੀਦਾ। ਇਹਨਾਂ ਫੈਸਲਿਆਂ ਦੇ ਵਿੱਚ ਜਿਹੜਾ ਪਿਛਲੇ ਦਿਨਾਂ ਦਾ ਇੱਕ ਧੁੜਕੂ ਸੀਗਾ ਉਹ ਸੀ ਕਿ ਸੁੱਚਾ ਸਿੰਘ ਲੰਗਾਹ ਹੋਰਾਂ ਦੀ ਸ਼ਾਇਦ ਕੋਈ ਬੈਕਡੋਰ ਐਂਟਰੀ ਦਾ ਮਸਲਾ ਚੱਲ ਸਕਦਾ, ਕਿਉਂਕਿ ਅੰਮ੍ਰਿਤਪਾਨ ਤਾਂ ਉਹਨਾਂ ਨੂੰ ਕਰਵਾ ਹੀ ਦਿੱਤਾ ਗਿਆ ਸੀਗਾ, ਪਰ ਉਹ ਮਸਲਾ ਵੀ ਵਿਚਾਰਿਆ ਗਿਆ ਤੇ ਦੁਬਾਰਾ ਇੱਕ ਵਾਰ ਫਿਰ ਕਿਹਾ ਗਿਆ ਕਿ ਵੀ ਇਹ ਜਦੋਂ ਅਕਾਲ ਤਖਤ ਸਾਹਿਬ ਤੋਂ ਫੈਸਲਾ ਹੋ ਗਿਆ ਤੇ ਫਿਰ ਉਹ ਫੈਸਲਾ ਹੋ ਗਿਆ। ਇਹ ਨਹੀਂ ਕਿ ਕੋਈ ਇੱਧਰੋਂ ਉੱਧਰੋਂ ਜਾ ਕੇ ਤੇ ਚੋਰ ਮੋਰੀਆਂ ਲੱਭਦਾ ਫਿਰੇ। ਜਿਨ੍ਹਾਂ ਨੇ ਉਹ ਸੁੱਚਾ ਸਿੰਘ ਲੰਗਾਹ ਦੇ ਨਾਲ ਉਹ ਨੇੜਤਾ ਰੱਖੀ ਸੀ ਉਹਨਾਂ ਨੂੰ ਵੀ ਤਨਖਾਹ ਲਾਈ ਗਈ ਹੈ, ਸਜ਼ਾ ਮਿਲੀ ਹੈ ਜੀ। ਹਾਂ, ਨਹੀਂ ਬਿਲਕੁਲ, 2-3 ਬੰਦੇ ਹੁਣ ਕਾਬੂ ਆਏ ਆ, ਕੋਈ ਮੌਜੂਦਾ ਅਹੁਦੇ ਤੇ ਆ, ਕੋਈ ਸਾਬਕਾ ਅਹੁਦੇ ਤੇ ਆ, ਤੇ ਉਹ ਚੰਗੀ ਗੱਲ ਹੈ। ਇਹ ਪਿਰਤ ਪੈਣੀ ਚਾਹੀਦੀ ਹੈ, ਨਹੀਂ ਤਾਂ ਲੋਕਾਂ ਨੂੰ, ਸੰਗਤ ਨੂੰ ਅਹਿਸਾਸ ਹੋਣੋਂ ਹਟ ਗਿਆ ਸੀ ਕੋਈ ਗੱਲ ਨਹੀਂ, ਛੇਕਤਾ ਤਾਂ ਛੇਕਤਾ, ਸਾਡੀ ਰਿਸ਼ਤੇਦਾਰੀ ਤਾਂ ਹੈਗੀ ਹੈ, ਸਾਡੀ ਮਿੱਤਰਤਾ ਤਾਂ ਹੈਗੀ ਹੈ, ਸਾਡਾ ਤਾਂ ਫਲਾਣੇ ਥਾਂ ਦੇ ਵਿੱਚ ਕੰਮ ਧੰਦਾ ਸਾਂਝਾ ਹੈ। ਪਰ ਆਹ ਚੰਗਾ ਕੀਤਾ ਤੇ ਨਾਲ ਦੀ ਨਾਲ ਇਹ ਗੱਲ ਵੈਸੇ ਗਲਤ ਵੀ ਹੋਈ ਹੈ ਨਾ। 2022 ਦੇ ਵਿੱਚ ਦੇਖੋ ਇਲੈਕਸ਼ਨ ਹੈ, ਅਗਲਿਆਂ ਨੇ ਅੱਜ ਆਉਣਾ ਹੀ ਭਲਕ ਨੂੰ ਜਾ ਕੇ ਫਿਰ ਲੋਕਾਂ 'ਚ ਵਿਚਰਨਾ ਸੀ। ਜਿੰਨਾ ਲੇਟ ਹੋਈ ਜਾਂਦੇ ਆ ਉਹਨਾਂ ਕੰਮ ਔਖਾ ਹੋਈ ਜਾਂਦਾ। ਅਗਲੇ ਦਾ ਵੀ ਸੋਚਣਾ ਮਾੜਾ ਮੋਟਾ, ਦੇਖੋ ਗਲਤੀ ਕਿੱਡੀ ਕੋਈ ਸੀ, ਕਿਤੇ ਹੁਣ ਤਾਂ ਦੁਨਿਆਵੀ ਅਦਾਲਤ ਨੇ ਬਰੀ ਕਰਤਾ। ਬਾਠ ਸਾਹਿਬ, ਅੱਜ ਤੁਹਾਡੇ 'ਚ ਆਇਆ ਲੀਡਰ, ਤੁਸੀਂ ਸ਼ੁਰੂ 'ਚ ਖੁਦ ਮੰਨਿਆ, ਇਸ ਕਰਕੇ ਵਿੱਚੋਂ ਜੋ ਬਾਠ ਗਾਇਬ ਹੋ ਜਾਂਦਾ ਤੇ ਲੀਡਰ ਬੋਲਣ ਲੱਗ ਪੈਂਦਾ। ਆਹ ਭਾਸ਼ਣ ਬਿਲਕੁਲ ਲੀਡਰ ਵਾਲਾ ਸੀਗਾ। ਪਰ ਦੇਖੋ ਮੈਨੂੰ ਇੱਥੇ ਇੱਕ ਗੱਲ ਹੋਰ ਜਾਪਦੀ ਆ ਵੀ ਪੰਜਾਬ ਦੇ ਵਿੱਚ ਇਸ ਵਕਤ ਇੱਕ ਡਿਫਰੈਂਟ ਤਰ੍ਹਾਂ ਦਾ ਮੋੜਾ ਮੈਂ ਦੇਖ ਰਿਹਾ। ਹੋ ਸਕਦਾ ਵੀ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਵੋ ਨਾ ਹੋਵੋ। ਉਹ ਹੈ ਸ਼੍ਰੋਮਣੀ ਅਕਾਲੀ ਦਲ ਦੇ ਪੱਖ ਤੋਂ, ਕਿ ਜਿੱਥੇ ਉਹਨਾਂ ਨੇ ਹੁਣ ਇੱਕ ਭਾਜਪਾ ਵਾਲੇ ਪਾਸਿਓਂ ਤੋੜ ਵਿਛੋੜੇ ਦੀ ਗੱਲ ਚੱਲ ਰਹੀ, ਕੁਰਸੀ ਜਿਹੜੀ ਸੀ ਉਹਨੂੰ ਲੱਤ ਮਾਰਤੀ, ਤੇ ਜਹੇਦਾਰ ਸਾਹਿਬ ਜਿਹਦੇ ਤੇ ਵੀ ਹੁਣ ਤੱਕ ਇਹ ਇਲਜ਼ਾਮ ਲਾਇਆ ਜਾਂਦਾ ਸੀ ਵੀ ਉਹ ਵੀ ਤਾਂ ਭਾਈ ਸਾਹਿਬ ਜਿਵੇਂ ਉੱਧਰੋਂ ਕਿਹਾ ਜਾਂਦਾ ਉਸੇ ਤਰ੍ਹਾਂ ਹੀ ਚੱਲਦੇ ਆ। ਪਰ ਪਿਛਲੇ ਦਿਨਾਂ ਦੇ ਬਿਆਨਾਂ ਤੋਂ ਬਾਅਦ ਤੱਤੇ ਹੁੰਦੇ ਜਹੇਦਾਰ ਸਾਹਿਬ ਨੇ ਫਸੀਲ ਤੋਂ ਆ ਕੇ ਜਿਵੇਂ ਲਾਈਵ ਖੜੇ ਕਰਕੇ ਲੈਣ 'ਚ ਸਜ਼ਾਵਾਂ ਲਾਈਆਂ, ਉਹਦੇ ਤੋਂ ਇਹ ਵੀ ਤੇ ਜਾਪਦਾ ਨਾ ਵੀ ਉੱਧਰੋਂ ਵੀ ਇਸ਼ਾਰਾ ਹੋ ਗਿਆ ਹੋ ਵੀ ਠੀਕ ਹੈ ਜਹੇਦਾਰ ਸਾਹਿਬ, ਧਾਰਮਿਕ ਜਿਹੜਾ ਕੰਮ ਹੈ ਉਹ ਹੁਣ ਤੁਸੀਂ ਸਾਂਭੋ, ਘੱਟੋ ਘੱਟ ਇਹਨੂੰ ਦਰੁਸਤ ਕਰ ਦਿਓ। ਉਹ ਜਾਣੇ ਜਿਹੜਾ ਲੋਕਾਂ 'ਚ ਪ੍ਰਭਾਵ ਗਿਆ ਕਿ ਨਹੀਂ ਸਭ ਕੁਝ ਗਲਤ ਹੀ ਆ, ਆਪਾਂ 2-4 ਬੰਦੇ ਕਾਂ ਬਣਾ ਕੇ ਟੰਗਣੇ ਵੀ ਪੈ ਜਾਣ ਤੇ ਕੋਈ ਫਰਕ ਨਹੀਂ ਪੈਂਦਾ, ਇੱਕ ਵਾਰ ਪ੍ਰਭਾਵ ਥੋੜਾ ਜਿਹਾ ਸਹੀ ਕਰ ਲਈਏ। ਇਹ ਜਾਪਦੀ ਤੁਹਾਨੂੰ ਗੱਲ? ਨਹੀਂ, ਲੀਡਰ ਬੰਦੇ ਹੋ ਤੁਸੀਂ, ਅਸੀਂ ਤਾਂ ਤੁਹਾਡੀ ਹਾਂ 'ਚ ਹਾਂ ਮਿਲਾਉਣੀ ਆ, ਤੁਹਾਡੇ ਤੋਂ ਟਿਊਸ਼ਨ ਪੜ੍ਹਦੇ ਆ ਕਿ ਅਗਲੇ ਦਿਨਾਂ ਸ਼ਾਇਦ ਬਲਾਕ ਸੰਮਤੀ ਦੀ ਇੱਕ ਅੱਧੀ ਟਿਕਟ ਸਾਨੂੰ ਵੀ ਮਿਲ ਜਾਏ। ਪਰ ਇੰਨੀ ਗੱਲ ਸੰਧਾਲੀਆ ਸਾਹਿਬ ਜ਼ਰੂਰ ਹੈ ਕਿ 2020 ਦੀ ਜਦੋਂ ਹਿਸਟਰੀ ਲਿਖੀ ਜਾਣੀ ਆ ਨਾ, ਜਦੋਂ 2020 ਅਸੀਂ ਪੜ੍ਹਿਆ ਕਰਨਾ ਕਿਤਾਬਾਂ 'ਚ, ਨਿੱਕੇ ਨਿਆਣਿਆਂ ਪੁੱਛਿਆ ਕਰਨਾ, ਉਦੋਂ ਇੱਕ ਗੱਲ ਹੋਣੀ ਹੈ, ਜਾਂ ਅਕਾਲੀ ਦਲ ਜਿੱਤੂਗਾ, ਜਾਂ ਕਾਂਗਰਸ ਜਿੱਤੂਗੀ, ਜਾਂ ਬੈਂਸ ਭਰਾ ਜਿੱਤਣਗੇ, ਜਾਂ ਖਹਿਰਾ ਸਾਹਿਬ ਜਿੱਤਣਗੇ, ਜਾਂ ਬੀਜੇਪੀ ਜਿੱਤੂ, ਜਾਂ ਟਕਸਾਲੀ ਜਾਂ ਡੈਮੋਕ੍ਰੇਟਿਕ ਜਿੱਤਣਗੇ, ਜਾਂ ਕਾਮਰੇਡ ਬਸਪਾ ਜਿੱਤੂ। ਪਰ 2020 'ਚ ਪੰਜਾਬ ਹਾਰਿਆ, ਪੰਜਾਬ ਦੇ ਖੇਤ ਹਾਰਿਆ, ਪੰਜਾਬ ਦੇ ਕਿਸਾਨ ਹਾਰਿਆ, ਪੰਜਾਬ ਦਾ ਮਜ਼ਦੂਰ ਆੜਤੀਆ, ਅਸੀਂ ਪੰਜਾਬੀ ਹਾਰ ਗਏ ਹਾਂ। ਜਿਹੜਾ ਮਰਜ਼ੀ ਜਿੱਤੇ ਉਹ ਸਿਆਸੀ ਹੋਊਗਾ, ਉਹ ਪੰਜਾਬੀ ਨਹੀਂ ਹੋਊਗਾ। ਇਹ ਤਾਂ ਸਹੀ ਹੈ ਬਾਠ ਸਾਹਿਬ। ਚਲੋ ਅਸੀਂ ਆਸ ਕਰਦੇ ਹਾਂ ਵੀ ਦੇਖੋ ਜੇ ਲੀਡਰ ਜਿੱਤਦੇ ਨੇ ਤੇ ਉਹ ਉਸ ਜਿੱਤ ਦੇ ਲਈ 100 ਤਰ੍ਹਾਂ ਦੀਆਂ ਤਿਕੜਮਾਂ ਲਾਉਂਦੇ ਨੇ, ਤੇ ਜੇ ਮੇਰੇ ਖਿਆਲ ਨਾਲ ਲੋਕਾਂ ਨੇ ਜਿੱਤਣਾ ਤੇ ਲੋਕਾਂ ਨੂੰ ਵੀ ਇਹ ਨਜ਼ਰ ਆਪਣੇ ਅੰਦਰ ਵੀ ਝਾਤੀ ਮਾਰਨੀ ਪਊਗੀ ਕਿ ਵੀ ਅਸੀਂ ਕਿੱਥੇ ਕਿੱਥੇ ਗਲਤੀ ਕਰਦੇ ਹਾਂ ਤਾਂ ਕਰਕੇ ਹਾਰਦੇ ਹਾਂ, ਜਾਂ ਕਿਹੜਾ ਕਿਹੜਾ ਕੰਮ ਕਰਨ ਦੀ ਲੋੜ ਆ ਜਿਹੜਾ ਅਸੀਂ ਆਉਣ ਵਾਲੇ ਸਮੇਂ 'ਚ ਜਿੱਤੀਏ। ਇਹ ਮੇਰੇ ਖਿਆਲ ਨਾਲ ਮੈਨੂੰ ਕਿਸੇ ਨੂੰ ਦੱਸਣ ਦੀ, ਸਮਝਾਉਣ ਦੀ ਜਾਂ ਤੁਹਾਡੇ ਕਹਿਣ ਦੀ ਲੋੜ ਨਹੀਂ। ਇਹ ਆਪਾਂ ਨੂੰ ਅੰਦਰ ਹੀ ਅੰਦਰ ਪਤਾ ਵੀ ਹਾਂ ਕਿੱਥੇ ਘੁੰਡੀ ਕਿਵੇਂ ਆਪਾਂ ਵਿੰਗੀ ਕਰ ਬੈਠੇ ਹਾਂ ਤੇ ਉਸ ਘੁੰਡੀ ਨੂੰ ਸਿੱਧੀ ਕਿਵੇਂ ਕਰਨਾ। ਵੇਲਾ ਮੁੱਕ ਗਿਆ WhatsApp, ਹੁਣ ਫਿਰ ਚੱਲੀ ਜਾਂਦੇ ਜੀ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਤੇ ਇਸ ਦੇ ਨਾਲ ਹੀ ਫਿਰ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।